चलो सारे बोलो हालेलुया हालेलुया हालेलुया। हालेलुया। ਆਓ ਆਪਾਂ ਪਰਮੇਸ਼ਵਰ ਦੇ ਵਚਨ ਵਿੱਚ ਚੱਲਾਂਗੇ। ਆਪਾਂ ਦੇਖਾਂਗੇ ਨਵੇਂ ਨੇਮ ਦੇ ਵਿੱਚ ਰੋਮੀਆਂ ਉਹਦਾ 8 ਅਧਿਆਇ, ਰੋਮੀਆਂ ਉਹਦਾ 8 ਅਧਿਆਇ ਉਹਦਾ ਪੜਾਂਗੇ ਆਪਾਂ 26 ਤੋਂ ਲੈ ਕੇ 30 ਤੱਕ। ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂ ਜੋ ਕਿਸ ਵਕਤ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਇਕੱਠ ਹੌਂਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਅਤੇ ਹਿਰਦਿਆਂ ਦਾ ਜਾਚਣ ਵਾਲਾ ਜਾਣਦਾ ਹੈ ਭਈ ਆਤਮਾ ਦੀ ਕੀ ਮਨਸ਼ਾ ਹੈ, ਕਿਉਂ ਜੋ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਿਫਾਰਿਸ਼ ਕਰਦਾ ਹੈ। ਅਸੀਂ ਜਾਣਦੇ ਹਾਂ ਭਾਈ, ਜਿਹੜੇ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਬਾਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ, ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਵਰ ਦੀ ਮਾਨਸਾ ਦੇ ਅਨੁਸਾਰ ਸੱਦੇ ਹੋਏ ਹਨ। ਕਿਉਂਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ ਉਸਨੇ ਉਹਨਾਂ ਨੂੰ ਅੱਗਿਓਂ ਠਹਿਰਾਇਆ ਭਾਈ ਉਹਦੇ ਪੁੱਤਰ ਦੇ ਸਰੂਪ ਉੱਤੇ ਬਣਨ, ਭਾਈ ਉਹ ਬਹੁਤੇ ਭਰਾਵਾਂ ਚੋਂ ਜੇਠਾ ਹੋਵੇ। ਅਤੇ ਜਿਨ੍ਹਾਂ ਨੂੰ ਉਹਨੇ ਅੱਗਿਓਂ ਠਹਿਰਾਇਆ ਉਸਨੇ ਉਹਨਾਂ ਨੂੰ ਸੱਦਿਆ ਵੀ, ਅਤੇ ਜਿਨ੍ਹਾਂ ਨੂੰ ਉਸਨੇ ਸੱਦਿਆ ਉਹਨਾਂ ਨੂੰ ਧਰਮੀ ਵੀ ਠਹਿਰਾਇਆ, ਅਤੇ ਜਿਨ੍ਹਾਂ ਨੂੰ ਉਸਨੇ ਧਰਮੀ ਠਹਿਰਾਇਆ ਉਹਨਾਂ ਨੂੰ ਵਡਿਆਈ ਵੀ ਦਿੱਤੀ। ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ। ਇਹ ਪਰਮੇਸ਼ਵਰ ਦਾ ਵਚਨ ਪਰਮੇਸ਼ਵਰ ਦੇ ਆਤਮਾ ਦੁਆਰਾ ਲਿਖਾਇਆ ਗਿਆ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਆਕਾਸ਼ ਧਰਤੀ ਟਲ ਜਾਏਗਾ ਪਰ ਮੇਰਾ ਵਚਨ ਕਦੇ ਨਹੀਂ ਟਲੇਗਾ। ਸੋ ਪਰਮੇਸ਼ਵਰ ਦੇ ਵਚਨ ਨੂੰ ਬਹੁਤ ਧਿਆਨ ਨਾਲ ਸੁਣਿਓ, ਕਿਉਂਕਿ ਅੱਜ ਇੱਕ ਵਾਰ ਫਿਰ ਸਾਡੇ ਪਰਮੇਸ਼ਵਰ ਉਹ ਸਾਡੇ ਵਿਚਕਾਰ ਨੇ, ਪਰ ਸਾਡੇ ਪਰਮੇਸ਼ਵਰ ਅੱਜ ਇੱਕ ਵਾਰ ਫਿਰ ਆਪਣੇ ਵਚਨ ਦੇ ਦੁਆਰਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਾ ਰਹੇ ਨੇ। ਕਿਉਂਕਿ ਜੋ ਪਰਮੇਸ਼ਵਰ ਦਾ ਗੱਲਬਾਤ ਕਰਨ ਦਾ ਤਰੀਕਾ ਗਾ, ਪਰਮੇਸ਼ਵਰ ਜਾਂ ਤਾਂ ਸੁਪਨੇ ਰਾਹੀਂ ਗੱਲਬਾਤ ਕਰਦੇ ਨੇ, ਜਾਂ ਤਾਂ ਵਿਜ਼ਨ ਦੇ ਰਾਹੀਂ ਗੱਲਬਾਤ ਕਰਦੇ ਨੇ, ਜਾਂ ਚਿੱਠੀ ਦੇ ਰਾਹੀਂ ਗੱਲਬਾਤ ਕਰਦੇ ਨੇ, ਔਰ ਪਰਮੇਸ਼ਵਰ ਆਪਣੇ ਵਚਨ ਦੇ ਦੁਆਰਾ ਗੱਲਬਾਤ ਕਰਦੇ ਨੇ। ਸੋ ਅੱਜ ਜੋ ਪਰਮੇਸ਼ਵਰ ਸਾਡੇ ਨਾਲ ਗੱਲਬਾਤ ਕਰਨ ਜਾ ਰਹੇ ਨੇ ਉਹ ਆਪਣੇ ਵਚਨ ਦੇ ਦੁਆਰਾ ਗੱਲਬਾਤ ਕਰਨ ਜਾ ਰਹੇ ਨੇ। ਕਿਉਂਕਿ ਜੋ ਪਰਮੇਸ਼ਵਰ ਦਾ ਵਚਨ ਹੈ ਇਹਦੇ ਵਿੱਚ ਜਿੰਨਾ ਕੁਝ ਵੀ ਲਿਖਿਆ ਗਾ ਉਸ ਦੇ ਵਿੱਚ ਮਤਲਬ ਇੱਕ ਬਿੰਦੂ ਵੀ ਨਹੀਂ ਘੱਟ ਸਕਦਾ। ਪਰਮੇਸ਼ਵਰ ਨੇ ਜਿੰਨਾ ਕੁਝ ਇਨਸਾਨ ਨੂੰ ਲਿਖ ਕੇ ਦਿੱਤਾ ਗਾ ਉਹਦੇ ਵਿੱਚ ਜਿੰਨੀ ਇਨਸਾਨ ਨੂੰ ਜ਼ਰੂਰਤ ਸੀ ਉਨਾ ਹੀ ਲਿਖ ਕੇ ਦਿੱਤਾ ਗਾ, ਨਾ ਘੱਟ ਨਾ ਵੱਧ। ਨਾ ਤਾਂ ਕੋਈ ਇਨਸਾਨ ਦੇ ਵਿੱਚ ਕੁਝ ਜੋੜ ਸਕਦਾ ਗਾ, ਪਰ ਨਾ ਹੀ ਕੋਈ ਇਨਸਾਨ ਦੇ ਵਿੱਚੋਂ ਕੁਝ ਕੱਢ ਸਕਦਾ ਗਾ। ਇਹਦਾ ਮਤਲਬ ਕਿ ਪਰਮੇਸ਼ਵਰ ਨੇ ਜਿੰਨਾ ਜਿੰਨਾ ਦਿੱਤਾ ਗਾ ਇਨਸਾਨ ਨੂੰ ਉਹ ਪੂਰਾ ਪੂਰਾ ਹੀ ਦਿੱਤਾ ਗਾ। ਹਾਂ, ਪਰਮੇਸ਼ਵਰ ਦਾ ਵਚਨ ਹੈ ਜੋ ਉਹ ਇਨਸਾਨ ਦੇ ਲਈ ਕੀ ਹੈ, ਉਹ ਆਸ਼ੀਸ਼ਿਤ ਹੈ। ਪਰਮੇਸ਼ਵਰ ਦਾ ਵਚਨ ਉਹ ਜਦ ਇਨਸਾਨ ਦੇ ਜੀਵਨ ਦੇ ਵਿੱਚ ਆਉਂਦਾ ਗਾ ਤਾਂ ਉਸਨੂੰ ਹੌਸਲਾ ਮਿਲਦਾ ਗਾ। ਪਰਮੇਸ਼ਵਰ ਦਾ ਵਚਨ ਜਦ ਇਨਸਾਨ ਦੇ ਜੀਵਨ ਦੇ ਵਿੱਚ ਆਉਂਦਾ ਗਾ ਤਾਂ ਉਸਨੂੰ ਸ਼ਾਂਤੀ ਮਿਲਦੀ ਹੈ। ਮਤਲਬ ਕਿ ਜੋ ਪਰਮੇਸ਼ਵਰ ਨੇ ਇਨਸਾਨ ਦੇ ਲਈ ਰੱਖਿਆ ਗਾ ਇਹ ਵਚਨ ਉਹ ਇਸੇ ਲਈ ਹੈ ਕਿ ਇਨਸਾਨ ਪਰਮੇਸ਼ਵਰ ਨੂੰ ਉਸਦੇ ਵਚਨ ਦੇ ਦੁਆਰਾ ਜਾਣ ਸਕੇ। ਕਿਉਂਕਿ ਸਾਡੇ ਪਰਮੇਸ਼ਵਰ ਮਤਲਬ ਪ੍ਰਭੂ ਯਿਸੂ ਮਸੀਹ ਜਦ ਇਸ ਧਰਤੀ ਦੇ ਉੱਪਰ ਸੀ ਤਾਂ ਪ੍ਰਭੂ ਯਿਸੂ ਮਸੀਹ ਨੇ ਇੱਕ ਮਨੁੱਖ ਦਾ ਰੂਪ ਧਾਰ ਕੇ ਇੱਕ ਇਨਸਾਨ ਬਣ ਕੇ ਇਸ ਧਰਤੀ ਦੇ ਉੱਪਰ ਆਏ। ਪ੍ਰਭੂ ਯਿਸੂ ਮਸੀਹ ਨੇ ਮਤਲਬ ਜਿਸ ਤਰ੍ਹਾਂ ਇੱਕ ਇਨਸਾਨ ਨੂੰ ਭੁੱਖ ਲੱਗਦੀ ਹੈ, ਜਿਸ ਤਰ੍ਹਾਂ ਇੱਕ ਇਨਸਾਨ ਨੂੰ ਪਿਆਸ ਲੱਗਦੀ ਹੈ, ਜਿਸ ਤਰ੍ਹਾਂ ਇੱਕ ਇਨਸਾਨ ਥੱਕਦਾ ਗਾ, ਜਿਸ ਤਰ੍ਹਾਂ ਇੱਕ ਇਨਸਾਨ ਸੌ ਜਾਂਦਾ ਗਾ, ਮਤਲਬ ਉਹ ਸਾਰੀਆਂ ਗੱਲਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੀ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਕਿਉਂਕਿ ਅੱਜ ਸਾਡੇ ਪਰਮੇਸ਼ਵਰ ਸਾਡੇ ਨਾਲ ਕੁਝ ਗੱਲਬਾਤ ਕਰਨ ਦੇ ਲਈ ਜਾ ਰਹੇ ਨੇ। ਪ੍ਰਭੂ ਯਿਸੂ ਮਸੀਹ ਜਦ ਇਸ ਧਰਤੀ ਉੱਪਰ ਆਏ ਤਾਂ ਇੱਕ ਜਿਸ ਤਰ੍ਹਾਂ ਇੱਕ ਨੋਰਮਲ ਇਨਸਾਨ, ਇੱਕ ਆਮ ਇਨਸਾਨ ਜੀਵਨ ਜਿੰਦਾ ਗਾ, ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਪਰ ਜੀਵਨ ਜੀ ਕੇ ਗਏ। ਔਰ ਸਹੀ ਦੇ ਵਿੱਚ ਉਹਨਾਂ ਨੇ ਉਹ ਸਭ ਕੁਝ ਮਹਿਸੂਸ ਕੀਤਾ ਜੋ ਅੱਜ ਇੱਕ ਇਨਸਾਨ ਮਹਿਸੂਸ ਕਰਦਾ ਗਾ। ਕਿਵੇਂ? ਥਕਾਵਟ, ਕਮਜ਼ੋਰੀ, ਭੁੱਖ ਤੇ ਪਿਆਸ। ਯਿਸੂ ਮਸੀਹ ਇਸ ਧਰਤੀ ਉੱਪਰ ਮਤਲਬ ਜਿੱਥੇ ਉਹ ਆਏ ਸੀਗੇ ਇਜ਼ਰਾਈਲ ਦੇ ਵਿੱਚ, ਉੱਥੇ ਪੈਦਲ ਚੱਲੇ, ਪੈਦਲ ਸਫ਼ਰ ਕੀਤਾ। ਮਤਲਬ ਜਿਸ ਤਰ੍ਹਾਂ ਇੱਕ ਇਨਸਾਨ ਇਸ ਧਰਤੀ ਉੱਪਰ ਜੀਵਨ ਜੀਂਦਾ ਗਾ, ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਇਨਸਾਨ ਬਣ ਕੇ ਇਸ ਧਰਤੀ ਉੱਪਰ ਜੀਵਨ ਜੀ ਕੇ ਦੇਖਿਆ। ਹਰ ਜੀਵਨ ਜੀ ਕੇ ਦੇਖਿਆ ਕਿ ਇਨਸਾਨ ਦੀਆਂ ਕੀ ਮੁਸ਼ਕਿਲਾਂ ਨੇ, ਇਨਸਾਨ ਦੇ ਵਿੱਚ ਕੀ ਮਤਲਬ ਪਰੇਸ਼ਾਨੀਆਂ, ਇਨਸਾਨ ਦੇ ਜੀਵਨ ਦੇ ਵਿੱਚ ਕੀ ਸਮੱਸਿਆ ਹੁੰਦੀ ਹੈ। ਉਹ ਸਾਰੀਆਂ ਗੱਲਾਂ ਨੂੰ ਪ੍ਰਭੂ ਯਿਸੂ ਮਸੀਹ ਨੇ ਬਹੁਤ ਨੇੜੇ ਹੋ ਕੇ ਸਾਰੀਆਂ ਗੱਲਾਂ ਨੂੰ ਮਹਿਸੂਸ ਕੀਤਾ ਗਾ। ਔਰ ਜਦ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਪਰ ਸੀਗੇ ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਨਾਲ ਆਪਣੇ ਚੇਲਿਆਂ ਨੂੰ ਰੱਖਿਆ, 12 ਚੇਲਿਆਂ ਨੂੰ। ਜਦ ਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਲੋਕਾਂ ਨੂੰ ਵੀ ਅਧਿਕਾਰ ਦਿੱਤਾ ਸੀਗਾ ਕਿ ਤੁਸੀਂ ਕੀ ਕਰੋ, ਪ੍ਰਾਰਥਨਾਵਾਂ ਕਰੋ, ਬਿਮਾਰਾਂ ਨੂੰ ਚੰਗਾ ਕਰੋ, ਹਾਂ
ਭੂਤ ਪ੍ਰੇਤਾਂ ਨੂੰ ਕੱਢੋ, ਮਤਲਬ ਜਿੰਨੇ ਵੀ ਕੋੜੀ ਨੇ, ਜੈਸੇ ਵੀ ਬਿਮਾਰ ਨੇ, ਉਹਨਾਂ ਨੂੰ ਕੀ ਕਰੋ ਤੁਸੀਂ? ਚੰਗਾ ਕਰੋ। ਔਰ ਉਹਨਾਂ ਲੋਕਾਂ ਨੂੰ ਕੀ ਕਰੋ ਤੁਸੀਂ? ਸਵਰਗ ਰਾਜ ਲਈ ਤਿਆਰ ਕਰੋ। ਹੁਣ ਦੇਖੋ ਇਹ ਸਾਰਾ ਕੰਮ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਦਿੱਤਾ ਸੀਗਾ, ਲੇਕਿਨ ਇੱਕ ਗੱਲ ਪ੍ਰਭੂ ਯਿਸੂ ਮਸੀਹ ਨੇ ਜੋ ਬਹੁਤ ਹੀ ਅਹਿਮ ਸੀ ਉਹ ਆਪਣੇ ਚੇਲਿਆਂ ਨੂੰ ਦੱਸੀ ਸੀ। ਦੱਸਣ ਦਾ ਕਾਰਨ ਕੀ ਸੀਗਾ ਕਿ ਚੇਲਿਆਂ ਨੇ ਇੱਕ ਵਾਰ ਸਵਾਲ ਕੀਤਾ ਪ੍ਰਭੂ ਯਿਸੂ ਮਸੀਹ ਨੂੰ, ਕਿਉਂਕਿ ਪ੍ਰਭੂ ਯਿਸੂ ਮਸੀਹ ਅਕਸਰ ਇਹ ਗੱਲ ਕਹਿੰਦੇ ਸੀਗੇ ਕਿ ਮੈਂ ਧਰਤੀ ਉੱਪਰ ਆਇਆਗਾ, ਮੈਂ ਕੀ ਕਰਾਂਗਾ? ਮੈਂ ਤਾਂ ਧਰਤੀ ਉੱਪਰ ਆਇਆਗਾ ਔਰ ਮੈਂ ਆਪਣੀ ਜਾਨ ਦੇ ਦੇਣੀ ਹੈ, ਮੈਂ ਮਰ ਜਾਵਾਂਗਾ ਔਰ ਮਰਨ ਤੋਂ ਬਾਅਦ ਮੈਂ ਤੀਜੇ ਦਿਨ ਜੀ ਉੱਠਾਂਗਾ ਔਰ ਮੈਂ ਦੁਬਾਰਾ ਫੇਰ ਆਉਣਾਗਾ। ਮਤਲਬ ਇਹ ਸਾਰੀਆਂ ਗੱਲਾਂ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਦੱਸਦੇ ਸੀਗੇ। ਔਰ ਇੱਕ ਵਾਰ ਚੇਲਿਆਂ ਨੂੰ ਇਹ ਗੱਲ, ਇੱਕ ਸਵਾਲ ਹੋਇਆ, ਪ੍ਰਭੂ ਜੀ ਜਦ ਤੁਸੀਂ ਆਉਣਾਗਾ ਜਾਂ ਫਿਰ ਜੋ ਸੰਸਾਰ ਹੈ, ਇਹ ਸੰਸਾਰ ਦਾ ਜੋ ਅੰਤ ਹੈ ਉਹਦਾ ਕਾਰਨ ਕੀ ਹੈ? ਉਹਦੇ ਕੋਈ ਨਿਸ਼ਾਨ ਹੋਣਗੇ, ਉਹਦਾ ਕੋਈ ਚਿੰਨ੍ਹ ਹੋਊਗਾ? ਤਾਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਗੱਲਾਂ ਦਿੱਤੀਆਂ। ਹਾਂ ਕੀ ਸੀ ਕਿ ਦੇਖੋ ਜਦ ਯੁੱਗ ਦਾ ਅੰਤ ਹੈ, ਹਾਂ ਉਸ ਤੋਂ ਪਹਿਲਾਂ ਕੀ ਹੋਊਗਾ ਕਿ ਕੌਮ ਤੇ ਚੜ੍ਹਾਈ ਕਰੂਗੀ। ਦੇਖੋ ਕੰਮ ਹੋ ਰਿਹਾ ਹੈਗਾ, ਪਾਤਸ਼ਾਹੀ ਹੈ ਜੋ ਪਾਤਸ਼ਾਹੀ ਪਰ ਚੜ੍ਹਾਈ ਕਰੇਗੀ, ਫਿਰ ਭੁਚਾਲ ਆਉਣਗੇ, ਫਿਰ ਥਾਂ ਥਾਂ ਕਾਲ ਪੈਣਗੇ, ਲੜਾਈਆਂ ਹੋਣਗੀਆਂ ਤੇ ਲੜਾਈਆਂ ਦੀ ਤੁਸੀਂ ਆਵਾਜ਼ਾਂ ਸੁਣੋਗੇ। ਮਤਲਬ ਦੇਖੋ ਸਾਰੀਆਂ ਗੱਲਾਂ ਪੂਰੀਆਂ ਹੋ ਰਹੀਆਂ ਨੇ। ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ? ਖਬਰਦਾਰ ਤੁਸੀਂ ਘਬਰਾ ਨਾ ਜਾਇਓ। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ? ਵੀ ਖਬਰਦਾਰ ਤੁਸੀਂ ਘਬਰਾ ਨਾ ਜਾਣਾ। ਕਿਉਂ ਨਾ ਘਬਰਾ ਜਾਣਾ? ਕਿਉਂਕਿ ਆਪਾਂ ਬਾਈਬਲ ਦੇ ਵਿੱਚ ਪੜਾਂਗੇ ਇਹ ਮੱਤੀ ਉਹਦਾ 24 ਅਧਿਆਇ ਉਹਦਾ 6 ਵਚਨ। ਤੁਸੀਂ ਲੜਾਈਆਂ ਦੀਆਂ ਆਵਾਜ਼ਾਂ ਸੁਣੋਗੇ, ਖਬਰਦਾਰ ਕਿਤੇ ਘਬਰਾਣਾ ਜਾਣਾ, ਕਿਉਂ ਜੋ ਇਹ ਗੱਲਾਂ ਤਾਂ ਹੋਣੀਆਂ ਹੀ ਹਨ ਪਰ ਅਜੇ ਅੰਤ ਨਹੀਂ। ਦੇਖੋ ਕੀ ਹੈ ਕਿ ਇਹ ਗੱਲਾਂ ਤਾਂ ਹੋਣੀਆਂ ਹੀ ਹਨ, ਮਤਲਬ ਇਹ ਗੱਲਾਂ ਤਾਂ ਹੋ ਕੇ ਹੀ ਰਹਿਣਗੀਆਂ ਪਰ ਅੰਤ ਨਹੀਂ ਹੈ, ਮਤਲਬ ਹਲੇ ਅੰਤ ਨਹੀਂ ਹੈ। ਲੇਕਿਨ ਇਹ ਗੱਲਾਂ ਕੀ ਹੈ? ਇਹ ਗੱਲਾਂ ਤਾਂ ਹੋਣੀਆਂ ਨੇ। ਹੁਣ ਦੇਖੋ ਇਹ ਗੱਲਾਂ ਹੋਣੀਆਂ ਨੇ ਲੇਕਿਨ ਦੇਖੋ ਅੰਤ ਨਹੀਂ ਹੈ। ਫਿਰ ਵੀ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀ ਆਪਣੇ ਚੇਲਿਆਂ ਨੂੰ? ਕਿ ਘਬਰਾਇਓ ਨਾ। ਲੇਕਿਨ ਅੱਜ ਦੇਖੋ ਇਸ ਧਰਤੀ ਉੱਪਰ ਇੱਕ ਜੋ ਮਹਾਮਾਰੀ ਚੱਲ ਰਹੀ ਹੈ, ਹਾਂ ਕਿਹੜੀ ਚੱਲ ਰਹੀ ਹੈ? ਕਰੋਨਾ ਵਾਇਰਸ। ਹੁਣ ਦੇਖੋ ਪੂਰੇ ਵਰਲਡ ਵਿੱਚ ਚੱਲ ਰਹੀ ਹੈ ਔਰ ਇਹਨੂੰ ਚੱਲਦੇ ਨੂੰ ਕਿੰਨਾ ਟਾਈਮ ਹੋਇਆ? ਕੁਝ ਪਤਾ ਕਿਸੇ ਨੂੰ? ਇਹਨੂੰ 9 ਸਾਲ ਹੋ ਗਏ ਚੱਲਦੇ। 9 ਸਾਲ? ਨਹੀਂ ਉਰੇ ਆਪਣੇ ਉਰੇ ਨਹੀਂ ਕਿ 9 ਸਾਲ ਹੋ ਗਏ ਚੱਲਦੇ। 9 ਸਾਲ। ਇਹ ਦਸੰਬਰ ਦੇ ਵਿੱਚ ਆਈ ਹੈ, ਇਹਨੂੰ 5 ਮਹੀਨੇ ਹੋਏ ਹਲੇ। 11 ਮਹੀਨੇ ਦੀ ਗੱਲ ਹੈ। 11 ਸਾਲ, ਇਹ 2011 ਦੀ ਗੱਲ ਹੈ। ਇਹਨੂੰ 5 ਮਹੀਨੇ ਹੋਏ ਨੇ ਔਰ 5 ਮਹੀਨੇ ਦੇ ਵਿੱਚ ਲਗਭਗ ਇਹਨੇ ਪੂਰੇ ਵਰਲਡ ਨੂੰ ਹਿਲਾ ਕੇ ਰੱਖਦਾ, ਪੂਰੇ ਵਰਲਡ ਨੂੰ ਹਿਲਾ ਕੇ। 9 ਸਾਲ ਹੋ ਗਏ ਨਹੀਂ 5 ਮਹੀਨੇ ਹੋਏ ਲਗਭਗ। ਤੇ ਦੇਖੋ 5 ਮਹੀਨੇ ਆਪਾਂ ਨੂੰ ਤੇ ਹੁਣ ਪਤਾ ਲੱਗਾ। ਹਾਂ ਪਤਾ 9 ਸਾਲ ਹੋ ਗਏ ਗੱਲ ਨੂੰ ਚੱਲਦੇ ਪਏ। ਚਲੋ ਮੇਰੇ ਖਿਆਲ ਦੇ ਵਿੱਚ ਤਾਂ ਮੈਨੂੰ ਕਿੰਨਾ ਲੱਗਿਆ 5 ਮਹੀਨੇ ਹੋਏ ਨੇ, ਲੇਕਿਨ ਪੂਰੇ 5 ਮਹੀਨੇ ਦੇ ਵਿੱਚ ਮਤਲਬ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਔਰ ਕਿੰਨੀਆਂ ਮੌਤਾਂ ਹੋਣ ਦੇ ਬਾਅਦ ਮਤਲਬ ਹੁਣ ਦੇਖੋ ਕਿੰਨਾ ਹਾਹਾਕਾਰ ਮਚਿਆ ਪਿਆ ਹੈਗਾ। ਇੰਨਾ ਕੁਛ ਹੋਣ ਦੇ ਬਾਅਦ ਵੀ ਲੋਕਾਂ ਨੇ ਕੀ ਕੀਤਾ? ਆਪਣੇ ਰੁਪਏ 'ਚ ਪੈਸੇ ਚੱਕ ਕੇ ਲੋਕਾਂ ਨੇ ਸੜਕਾਂ ਉੱਪਰ ਸੁੱਟ ਦਿੱਤੇ। ਹੁਣ ਮੈਂ ਇੱਕ ਮੇਰੇ ਲਈ ਕੁਛ ਵੀਡੀਓ ਆਈ ਸੀ, ਉਹਦੇ ਵਿੱਚ ਦੇਖਿਆ ਕਿ ਇੱਕ ਇਨਸਾਨ ਸੀਗਾ, ਪਤਾ ਨਹੀਂ ਕਿੰਨੀ ਪ੍ਰਾਪਰਟੀ ਸੀ ਉਹਦੇ ਲਵੇ, ਕਿੰਨੇ 100 ਕਰੋੜ ਦਾ ਉਹਦਾ ਸੀਗਾ, ਆਪਣਾ ਹੋਟਲ ਸੀਗਾ। ਉਹਦੇ ਪਰਿਵਾਰ ਦੇ ਸਾਰੇ ਮੈਂਬਰ ਮਰ ਗਏ। ਜਦੋਂ ਪਰਿਵਾਰ ਦੇ ਮੈਂਬਰ ਸਾਰੇ ਮਰ ਗਏ ਔਰ ਉਹ ਕੀ ਕੀਤਾ? ਉੱਚਾ ਬਹੁਤ ਉੱਚਾ ਉਹਦਾ ਮਤਲਬ ਉਹ ਜਿਹੜਾ ਹੋਟਲ, ਉਹ ਹੋਟਲ ਉੱਪਰ ਚਲਾ ਗਿਆ ਸਿਰੇ ਦੇ ਉੱਪਰ, ਉੱਥੋਂ ਜਾ ਕੇ ਛਾਲ ਮਾਰੀ ਉਹਨੇ, ਛਾਲ ਮਾਰੀ ਔਰ ਉਹ ਵੀ ਮਰ ਗਿਆ। ਹੁਣ ਇੰਨਾ ਪੈਸਾ, ਇੰਨੀ ਉਹਦਾ ਮਤਲਬ ਉਹਦੀ ਧਨ ਦੌਲਤ, ਇੰਨੀ ਉਹਦੀ ਪ੍ਰਾਪਰਟੀ, ਉਹ ਕਿਸੇ ਕੰਮ? ਕਿਸੇ ਵੀ ਕੰਮ ਨਹੀਂ। ਮਤਲਬ ਦੇਖਿਆ ਜਾਵੇ ਜੋ ਕਰੋਨਾ ਵਾਇਰਸ ਦੀ ਬਿਮਾਰੀ ਚੱਲ ਰਹੀ ਹੈ, ਜੋ ਮਰੀ ਚੱਲ ਰਹੀ ਹੈ, ਹਾਂ ਇਹ ਕੀ ਹੈ? ਇੱਕ ਤਾਂ ਮਰੀ ਚੱਲ ਰਹੀ ਹੈ, ਲੇਕਿਨ ਪਰ ਦੇਖੋ ਅੱਜ ਕੀ ਹੈ? ਜਿੰਨੇ ਵੀ ਲੋਕ ਨੇ, ਚਾਹੇ ਉਹ ਮਸੀਹ ਨੂੰ ਮੰਨ ਰਹੇ ਨੇ, ਮਸੀਹ ਨੂੰ ਮੰਨਣ ਵਾਲੇ ਕੀ ਹੈ? ਡਰੇ ਬੈਠੇ ਨੇ, ਡਰੇ ਹੋਏ ਬੈਠੇ ਨੇ, ਘਬਰਾ ਰਹੇ ਨੇ। ਇਹ ਕੀ ਹੋ ਗਿਆ? ਕਿਵੇਂ ਹੋ ਗਿਆ? ਕਿੱਦਾਂ ਹੋ ਗਿਆ? ਮਤਲਬ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ ਕਿ ਇਹ ਚੀਜ਼ਾਂ ਤਾਂ ਹੋਣੀਆਂ ਨੇ ਲੇਕਿਨ ਅੰਤ ਅਜੇ ਨਹੀਂ ਹੈ, ਕਿਉਂਕਿ ਲੜਾਈਆਂ ਹੋਣਗੀਆਂ, ਹਲੇ ਤਾਂ ਬਹੁਤ ਕੁਛ ਹੋਣਾਗਾ। ਇਹ ਗੱਲ ਤਾਂ ਪ੍ਰਭੂ ਯਿਸੂ ਮਸੀਹ ਨੇ ਕਹੀ ਸੀ ਕਿ ਬਹੁਤ ਕੁਛ ਹੋਣਾਗਾ। ਲੇਕਿਨ ਦੇਖੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੁਣ ਹੋ ਰਹੀਆਂ ਨੇ, ਇਹ ਗੱਲਾਂ ਅੱਜ ਤੋਂ ਤਕਰੀਬਨ 2000 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਦੱਸ ਚੁੱਕੇ ਨੇ। ਹਾਂ ਦੇਖੋ ਬਾਈਬਲ ਦੇ ਵਿੱਚ ਸਾਨੂੰ ਲਿਖਿਆ ਹੋਇਆ ਮਿਲਦਾ ਹੈਗਾ। ਨਹੀਂ ਤਾਂ ਦੇਖੋ ਇਸ ਧਰਤੀ ਉੱਪਰ, ਇਸ ਸੰਸਾਰ ਦੇ ਵਿੱਚ ਕਿੰਨੀਆਂ ਧਾਰਮਿਕ ਪੁਸਤਕਾਂ ਨੇ, ਲੇਕਿਨ ਕਿਸੇ ਨੇ ਕੁਛ ਨਹੀਂ ਲਿਖਿਆ ਆਉਣ ਵਾਲੇ ਸਮੇਂ ਦੇ ਬਾਰੇ। ਹਾਂ ਇਹ ਹੋ ਸਕਦਾ ਜੋ ਇਤਿਹਾਸ ਬੀਤ ਚੁੱਕਿਆ ਹੈਗਾ, ਜੋ ਸਮਾਂ ਬੀਤ ਚੁੱਕਿਆ ਹੈਗਾ, ਉਹ ਲਿਖੀ ਹੋਈ ਗੱਲ ਮਿਲ ਜਾਏ ਤੁਹਾਨੂੰ, ਲੇਕਿਨ ਆਉਣ ਵਾਲੇ ਸਮੇਂ ਦੀ ਗੱਲ ਉਹ ਕਿਤੋਂ ਵੀ ਨਹੀਂ ਮਿਲਦੀ। ਅਗਰ ਮਿਲਦੀ ਹੈ ਤਾਂ ਉਹ ਕਿੱਥੋਂ ਮਿਲਦੀ ਹੈ?
ਉਹਦਾ ਪਵਿੱਤਰ ਬਾਈਬਲ ਵਿੱਚ ਮਿਲਦੀ ਹੈ। ਇਹਦਾ ਮਤਲਬ ਕਿ ਜਿੰਨਾ ਕੁਝ ਪਰਮੇਸ਼ਵਰ ਨੇ ਲਿਖ ਕੇ ਦਿੱਤਾ ਗਾ ਉਹਦੇ ਵਿੱਚੋਂ ਇੱਕ ਵੀ ਗੱਲ ਨਹੀਂ ਘਟਣ ਵਾਲੀ, ਸਾਰੀਆਂ ਗੱਲਾਂ ਪੂਰੀਆਂ ਹੋਣ ਵਾਲੀਆਂ ਨੇ। ਹੁਣ ਦੇਖੋ ਜਗ੍ਹਾ ਜਗ੍ਹਾ ਲੜਾਈ ਹੋ ਰਹੀ ਹੈ ਹੁਣ, ਚਾਹੇ ਕਿਸ ਤਰ੍ਹਾਂ ਹੀ ਹੈ, ਚਾਹੇ ਪਬਲਿਕ ਪੁਲਿਸ ਨੂੰ ਪਰੇਸ਼ਾਨ ਕਰਦੀ ਹੈ ਜਾਂ ਪੁਲਿਸ ਪਬਲਿਕ ਨੂੰ ਪਰੇਸ਼ਾਨ ਕਰਦੀ ਹੈ, ਲੇਕਿਨ ਦੇਖੋ ਲੜਾਈ ਤਾਂ ਹੋ ਹੀ ਰਹੀ ਹੈ, ਕਿਸੇ ਨਾ ਕਿਸੇ ਕਾਰਨ ਤਾਂ ਲੜਾਈ ਹੋ ਹੀ ਰਹੀ ਹੈ। ਮਤਲਬ ਕਿ ਸਾਰੀਆਂ ਗੱਲਾਂ ਹੋ ਰਹੀਆਂ ਨੇ, ਲੇਕਿਨ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ? ਘਬਰਾ ਨਾ ਜਾਣਾ, ਕਿਉਂਕਿ ਕੀ ਨਹੀਂ ਹੈ ਅਜੇ ਅੰਤ ਨਹੀਂ ਹੈ। ਅੱਗੇ ਵਾਰ ਫਿਰ ਪੜੋਗੇ ਤੁਸੀਂ ਲੜਾਈਆਂ ਦੀਆਂ ਆਵਾਜ਼ਾਂ ਸੁਣੋਗੇ, ਖਬਰਦਾਰ ਕਿਤੇ ਘਬਰਾ ਨਾ ਜਾਣਾ, ਕਿਉਂ ਜੋ ਇਹ ਗੱਲਾਂ ਤਾਂ ਹੋਣਗੀਆਂ ਹੀ ਹਨ, ਹੋਣੀਆਂ ਹੀ ਹਨ, ਪਰ ਅਜੇ ਅੰਤ ਨਹੀਂ। ਕੌਮ ਉੱਤੇ ਅਤੇ ਪਾਤਸ਼ਾਹੀ ਉੱਤੇ ਚੜਾਈ ਕਰੇਗੀ ਅਤੇ ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ। ਮਤਲਬ ਸਾਰੀਆਂ ਗੱਲਾਂ ਦੇਖੋ ਹੋ ਚੁੱਕੀਆਂ ਵੀ ਹੈਗੀਆਂ ਔਰ ਹੋ ਵੀ ਰਹੀਆਂ ਨੇ। ਫਿਰ ਅੱਗੇ ਪਰ ਇਹ ਸਭ ਕੁਝ ਪੀੜਾ ਦਾ ਆਰੰਭ ਹੈ। ਦੇਖੋ ਕੀ ਹੈ? ਇਹ ਪੀੜਾ ਦਾ ਆਰੰਭ ਹੈ। ਮਤਲਬ ਇਹ ਕੀ ਹੈ? ਇਹਦਾ ਸ਼ੁਰੂਆਤ ਹੋ ਚੁੱਕੀ ਹੈ, ਦੁੱਖਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਲੇਕਿਨ ਦੇਖੋ ਅੱਜ ਵੀ ਬਹੁਤੇ ਲੋਕਾਂ ਦੇ, ਚਲੋ ਜਿਹੜੇ ਲੋਕ ਤਾਂ ਨਹੀਂ ਜਾਣਦੇ ਉਹਨਾਂ ਲਈ ਗੱਲ ਨਹੀਂ ਹੈ, ਲੇਕਿਨ ਹੁਣ ਤਾਂ ਬਹੁਤ ਲੋਕ ਜਾਣਦੇ ਨੇ ਕਿ ਬਾਈਬਲ ਵਿੱਚ ਲਿਖੀਆਂ ਗੱਲਾਂ ਕੀ ਹੈ ਪੂਰੀਆਂ ਹੋ ਰਹੀਆਂ ਨੇ। ਮਤਲਬ ਕਿ ਅੱਜ ਵੀ ਲੋਕਾਂ ਦੀਆਂ ਅੱਖਾਂ ਬੰਦ ਨੇ, ਅੱਜ ਵੀ ਲੋਕ ਆਪਣੀਆਂ ਅੱਖਾਂ ਖੋਲ੍ਹਣਾ ਨਹੀਂ ਚਾਹੁੰਦੇ। ਮਤਲਬ ਇਹ ਕੁਝ ਹੋ ਰਿਹਾ ਗਾ, ਲੇਕਿਨ ਜਦ ਇਹ ਸਭ ਕੁਝ ਹੋ ਰਿਹਾ ਗਾ, ਲੇਕਿਨ ਅੱਜ ਇਨਸਾਨ ਆਪਣੀਆਂ ਅੱਖਾਂ ਨਹੀਂ ਖੋਲ੍ਹ ਰਿਹਾ, ਤਾਂ ਪਰਮੇਸ਼ਵਰ ਕੀ ਕਹਿੰਦੇ ਨੇ ਕਿ ਇਹ ਕੀ ਹੈ? ਪੀੜਾ ਦਾ ਆਰੰਭ ਹੈ। ਮਤਲਬ ਦੇਖੋ ਸਾਰੀਆਂ ਗੱਲਾਂ ਪ੍ਰਭੂ ਯਿਸੂ ਮਸੀਹ ਕਹਿ ਕੇ ਜਾ ਚੁੱਕੇ ਨੇ ਇਨਸਾਨ ਦੇ ਲਈ। ਹੁਣ ਦੇਖੋ ਚਲੋ ਜਿੰਨਾ ਕੁਝ ਵੀ ਹੋਇਆ ਗਾ ਔਰ ਜਿੰਨਾ ਕੁਝ ਵੀ ਹੋ ਰਿਹਾ ਗਾ ਔਰ ਜਿੰਨਾ ਕੁਝ ਵੀ ਹੋਣ ਵਾਲਾ ਗਾ ਉਹ ਸਾਨੂੰ ਬਾਈਬਲ ਦੇ ਵਿੱਚ ਮਿਲਦਾ ਗਾ ਦੇਖਣ ਨੂੰ। ਲੇਕਿਨ ਹੁਣ ਐਸਾ ਸਮਾਂ ਆ ਰਿਹਾ ਗਾ ਕਿ ਲੋਕ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਕਰਕੇ ਤੁਹਾਡੇ ਨਾਲ ਬੈਰ ਰੱਖਣਗੇ। ਔਰ ਹੁਣ ਦੇਖੋ ਬੈਰ ਰੱਖਦੇ ਵੀ ਹੈਗੇ, ਚਲੋ ਆਪਣੇ ਇੱਥੇ ਪੰਜਾਬ ਦੇ ਵਿੱਚ ਤਾਂ ਕਾਫੀ ਵਧੀਆ ਗਾ, ਲੇਕਿਨ ਬਾਹਰ ਕੁਝ ਦੇਸ਼ਾਂ ਦੇ ਵਿੱਚ, ਕੁਝ ਜਗ੍ਹਾ ਦੇ ਵਿੱਚ ਕੀ ਹੈ? ਮਸੀਹ ਲੋਕਾਂ ਦੀ ਸਤਾਵਟ ਹੋ ਰਹੀ ਹੈ, ਮਸੀਹ ਲੋਕਾਂ ਨੂੰ ਮਾਰਿਆ ਜਾ ਰਿਹਾ ਗਾ, ਉਹਨਾਂ ਦੇ ਗਰਦਨਾਂ ਵੱਢੀਆਂ ਜਾ ਰਹੀਆਂ ਨੇ, ਉਹਨਾਂ ਨੂੰ ਸਤਾਇਆ ਜਾ ਰਿਹਾ ਗਾ, ਬਹੁਤ ਕੁਝ ਹੋ ਰਿਹਾ ਉਹਨਾਂ ਲਈ। ਲੇਕਿਨ ਦੇਖੋ ਇਹ ਸਾਰੀ ਕੀ ਹੈ? ਇਹਦਾ ਸ਼ੁਰੂਆਤ ਹੋ ਚੁੱਕੀ ਹੈ। ਅਰੇ ਸ਼ੁਰੂਆਤ ਅੱਜ ਤੋਂ ਨਹੀਂ ਹੈ, ਇਹ ਸ਼ੁਰੂਆਤ ਬਹੁਤ ਸਮੇਂ ਤੋਂ ਚੱਲਦੀ ਆ ਰਹੀ ਹੈ, ਲੇਕਿਨ ਹੁਣ ਕੁਝ ਜ਼ਿਆਦਾ ਹੋ ਰਿਹਾ ਗਾ। ਹੁਣ ਦੇਖੋ ਇੰਨਾ ਕੁਝ ਹੈ ਇਨਸਾਨ ਦੇ ਜੀਵਨ ਦੇ ਵਿੱਚ ਹੋ ਰਿਹਾ ਗਾ, ਇੰਨਾ ਕੁਝ ਪ੍ਰਭੂ ਯਿਸੂ ਮਸੀਹ ਨੇ ਦੱਸਿਆ ਵੀ ਹੈ ਬਾਈਬਲ ਦੇ ਵਿੱਚ। ਹੁਣ ਦੇਖੋ ਇਨਸਾਨ ਕੀ ਕਰ ਰਿਹਾ ਉਹਦੇ ਲਈ, ਕੀ ਕਰ ਰਿਹਾ ਗਾ? ਕਿਉਂਕਿ ਪਰਮੇਸ਼ਵਰ ਦਾ ਵਚਨ ਕੀ ਦੱਸਦਾ ਗਾ ਕਿ ਜੋ ਅੰਤ ਤੋੜੀ ਸਹੇਗਾ, ਜੋ ਅੰਤ ਤੋੜੀ ਸਹੇਗਾ ਸੋ ਕੀ ਹੈ? ਸੋ ਬਚਾਇਆ ਜਾਏਗਾ। ਇਹਦਾ ਮਤਲਬ ਕਿ ਪੜੋ ਤੁਸੀਂ 13। ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ। ਮਤਲਬ ਇੰਨਾ ਕੁਝ ਸਹਿਣ ਕਰਨਾ ਕਿ ਮਸੀਹ ਦੇ ਨਾਂ ਦੇ ਕਰਕੇ ਲੋਕ ਤੁਹਾਡਾ ਕੀ ਕਰਨਗੇ? ਬੈਰ ਰੱਖਣਗੇ, ਲੋਕ ਤੁਹਾਡੀ ਨਿੰਦਿਆ ਕਰਨਗੇ, ਲੋਕ ਤੁਹਾਨੂੰ ਗਾਲਾਂ ਕੱਢਣਗੇ, ਲੋਕ ਤੁਹਾਡੇ ਖਿਲਾਫ ਹੋਣਗੇ। ਮਤਲਬ ਬਹੁਤ ਕੁਝ ਮਸੀਹ ਦੇ ਨਾਮ ਦੇ ਕਰਕੇ ਤੁਹਾਨੂੰ ਸਹਿਣ ਕਰਨਾ ਪਏਗਾ। ਹੁਣ ਪਰਮੇਸ਼ਵਰ ਦੇ ਵਚਨ ਕੀ ਕਹਿੰਦਾ ਪਿਆ? ਜਿਹੜਾ ਅੰਤ ਤੋੜੀ ਸਹੇਗਾ। ਹੁਣ ਅੰਤ ਤੋੜੀ ਸਹਿਣਾ ਮਤਲਬ ਕਿ ਜਿੰਨਾ ਚਿਰ ਤੁਹਾਡੇ ਸਰੀਰ ਦੇ ਵਿੱਚ ਜਾਨ ਹੈ, ਜਿੰਨਾ ਚਿਰ ਤੁਹਾਡੇ ਸਰੀਰ ਦੇ ਵਿੱਚ ਪ੍ਰਾਣ ਹੈ, ਉਹਨਾਂ ਚਿਰ ਤੱਕ ਕੀ ਹੈ? ਤੁਸੀਂ ਸਹਿਣ ਕਰਨਾ ਗਾ। ਹੁਣ ਦੇਖੋ ਅੱਜ ਕੋਈ ਵੀ ਇਨਸਾਨ ਹੈ, ਅੱਜ ਇਨਸਾਨ ਛੋਟੀ ਗੱਲਾਂ ਸਹਿਣ ਨਹੀਂ ਕਰਦਾ। ਅੱਜ ਇਨਸਾਨ ਛੋਟੀਆਂ ਗੱਲਾਂ ਦੇ ਵਿੱਚ ਕੀ ਹੈ? ਲੜਾਈ ਝਗੜਾ ਕਰਦਾ ਗਾ। ਅੱਜ ਇਨਸਾਨ ਛੋਟੀਆਂ ਗੱਲਾਂ ਦੇ ਵਿੱਚ ਕੀ ਹੈ? ਇੱਕ ਦੂਜੇ ਦੀ ਨਿੰਦਿਆ ਕਰਦਾ ਗਾ। ਅੱਜ ਛੋਟੀਆਂ ਗੱਲਾਂ ਪਿੱਛੇ ਕੀ ਹੈ? ਇਨਸਾਨ ਇੱਕ ਦੂਜੇ ਨੂੰ ਮਾਰ ਕਟਾਈ ਕਰਨ ਲੱਗ ਜਾਂਦਾ ਗਾ। ਮਤਲਬ ਚਾਹੇ ਮਸੀਹ ਨੂੰ ਮੰਨਣ ਵਾਲੇ ਲੋਕ ਨੇ, ਹਾਂ ਮੈਂ ਦੂਜੇ ਲੋਕਾਂ ਦੀ ਗੱਲ ਨਹੀਂ ਕਰਦਾ, ਲੇਕਿਨ ਮਸੀਹ ਲੋਕਾਂ ਦੀ ਗੱਲ ਕਰਦਾ ਗਾ। ਅੱਜ ਉਹ ਇਨਸਾਨ ਜ਼ਿਆਦਾਤਰ ਇਸ ਤਰ੍ਹਾਂ ਕਰਦੇ ਨੇ, ਲੇਕਿਨ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਕਿ ਜਿਹੜਾ ਅੰਤ ਤੋੜੀ ਸਹੇਗਾ। ਇਹਦਾ ਮਤਲਬ ਜਿਹੜਾ ਇਨਸਾਨ ਹੁਣੇ ਨਹੀਂ ਕੁਝ ਕਰ ਪਾ ਰਿਹਾ, ਜਿਹੜਾ ਇਨਸਾਨ ਹੁਣ ਨਹੀਂ ਸਹਿਣ ਕਰ ਪਾ ਰਿਹਾ, ਜਿਹੜਾ ਇਨਸਾਨ ਹੁਣੇ ਬਰਦਾਸ਼ਤ ਨਹੀਂ ਕਰ ਪਾ ਰਿਹਾ, ਤਾਂ ਉਹ ਸਮੇਂ ਦੇ ਵਿੱਚ ਕੀ ਕਰੇਗਾ? ਅਗਰ ਉਹ ਸਮੇਂ ਦੇ ਵਿੱਚ ਕੋਈ ਤੁਹਾਨੂੰ ਸਤਾਵਟ ਕਰਨ ਦੇ ਲਈ ਆ ਰਿਹਾ ਗਾ ਤਾਂ ਉਹਦਾ ਕੀ ਕਰਦਾ? ਸਾਹਮਣਾ ਨਹੀਂ ਕਰਨਾ। ਫਿਰ ਕਿਹੜਾ ਇਨਸਾਨ ਜਿਹੜਾ ਉਹਦਾ ਸਾਹਮਣਾ ਕਰੇਗਾ? ਔਰ ਜਿਹੜਾ ਇਨਸਾਨ ਸਾਹਮਣਾ ਕਰੇਗਾ ਉਹ ਕੀ ਹੈ? ਉਹ ਤਾਂ ਨਾਸ ਵਿੱਚ ਜਾਊਗਾ। ਕਿਉਂਕਿ ਪ੍ਰਭੂ ਯਿਸੂ ਮਸੀਹ ਜਦ ਇਸ ਧਰਤੀ ਉੱਪਰ ਸੀਗੇ, ਪ੍ਰਭੂ ਯਿਸੂ ਮਸੀਹ ਨੂੰ ਪਤਾ ਸੀਗਾ ਕਿ ਜੋ ਮੇਰਾ ਸਮਾਂ ਗਾ ਔਰ ਮੈਂ ਧਰਤੀ ਉੱਪਰ ਆਇਆਗਾ ਔਰ ਮੈਂ ਕੀ ਕਰਨਾ ਆ? ਮੈਂ ਤਾਂ ਆਪਣੀ ਜਾਨ ਦੇਣ ਆਇਆਗਾ। ਪ੍ਰਭੂ ਯਿਸੂ ਮਸੀਹ ਕੀ ਕਰਨਾ ਸੀ? ਆਪਣੀ ਜਾਨ ਦੇਣ ਦੇ ਲਈ। ਔਰ ਜਾਨ ਦੇਣ ਦੇ ਲਈ ਸੱਚਮੁੱਚ ਜੋ ਜਾਨ ਦੇਣੀ ਸੀ ਪ੍ਰਭੂ ਯਿਸੂ ਮਸੀਹ ਨੇ, ਉਹ ਕੋਈ ਜਾਣ ਦੇ ਸੌਖੇ ਹਾਲ ਨਹੀਂ ਜਾਣੀ ਸੀ। ਯਿਸੂ ਮਸੀਹ ਨੇ ਕੀ ਕਰਨਾ ਸੀਗਾ? ਮਤਲਬ ਪਹਿਲਾਂ ਉਹਦੀ ਬੇਇੱਜ਼ਤੀ ਹੋਣੀ ਸੀ। ਬੇਇੱਜ਼ਤੀ ਕਿਵੇਂ? ਉਹਦੀ ਦਾੜੀ ਪੁੱਟੀ ਜਾਣੀ ਸੀ, ਉਹਦੇ ਅੱਖਾਂ ਦੇ ਉੱਪਰ ਪੱਟੀ ਬੰਨ੍ਹ ਕੇ ਉਹਦੇ ਚਪੇੜਾਂ ਮਾਰੀਆਂ ਜਾਣੀ ਸੀ, ਉਹਦੇ ਮੁੱਕੀਆਂ ਮਾਰੀ ਜਾਣੀ ਸੀ, ਮੁੱਕੇ ਮਾਰੇ ਜਾਣੇ ਸੀਗੇ। ਫਿਰ ਉਹਦੇ ਉੱਪਰ ਥੁੱਕਿਆ ਜਾਣਾ ਸੀਗਾ, ਫਿਰ ਉਹਦੇ ਸਰੀਰ ਦੇ ਉੱਪਰ ਕੋੜਿਆਂ ਦੀ ਮਾਰ ਮਾਰੀ ਜਾਣੀ ਸੀ। ਫਿਰ ਯਿਸੂ ਮਸੀਹ ਦੇ ਸਿਰ ਦੇ ਉੱਪਰ ਕੰਡਿਆਂ ਦਾ ਤਾਜ ਰੱਖਿਆ ਗਿਆ।
ਫਿਰ ਯਿਸੂ ਮਸੀਹ ਨੂੰ ਕਰੂਸ ਚੁਕਾਈ ਗਈ, ਮਤਲਬ ਸਲੀਬ ਚੁਕਾਈ ਗਈ, ਔਰ ਉਹ ਸਲੀਬ ਲੈ ਕੇ ਉਹ ਪਹਾੜੀ ਉੱਪਰ ਗਏ। ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਉੱਪਰ ਸੁੱਟਿਆ ਗਿਆ, ਉਹਦੇ ਉੱਪਰ ਹੱਥਾਂ ਪੈਰਾਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਕਿੱਲ ਠੋਕੇ ਗਏ, ਕਿੱਲ ਠੋਕੇ ਗਏ ਪ੍ਰਭੂ ਯਿਸੂ ਮਸੀਹ ਦੇ ਹੱਥਾਂ ਪੈਰਾਂ ਦੇ ਵਿੱਚ। ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਜਦ ਸਲੀਬ ਦੇ ਉੱਪਰ ਟੰਗੇ ਗਏ ਤਾਂ ਜਦ ਪ੍ਰਭੂ ਯਿਸੂ ਮਸੀਹ ਨੂੰ ਪਿਆਸ ਲੱਗੀ, ਮਤਲਬ ਜੋ ਵਚਨ ਲਿਖਿਆ ਸੀਗਾ, ਪਾਣੀ ਮੰਗਿਆ ਤਾਂ ਉਹਨਾਂ ਨੂੰ ਸਿਰਕਾ ਪਿਆਇਆ ਗਿਆ। ਔਰ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਦਿੱਤੀ। ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਨੂੰ ਚੈੱਕ ਕਰਨ ਦੇ ਲਈ ਉਹਦੀ ਪਸਲੀ ਵਿੱਚ ਨਿੱਜਾ ਮਾਰਿਆ ਗਿਆ। ਮਤਲਬ ਇਹ ਸਾਰੀ ਗੱਲ ਪ੍ਰਭੂ ਯਿਸੂ ਮਸੀਹ ਜਾਣਦੇ ਸੀ। ਸਾਰੇ ਬੋਲੋ ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਇਹ ਸਾਰੀ ਗੱਲ ਜਾਣਦੇ ਸੀਗੇ। ਕਿਹੜੀ ਗੱਲ? ਕਿ ਮੈਂ ਧਰਤੀ ਉੱਪਰ ਆਏਗਾ ਔਰ ਮੈਂ ਜਾਨ ਦੇਣੀ ਹੈ। ਇੱਕ ਤਾਂ ਉਹ ਵੀ ਚਲੋ ਜਾਨ ਦੇਣੀ ਹੈ, ਚਲੋ ਕਿਸੇ ਨਾ ਕਿਸੇ ਤਰ੍ਹਾਂ ਇਨਸਾਨ ਦੀ ਜਾਨ ਚਲੀ ਗਈ, ਜਾਂ ਕਿਸੇ ਨੇ ਗੋਲੀ ਮਾਰਤੀ, ਜਾਂ ਕਿਸੇ ਨੇ ਗਰਦਨ ਵੱਢਤੀ, ਇਹ ਜਾਨ ਚਲੀ ਗਈ। ਇੱਕ ਸੀ ਤੜਫਾ ਕੇ ਜਾਨ ਦੇਣੀ। ਹੁਣ ਦੇਖੋ ਯਿਸੂ ਮਸੀਹ ਹੈ ਤਾਂ ਇਨਸਾਨ ਬਣ ਕੇ ਆਏ ਸੀਗੇ, ਲੇਕਿਨ ਇੰਨਾ ਦੁੱਖ ਸਹਿਨ ਕੀਤਾ ਪ੍ਰਭੂ ਯਿਸੂ ਮਸੀਹ ਨੇ, ਇੰਨੀ ਮਾਰ ਸਹਿਨ ਕੀਤੀ ਪ੍ਰਭੂ ਯਿਸੂ ਮਸੀਹ ਨੇ, ਇੰਨੀ ਮਾਰ ਸਹਿਨ ਕੀਤੀ, ਇੰਨਾ ਦੁੱਖ ਸਹਿਨ ਕੀਤਾ। ਪਰ ਸਹੀ ਦੇ ਵਿੱਚ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਕੀ ਕਹਿ ਰਹੇ ਨੇ? ਹੇ ਪਿਤਾ ਇਹਨਾਂ ਨੂੰ ਮਾਫ ਕਰ, ਹੇ ਪਿਤਾ ਇਹਨਾਂ ਨੂੰ ਮਾਫ ਕਰ, ਕਿ ਇਹ ਨਹੀਂ ਜਾਣਦੇ ਇਹ ਕੀ ਕਰ ਰਹੇ ਨੇ। ਹੁਣ ਦੱਸੋ ਮੈਨੂੰ, ਪ੍ਰਭੂ ਯਿਸੂ ਮਸੀਹ ਜਦ ਇੰਨੀ ਮਾਰ ਖਾ ਰਹੇ ਨੇ, ਕਿ ਉਹ ਪਰਮੇਸ਼ਵਰ ਸੀਗੇ? ਉਹ ਤਾਂ ਪਰਮੇਸ਼ਵਰ ਨਹੀਂ ਸੀਗੇ। ਕਿਉਂ? ਪਰਮੇਸ਼ਵਰ ਨੂੰ ਕੋਈ ਮਾਰ ਹੀ ਨਹੀਂ ਸਕਦਾ, ਪਰਮੇਸ਼ਵਰ ਨੂੰ ਕੋਈ ਮਤਲਬ ਛੂ ਵੀ ਨਹੀਂ ਸਕਦਾ। ਕਿਉਂਕਿ ਬਾਗ ਦੇ ਵਿੱਚ ਜਦ ਪ੍ਰਭੂ ਯਿਸੂ ਮਸੀਹ ਨੂੰ ਫੜਨ ਦੇ ਲਈ ਆਏ ਨੇ, ਤਾਂ ਪ੍ਰਭੂ ਯਿਸੂ ਮਸੀਹ ਨੂੰ ਜਦ ਪੁੱਛਿਆ ਵੀ ਯਿਸੂ ਕੌਣ ਹੈ, ਯਿਸੂ ਮਸੀਹ ਕਹਿੰਦਾ ਮੈਂ ਹਾਂ, ਔਰ ਰੋਕ ਕੇ ਪਿੱਛੇ ਜਾ ਕੇ ਡਿੱਗ ਗਏ। ਮਤਲਬ ਉਹਦੇ ਬੋਲਣ, ਪ੍ਰਭੂ ਯਿਸੂ ਮਸੀਹ ਦੇ ਬੋਲਣ ਦੇ ਵਿੱਚ ਕੀ ਸੀਗੀ? ਇੰਨੀ ਸਾਮਰਥ ਸੀ ਕਿ ਮੈਂ। ਹੁਣ ਬੋਲਣ ਦੇ ਨਾਲ ਉਹ ਜਿਹੜੇ ਫੜਨ ਆਏ ਸੀ ਸਿਪਾਹੀ ਲੋਕ ਜਾਂ ਹੋਰ ਲੋਕ ਜੋ ਫੜਨ ਆਏ ਸੀਗੇ, ਤਾਂ ਕੀ ਹੋਇਆ? ਉਹ ਪਿਛਾਂਹ ਜਾ ਕੇ ਡਿੱਗੇ। ਇਹਦਾ ਮਤਲਬ ਕਿ ਪ੍ਰਭੂ ਯਿਸੂ ਮਸੀਹ ਨੂੰ ਕੋਈ ਵੀ ਇਨਸਾਨ ਨਹੀਂ ਫੜ ਸਕਦਾ ਸੀਗਾ, ਕੋਈ ਵੀ ਇਨਸਾਨ ਮਾਰ ਨਹੀਂ ਸਕਦਾ ਸੀਗਾ, ਲੇਕਿਨ ਪ੍ਰਭੂ ਯਿਸੂ ਮਸੀਹ ਆਪਣੇ ਆਪ ਉਹਨਾਂ ਦੇ ਹਵਾਲੇ ਗਏ ਵੀ ਤੁਸੀਂ ਮੈਨੂੰ ਮਾਰੋ। ਕਿਉਂ? ਕਿਉਂਕਿ ਮੈਂ ਇਸ ਧਰਤੀ ਉੱਪਰ ਇਸ ਲਈ ਆਇਆ ਹਾਂ ਕਿ ਮੈਂ ਆਪਣੀ ਜਾਨ ਦੇਵਾਂ, ਔਰ ਜੋ ਮੇਰੇ ਉੱਪਰ ਵਿਸ਼ਵਾਸ ਕਰੇ ਉਹਨੂੰ ਕੀ ਮਿਲੇ? ਉਹਨੂੰ ਅਨੰਤ ਕਾਲ ਦਾ ਜੀਵਨ ਮਿਲੇ। ਮਤਲਬ ਕਿ ਜਦ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਪਰ ਮਤਲਬ ਲੋਕਾਂ ਕੋਲੋਂ ਮਾਰ ਖਾ ਰਹੇ ਨੇ, ਹੱਥਾਂ ਪੈਰਾਂ ਦੇ ਵਿੱਚ ਕਿੱਲ ਠੁਕਵਾ ਰਹੇ ਨੇ, ਸਿਰ ਦੇ ਉੱਪਰ ਕੰਡਿਆਂ ਦਾ ਤਾਜ ਰਖਵਾ ਰਹੇ ਨੇ, ਤਾਂ ਇਹਦਾ ਮਤਲਬ ਉਹ ਪਰਮੇਸ਼ਵਰ ਨਹੀਂ ਸੀ ਉਸ ਟਾਈਮ। ਜਿਹੜਾ ਕਈ ਲੋਕਾਂ ਨੂੰ ਹੁੰਦਾ ਵੀ ਚਲੋ ਉਹਦਾ ਪਰਮੇਸ਼ਵਰ ਸੀਗੇ, ਜਾਂ ਫਿਰ ਉਹਦਾ ਖੁਦ ਯਿਸੂ ਸੀਗਾ, ਲੇਕਿਨ ਸਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਇੱਕ ਇਨਸਾਨ ਬਣ ਕੇ ਆਏ, ਔਰ ਇੰਨਾ ਸਹਿਨ ਕੀਤਾ ਪ੍ਰਭੂ ਯਿਸੂ ਮਸੀਹ ਨੇ। ਹੁਣ ਦੇਖੋ ਇੰਨਾ ਸਹਿਨ ਕੀਤਾ, ਇੰਨਾ ਸਹਿਨ ਕੀਤਾ ਪ੍ਰਭੂ ਯਿਸੂ ਮਸੀਹ ਨੇ। ਇਹਦਾ ਕਾਰਨ ਕੀ ਸੀਗਾ? ਅਗਰ ਆਪਾਂ ਸੋਚੀਏ ਕਿ ਉਹਦਾ ਪਰਮੇਸ਼ਵਰ ਸੀਗਾ ਤਾਂ ਇੰਨੀ ਮਾਰ ਖਾ ਗਿਆ, ਫਿਰ ਕਿਹੜਾ ਇਨਸਾਨ ਹੈ ਕਿ ਜਿਹੜਾ ਪਰਮੇਸ਼ਵਰ ਨੂੰ ਮਾਰ ਸਕੇ? ਜਾਂ ਕਿਹੜਾ ਇਨਸਾਨ ਹੈ ਕਿ ਜਿਹੜਾ ਪਰਮੇਸ਼ਵਰ ਨੂੰ ਹੱਥ ਵੀ ਲਾ ਸਕੇ? ਜਦ ਕਿ ਪਰਮੇਸ਼ਵਰ ਕੀ ਕਹਿੰਦਾ ਗਾ ਕਿ ਜੋ ਸੰਸਾਰ ਨਾਲ ਮਿੱਤਰਚਾਰ ਰੱਖਦਾ ਗਾ ਉਹ ਕੀ ਹੈ? ਉਹ ਤਾਂ ਪਰਮੇਸ਼ਵਰ ਨਾਲ ਵੈਰ ਹੈ। ਮਤਲਬ ਫਿਰ ਐਸਾ ਕਿਹੜਾ ਇਨਸਾਨ ਹੈ ਕਿ ਇਹਦਾ ਪਰਮੇਸ਼ਵਰ ਨਾਲ ਵੈਰ ਰੱਖ ਕੇ ਜਿੰਦਾ ਰਹੇ ਜੇ? ਕੋਈ ਹੈ ਐਸਾ ਇਨਸਾਨ? ਮਤਲਬ ਜਿਹੜੇ ਲੋਕ ਯਿਸੂ ਮਸੀਹ ਨੂੰ ਮਾਰ ਰਹੇ ਸੀਗੇ ਉਹ ਤਾਂ ਵੈਰੀ ਬਣ ਕੇ ਮਾਰ ਰਹੇ ਸੀਗੇ, ਲੇਕਿਨ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਮਾਫ ਹੀ ਕਰਦੇ ਗਏ। ਇਹਦਾ ਮਤਲਬ ਕੀ? ਕਿ ਪ੍ਰਭੂ ਯਿਸੂ ਮਸੀਹ ਉਹ ਪਰਮੇਸ਼ਵਰ ਨਹੀਂ ਸੀਗੇ, ਉਹ ਤਾਂ ਇੱਕ ਇਨਸਾਨ ਬਣ ਕੇ ਆਏ ਸੀਗੇ। ਲੇਕਿਨ ਇੰਨੀ ਸਾਮਰਥ, ਇੰਨੀ ਸ਼ਕਤੀ, ਇੰਨੀ ਸਹਿਨਸ਼ੀਲਤਾ, ਔਰ ਉਸ ਤੋਂ ਬਾਅਦ ਇੰਨਾ ਪ੍ਰੇਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਇਆ ਕਿੱਥੋਂ? ਜਦ ਕਿ ਪ੍ਰਭੂ ਯਿਸੂ ਮਸੀਹ ਦੇ ਚੇਲੇ ਜੋ ਯਿਸੂ ਮਸੀਹ ਦੇ ਨਾਲ ਰਹਿੰਦੇ ਸੀਗੇ ਉਹ ਤਾਂ ਇਸ ਤਰ੍ਹਾਂ ਨਹੀਂ ਕਰਦੇ ਸੀਗੇ। ਜਦ ਕਿ ਚਮਤਕਾਰ ਤਾਂ ਉਹ ਵੀ ਕਰਦੇ ਸੀਗੇ, ਭੂਤਾਂ ਉਹ ਵੀ ਕੱਢਦੇ ਸੀਗੇ, ਪ੍ਰਾਰਥਨਾਵਾਂ ਤਾਂ ਉਹ ਵੀ ਕਰਦੇ ਸੀਗੇ, ਵਚਨ ਤਾਂ ਲੋਕਾਂ ਨੂੰ ਉਹ ਵੀ ਸਿਖਾਉਂਦੇ ਸੀਗੇ, ਗਵਾਹੀ ਤਾਂ ਉਹ ਵੀ ਲੋਕਾਂ ਨੂੰ ਦਿੰਦੇ ਸੀਗੇ। ਲੇਕਿਨ ਚੇਲਿਆਂ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਵਿੱਚ ਕਿੰਨਾ ਸਾਰਾ ਅੰਤਰ ਸੀਗਾ। ਲੇਕਿਨ ਯਿਸੂ ਮਸੀਹ ਨੇ ਇੰਨਾ ਸਹਿਨ ਕੀਤਾ, ਉਹਦਾ ਕਾਰਨ ਕੀ ਸੀਗਾ? ਉਹਦਾ ਕਾਰਨ ਇੱਕੋ ਹੀ ਸੀਗਾ, ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਾ ਇਹ ਮੱਤੀ ਉਹਦਾ 26 ਅਧਿਆਇ ਤਾਂ ਉਹਦਾ ਪੜੋ 26:38 ਤੋਂ ਪੜੋ। ਫਿਰ ਉਸਨੇ ਉਹਨਾਂ ਨੂੰ ਆਖਿਆ, ਮੇਰਾ ਜੀ ਬਹੁਤ ਉਦਾਸ ਹੈ, ਸਗੋਂ ਮਰਨ ਦੇ ਦਰਜੇ ਤੀਕਰ। ਤੁਸੀਂ ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ। ਹੁਣ ਦੇਖੋ ਇਹੋ ਜਿਹੀ ਗੱਲ ਹੈ ਕਿ ਜਦ ਪ੍ਰਭੂ ਯਿਸੂ ਮਸੀਹ ਬਾਗ ਗਤਸਮਨੀ ਦੇ ਵਿੱਚ ਪ੍ਰਾਰਥਨਾ ਕਰਨ ਲਈ ਗਏ ਸੀਗੇ, ਅੱਜ ਇੱਥੋਂ ਪ੍ਰਭੂ ਯਿਸੂ ਮਸੀਹ ਫੜਾਇਆ ਜਾਣਾ ਸੀਗਾ, ਰਾਤ ਨੂੰ ਆਏ ਉੱਥੇ ਆਪਣੇ ਚੇਲਿਆਂ ਦੇ ਨਾਲ, ਔਰ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਆਪਣੇ ਚੇਲਿਆਂ ਨੂੰ? ਕਿ ਤੁਸੀਂ ਇੱਥੇ ਬੈਠੋ, ਮੈਂ ਅੱਗੇ ਜਾ ਕੇ ਆਉਣਾ ਗਾ।
ਹੁਣ ਯਿਸੂ ਮਸੀਹ ਅੱਗੇ ਗਏ, ਕਾਹਦੇ ਲਈ ਗਏ ਸੀਗੇ? ਉਹ ਤਾਂ ਪ੍ਰਾਰਥਨਾ ਕਰਨ ਦੇ ਲਈ ਗਏ ਸੀਗੇ। ਲੇਕਿਨ ਚੇਲਿਆਂ ਨੂੰ ਕੀ ਕਿਹਾ ਸੀਗਾ? ਤੁਸੀਂ ਇੱਥੇ ਬੈਠੋ, ਜਾਗਦੇ ਰਹੋ, ਮਤਲਬ ਪ੍ਰਾਰਥਨਾ ਕਰੋ। ਫਿਰ ਅੱਗੇ ਪਰ ਥੋੜਾ ਅੱਗੇ ਵੱਧ ਕੇ ਮੂੰਹ ਭਰਨੇ ਪੈ ਗਿਆ ਅਤੇ ਪ੍ਰਾਰਥਨਾ ਕਰਦਿਆਂ ਆਖਿਆ, ਹੇ ਪਿਤਾ, ਜੇ ਹੋ ਸਕੇ ਤਾਂ ਇਹ ਪਿਆਲਾ ਮੈਥੋਂ ਟਲ ਜਾਵੇ, ਪਰ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ, ਪਰ ਉਹ ਜੋ ਤੂੰ ਚਾਹੁੰਦਾ ਹੈ। ਪ੍ਰਭੂ ਯਿਸੂ ਮਸੀਹ ਨੇ ਕੀ ਕੀਤੀ? ਪ੍ਰਾਰਥਨਾ ਕੀਤੀ। ਕਿਹੜੀ ਚੀਜ਼ ਦੀ ਪ੍ਰਾਰਥਨਾ ਕੀਤੀ? ਕਿ ਪਿਤਾ, ਇਹ ਜੋ ਪਿਆਲਾ ਗਾ, ਮਤਲਬ ਜੋ ਦੁੱਖ ਦੀ ਘੜੀ ਆ, ਜੋ ਦੁੱਖ ਮੈਂ ਸਹਿਨ ਕਰਨਾ ਗਾ। ਹੁਣ ਯਿਸੂ ਮਸੀਹ ਚੰਗੀ ਤਰ੍ਹਾਂ ਜਾਣਦੇ ਸੀਗੇ, ਪ੍ਰਭੂ ਯਿਸੂ ਮਸੀਹ ਤਾਂ ਬਹੁਤ ਹੀ ਚੰਗੀ ਤਰ੍ਹਾਂ ਜਾਣਦੇ ਸੀ ਕਿ ਮੇਰਾ ਜੋ ਦੁੱਖ ਹੈ, ਮੇਰੇ ਉੱਪਰ ਜੋ ਕਸ਼ਟ ਹੈ, ਉਹ ਕਿੰਨਾ ਭਿਆਨਕ ਹੈ, ਉਹ ਕਿੰਨਾ ਦਰਦਨਾਕ ਹੈ। ਕਿਉਂਕਿ ਇੱਕ ਵਾਰ ਪ੍ਰਭੂ ਯਿਸੂ ਮਸੀਹ ਪਹਾੜ ਦੇ ਉੱਪਰ ਗਏ ਸੀਗੇ, ਔਰ ਯਿਸੂ ਮਸੀਹ ਦੇ ਨਾਲ ਉਹਦੇ ਚੇਲੇ ਸੀਗੇ, 3 ਚੇਲੇ। ਕੋਈ ਦੱਸ ਸਕਦਾ ਕੌਣ ਸੀ? ਹਾਂ, ਪਤਰਸ, ਯਾਕੂਬ ਤੇ ਯਹੂਨਾ। ਇਹ 3 ਚੇਲੇ ਦੇ ਨਾਲ ਚਲੇ ਗਏ। ਔਰ ਜਦ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰਨ ਦੇ ਲਈ ਗਏ ਨੇ, ਤਾਂ ਇਹ ਚੇਲੇ ਸੌਂ ਗਏ ਉੱਥੇ। ਔਰ ਮਿਲਣ ਲਈ ਕੌਣ ਆਇਆ? ਮੂਸਾ ਤੇ ਏਲੀਆ। ਔਰ ਉਹਨਾਂ ਨੇ ਆ ਕੇ ਇਹੀ ਗੱਲਾਂ ਕੀਤੀਆਂ। ਕਿਹੜੀਆਂ? ਪ੍ਰਭੂ ਯਿਸੂ ਮਸੀਹ ਦੀ ਮੌਤ ਬਾਰੇ। ਮਤਲਬ ਯਿਸੂ ਮਸੀਹ ਆਪਣੀ ਮੌਤ ਬਾਰੇ ਚੰਗੀ ਤਰ੍ਹਾਂ ਜਾਣਦੇ ਸੀਗੇ। ਇਸੇ ਲਈ ਗਤਸਮਨੀ ਦੇ ਵਿੱਚ ਉਹ ਪ੍ਰਾਰਥਨਾ ਕਰ ਰਹੇ ਨੇ ਕਿ ਪਿਤਾ, ਹੋ ਸਕੇ ਤਾਂ ਪਿਆਲਾ ਮੇਰੇ ਤੋਂ ਟਲ ਜਾਏ, ਲੇਕਿਨ ਮੇਰੀ ਮਰਜ਼ੀ ਨਹੀਂ, ਤੁਹਾਡੀ ਮਰਜ਼ੀ ਪੂਰੀ ਹੋਵੇ। ਫਿਰ ਜਦ ਇਹ ਗੱਲ ਕਹੀ, ਫਿਰ 40 ਅਤੇ ਚੇਲਿਆਂ ਦੇ ਕੋਲ ਆਣ ਕੇ ਉਹਨਾਂ ਨੂੰ ਸੁੱਤੇ ਹੋਏ ਵੇਖਿਆ ਤੇ ਪਤਰਸ ਨੂੰ ਆਖਿਆ, ਇਹ ਕੀ ਤੁਹਾਥੋਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਹੋਇਆ? ਦੇਖੋ, ਪ੍ਰਭੂ ਯਿਸੂ ਮਸੀਹ ਆਏ, ਵਾਪਸ ਆਏ ਪ੍ਰਾਰਥਨਾ ਕਰਕੇ। ਹਰ ਕੀ ਕਿਹਾ ਕਿ ਚੇਲਿਆਂ ਨੂੰ ਦੇਖਿਆ ਸੁੱਤੇ ਪਿਆ ਦੇਖਿਆ। ਜਦ ਤੱਕ ਪ੍ਰਭੂ ਯਿਸੂ ਮਸੀਹ ਕੀ ਕਹਿ ਗਏ ਸੀਗੇ ਕਿ ਤੁਸੀਂ ਪ੍ਰਾਰਥਨਾ ਕਰੋ। ਔਰ ਪ੍ਰਾਰਥਨਾ ਕਿਹਦੇ ਲਈ ਕਰੋ? ਸਹੀ ਦੇ ਵਿੱਚ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਇਹੀ ਕਹਿੰਦੇ ਸੀ, ਤੁਸੀਂ ਮੇਰੇ ਲਈ ਕਰੋ ਪ੍ਰਾਰਥਨਾ। ਪ੍ਰਾਰਥਨਾ ਮੇਰੇ ਲਈ ਕਿਉਂ ਕਰੋ? ਕਿਉਂਕਿ ਜੋ ਮੇਰਾ ਦੁੱਖ ਹੈ, ਜੋ ਮੇਰੇ ਉੱਪਰ ਕਸ਼ਟ ਹੈ, ਉਹ ਬਹੁਤ ਹੀ ਭਿਆਨਕ ਹੈ। ਉਹ ਬਹੁਤ ਹੀ ਭਿਆਨਕ ਹੈ। ਮਤਲਬ ਉਹ ਕਸ਼ਟ ਦੇ ਵਿੱਚ ਕਿਤੇ ਮੈਂ ਡਗਮਗਾਣਾ ਜਾਵਾਂ, ਕਿਤੇ ਮੈਂ ਉਸ ਚੀਜ਼ ਨੂੰ ਮਨਾ ਨਾ ਕਰ ਦੇਵਾਂ। ਲੇਕਿਨ ਜਦ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਦੇਖਿਆ ਤਾਂ ਕੀ ਕਿਹਾ ਕਿ ਤੁਹਾਡੇ ਕੋਲ ਇੱਕ ਘੜੀ ਨਾ ਜਾਗ ਹੋਇਆ। ਮਤਲਬ ਮੈਂ ਤੁਹਾਨੂੰ ਕਦੇ ਕੁਝ ਕਿਹਾ ਹੀ ਨਹੀਂ, ਲੇਕਿਨ ਮੈਂ ਅੱਜ ਤੁਹਾਨੂੰ ਕਿਹਾ ਸੀਗਾ ਵੀ ਅੱਜ ਤੁਸੀਂ ਮੇਰੇ ਲਈ ਪ੍ਰਾਰਥਨਾ ਕਰੋ, ਲੇਕਿਨ ਤੁਹਾਡੇ ਕੋਲ ਅੱਜ ਪ੍ਰਾਰਥਨਾ ਨਹੀਂ ਹੋਈ ਮੇਰੇ ਲਈ। ਫਿਰ ਜਾਗੋ ਅਤੇ ਪ੍ਰਾਰਥਨਾ ਕਰੋ, ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ। ਮਤਲਬ ਦੇਖੋ, ਪ੍ਰਭੂ ਯਿਸੂ ਮਸੀਹ ਨੇ ਗੱਲ ਕਹੀ ਵੀ ਤੁਸੀਂ ਪਰਤਾਵੇ ਵਿੱਚ ਨਾ ਪਾਓ, ਕਿਉਂਕਿ ਪ੍ਰਭੂ ਯਿਸੂ ਮਸੀਹ ਜਾਣਦੇ ਸੀਗੇ, ਕਿਉਂਕਿ ਵਚਨ ਦੇ ਵਿੱਚ ਲਿਖਿਆ ਸੀਗਾ ਕਿ ਜਦੋਂ ਯਿਸੂ ਮਸੀਹ ਪਕੜਵਾਏ ਜਾਣਗੇ ਤਾਂ ਚੇਲੇ ਕੀ ਹੈ, ਉਹਦਾ ਮਤਲਬ ਯਿਸੂ ਮਸੀਹ ਨੂੰ ਛੱਡ ਕੇ ਭੱਜ ਜਾਣਗੇ। ਮਤਲਬ ਪ੍ਰਭੂ ਯਿਸੂ ਮਸੀਹ ਚਾਹੁੰਦੇ ਸੀਗੇ ਕਿ ਮੇਰੇ ਚੇਲੇ ਕੀ ਕਰਨ? ਮੇਰੇ ਲਈ ਪ੍ਰਾਰਥਨਾ ਕਰਨ। ਮੇਰੇ ਚੇਲੇ ਮੇਰੇ ਲਈ ਕੀ ਕਰਨ? ਪ੍ਰਾਰਥਨਾ ਕਰਨ। ਹੁਣ ਦੇਖੋ ਪ੍ਰਭੂ ਯਿਸੂ ਮਸੀਹ ਕੀ ਕਰਦੇ ਸੀਗੇ? ਉਹਨਾਂ ਦਾ ਕੰਮ ਸੀਗਾ ਜੋ ਮੇਨ ਕੰਮ ਉਹਨਾਂ ਦਾ ਇਹੀ ਸੀਗਾ ਕਿ ਦਿਨੇ ਲੋਕਾਂ ਵਿੱਚ ਪ੍ਰਚਾਰ ਕਰਦੇ ਸੀਗੇ, ਦਿਨੇ ਬਿਮਾਰ ਲੋਕਾਂ ਨੂੰ ਚੰਗਾ ਕਰਦੇ ਸੀਗੇ। ਮਤਲਬ ਜਿਹਨੂੰ ਜੋ ਸਮੱਸਿਆ ਸੀ, ਪ੍ਰਭੂ ਯਿਸੂ ਮਸੀਹ ਉਹਦੀ ਸਮੱਸਿਆ ਦਾ ਹੱਲ ਕਰਦੇ ਸੀਗੇ ਦਿਨੇ। ਮਤਲਬ ਸਾਰਾ ਦਿਨ ਪ੍ਰਭੂ ਯਿਸੂ ਮਸੀਹ ਇਹੀ ਕੰਮ ਕਰਦੇ ਸੀਗੇ। ਫਿਰ ਉਸ ਤੋਂ ਬਾਅਦ ਰਾਤ ਨੂੰ ਕੀ ਕਰਦੇ ਸੀ ਪ੍ਰਭੂ ਯਿਸੂ ਮਸੀਹ? ਪਹਾੜ ਦੇ ਉੱਪਰ ਚਲੇ ਜਾਂਦੇ ਸੀਗੇ, ਔਰ ਉੱਥੇ ਜਾ ਕੇ ਕਰਦੇ ਸੀਗੇ? ਉਹ ਪ੍ਰਾਰਥਨਾ ਕਰਦੇ ਸੀਗੇ। ਔਰ ਸ਼ੁਰੂਆਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਜਦ ਬਪਤਿਸਮਾ ਲਿਆ ਗਾ, ਮਤਲਬ ਤੇ ਪਵਿੱਤਰ ਆਤਮਾ ਦੁਆਰਾ ਉਹਨਾਂ ਦਾ ਅਭਿਸ਼ੇਕ ਹੋਇਆ ਗਾ, ਉਸ ਤੋਂ ਬਾਅਦ ਜਦ ਪ੍ਰਭੂ ਯਿਸੂ ਮਸੀਹ ਉਜਾੜ ਵਿੱਚ ਚਲੇ ਗਏ, ਔਰ ਉਹਨਾਂ ਨੇ ਜੋ ਵਰਤ ਰੱਖਿਆ, ਇੱਕ ਵਰਤ ਰੱਖਿਆ ਉਹਨਾਂ ਦਾ ਜੋ 40 ਦਿਨ ਤੱਕ ਚੱਲਿਆ। ਇੱਕ ਵਰਤ 40 ਦਿਨ 40 ਰਾਤ ਚੱਲਿਆ ਉਹਨਾਂ ਦਾ। ਆਹ ਦੇਖੋ, ਉਸ ਵਰਤ ਦੇ ਦੌਰਾਨ ਪ੍ਰਭੂ ਯਿਸੂ ਮਸੀਹ ਨੇ ਕਿੰਨੀ ਪ੍ਰਾਰਥਨਾ ਕੀਤੀ। ਇਹਦਾ ਮਤਲਬ ਕਿ ਪ੍ਰਭੂ ਯਿਸੂ ਮਸੀਹ ਜੋ ਪ੍ਰਾਰਥਨਾ ਕਰਦੇ ਸੀਗੇ, ਉਹਦਾ ਕਾਰਨ ਕੀ ਸੀਗਾ? ਉਹਦਾ ਕਾਰਨ ਤਾਂ ਇਹੀ ਸੀਗਾ ਕਿ ਪ੍ਰਭੂ ਯਿਸੂ ਮਸੀਹ ਜਾਣਦੇ ਸੀਗੇ ਕਿ ਜੋ ਘੜੀ ਹੈ, ਜੋ ਸਮਾਂ ਗਾ, ਉਹ ਮੇਰੇ ਉੱਪਰ ਜੋ ਘੜੀ ਆ ਰਹੀ ਹੈ, ਜੋ ਮੇਰੇ ਉੱਪਰ ਸਮਾਂ ਆਉਣਾ ਗਾ, ਉਹ ਬਹੁਤ ਹੀ ਭਿਆਨਕ ਹੈ, ਬਹੁਤ ਹੀ ਡਾਢਾ ਗਾ। ਇਹਦਾ ਮਤਲਬ ਕਿ ਜੋ ਸਮਾਂ ਸੀਗਾ, ਜੋ ਘੜੀ ਸੀ, ਉਹਦੀ ਤਿਆਰੀ ਪ੍ਰਭੂ ਯਿਸੂ ਮਸੀਹ ਪਹਿਲਾਂ ਕਰਦੇ ਰਹੇ। ਹਾਲੇਲੂਇਆ, ਹਾਲੇਲੂਇਆ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਕਿਉਂਕਿ ਸਾਡੇ ਪਰਮੇਸ਼ਵਰ ਅੱਜ ਸਾਨੂੰ ਕੁਝ ਸਿਖਾਉਣ ਦੇ ਲਈ ਜਾ ਰਹੇ ਨੇ। ਕਿ ਮਤਲਬ ਪ੍ਰਭੂ ਯਿਸੂ ਮਸੀਹ ਚੰਗੀ ਤਰ੍ਹਾਂ ਜਾਣਦੇ ਸੀਗੇ ਕਿ ਮੈਂ ਧਰਤੀ ਉੱਪਰ ਆਇਆਗਾ, ਮੈਂ ਕਦ ਲਈ ਆਇਆਗਾ? ਮੈਂ ਤਾਂ ਮਰਨ ਦੇ ਲਈ ਆਇਆਗਾ। ਇਸ ਲਈ ਪ੍ਰਭੂ ਯਿਸੂ ਮਸੀਹ ਨੇ ਕਦੇ ਵੀ ਕਿਸੇ ਵੀ ਤਰ੍ਹਾਂ ਨਾਲ ਏਦਾਂ ਨਹੀਂ ਕਰਿਆ ਕਿ ਉਹਨਾਂ ਨੇ ਕੁਛ ਇਸ ਗੱਲ ਨੂੰ ਛੱਡ ਦਿੱਤਾ ਹੋਵੇ ਵੀ ਜਦੋਂ ਹੁਣ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਹੈ, ਮੈਂ ਤਾਂ ਪਵਿੱਤਰ ਆਤਮਾ ਪਾ ਚੁੱਕਿਆਗਾ, ਮੈਂ ਤਾਂ ਬਿਮਾਰ ਚੰਗੇ ਕਰਨ ਲੱਗ ਗਿਆ, ਮੇਰੇ ਦੁਆਰਾ ਬਹੁਤ ਵੱਡੇ ਵੱਡੇ ਕੰਮ ਹੋਣ ਲੱਗ ਗਏ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਪ੍ਰਾਰਥਨਾ ਨਹੀਂ ਛੱਡੀ। ਲੇਕਿਨ ਪ੍ਰਭੂ ਯਿਸੂ ਮਸੀਹ ਉਹਦਾ ਪ੍ਰਾਰਥਨਾ ਕਰਦੇ ਰਹੇ, ਆਪਣੇ ਵਾਸਤੇ ਪ੍ਰਾਰਥਨਾ ਕਰਦੇ ਰਹੇ, ਆਪਣੇ ਚੇਲਿਆਂ ਨੂੰ ਵੀ ਕਹਿੰਦੇ ਮੇਰੇ ਵਾਸਤੇ ਪ੍ਰਾਰਥਨਾ ਕਰੋ। ਮਤਲਬ ਕਿ ਪ੍ਰਭੂ ਯਿਸੂ ਮਸੀਹ ਲਗਾਤਾਰ ਪ੍ਰਾਰਥਨਾ ਕਰਦੇ ਰਹੇ। ਮਤਲਬ ਜਿੰਨਾ ਚਿਰ ਧਰਤੀ ਉੱਪਰ ਰਹੇ ਉਹ 3.5 ਸਾਲ ਤੱਕ, ਮਤਲਬ 30 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਬਪਤਿਸਮਾ ਹੋਇਆ। ਉਸ ਤੋਂ ਬਾਅਦ 3.5 ਸਾਲ ਤੱਕ ਮਤਲਬ ਲਗਾਤਾਰ ਹੀ ਉਹ ਤਾਂ ਕੀ ਹੈ
परमेश्वर ਵਿੱਚ ਬਣੇ ਰਹੇ ਔਰ ਲਗਾਤਾਰ ਹੀ ਪ੍ਰਾਰਥਨਾ ਕਰਦੇ ਰਹੇ। ਕਿਹੜੀ ਚੀਜ਼ ਦੇ ਲਈ? ਕਿਉਂਕਿ ਮੈਂ ਮਰਨਾ ਗਾ, ਮੈਂ ਜਗਤ ਲਈ ਜਾਣ ਦੇਣੀ ਹੈ। ਕਿਤੇ ਮੈਂ ਉਸ ਦੁੱਖ ਨੂੰ ਦੇਖ ਕੇ, ਕਿਤੇ ਮੈਂ ਉਸ ਪਿਆਲੇ ਨੂੰ ਦੇਖ ਕੇ ਮੈਂ ਘਬਰਾ ਨਾ ਜਾਵਾਂ ਔਰ ਮੈਂ ਹੋ ਸਕੇ ਡਗਮਗਾ ਨਾ ਜਾਵਾਂ। ਇਸ ਲਈ ਪ੍ਰਭੂ ਯਿਸੂ ਮਸੀਹ ਕੀ ਕਰਦੇ ਰਹੇ? ਲਗਾਤਾਰ ਹੀ ਪ੍ਰਾਰਥਨਾ ਕਰਦੇ ਰਹੇ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹ ਜਾਣਦੇ ਸੀਗੇ ਕਿ ਜੋ ਮੇਰੇ ਉੱਪਰ ਇਹ ਕਸ਼ਟ ਪੈਣਾ ਗਾ, ਇਹ ਕਸ਼ਟ ਬਹੁਤ ਹੀ ਡਾਢਾ ਗਾ। ਅਗਰ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਬਣ ਕੇ ਆਉਂਦੇ ਤਾਂ ਸਹੀ ਦੇ ਵਿੱਚ ਉਹਨਾਂ ਨੂੰ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਸੀ। ਲੇਕਿਨ ਦੇਖੋ, ਸਭ ਤੋਂ ਜ਼ਿਆਦਾ ਅਗਰ ਪਵਿੱਤਰ ਆਤਮਾ ਗਾ, ਉਹ ਕਿਹਦੇ ਵਿੱਚ ਹੈ? ਉਹ ਤਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ। ਲੇਕਿਨ ਪ੍ਰਾਰਥਨਾ ਪਵਿੱਤਰ ਆਤਮਾ ਇੰਨਾ ਹੋਣ ਦੇ ਬਾਅਦ ਵੀ ਪ੍ਰਭੂ ਯਿਸੂ ਮਸੀਹ ਕੀ ਕਰਦੇ ਰਹੇ? ਇੰਨੀ ਪ੍ਰਾਰਥਨਾ ਕਰਦੇ ਰਹੇ, ਇੰਨੀ ਜ਼ਿਆਦਾ ਪ੍ਰਾਰਥਨਾ ਕੀਤੀ। ਉਹਦਾ ਕਾਰਨ ਕੀ ਸੀਗਾ? ਕਿਉਂਕਿ ਬਾਈਬਲ ਦੇ ਵਿੱਚ ਲਿਖਿਆ ਗਾ, ਇਬਰਾਨੀਆਂ ਉਹਦਾ 5 ਅਧਿਆਇ ਉਹਦਾ 7 ਵਚਨ ਪੜ੍ਹੋ। ਉਹਨੇ 19 ਦਿਨੀ ਜਦੋਂ ਦੇਹਧਾਰੀ ਹੋਈ ਸੀ, ਬਹੁਤ ਟਾਹਾਂ ਮਾਰ ਕੇ ਅਤੇ ਅੰਜੂ ਕੇਰ ਕੇ ਉਸਦੇ ਅੱਗੇ ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀਆਂ ਤੇ ਮਿੰਨਤਾਂ ਕੀਤੀਆਂ ਅਤੇ ਪਰਮੇਸ਼ਰ ਦਾ ਭੈ ਰੱਖਣ ਦੇ ਕਾਰਨ ਉਹਦੀ ਸੁਣੀ ਗਈ। ਸਾਰੇ ਬੋਲੋ ਹਾਲੇਲੂਇਆ, 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 ਹਾਲੇਲੂਇਆ। ਦੇਖੋ ਪ੍ਰਭੂ ਯਿਸੂ ਮਸੀਹ ਬਾਰੇ ਲਿਖਿਆ ਹੈਗਾ ਕਿ ਇੱਕ ਵਾਰ ਫਿਰ ਪੜੋ, ਸ਼ਾਂਤੀ ਨਾਲ ਪੜੋ ਹਨਾ, ਇੱਕ ਇੱਕ ਸ਼ਬਦ। ਉਹਨੇ 19 ਦਿਨੀ, ਹੁਣ ਦੇਖੋ ਯਿਸੂ ਮਸੀਹ ਬਾਰੇ ਲਿਖਿਆ ਹੈਗਾ, ਉਹਨੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਦੇਹਧਾਰੀ ਹੋਈ, ਮਤਲਬ ਜਦ ਪ੍ਰਭੂ ਯਿਸੂ ਮਸੀਹ ਨੇ ਦੇਹ ਧਾਰ ਕੇ ਆਏ ਸੀਗੇ, ਫਿਰ ਬਹੁਤ ਟਾਹਾਂ ਮਤਲਬ ਟਾਹਾਂ ਮਾਰ ਕੇ, ਟਾਹਾਂ ਸਮਝਦੇ ਹੋ ਨਾ, ਜਿਹਨੂੰ ਕਹਿੰਦੇ ਕੂਕਾਂ ਮਾਰ ਕੇ, ਪੰਜਾਬੀ ਵਿੱਚ ਕੂਕਾਂ ਮਾਰ ਕੇ, ਟਾਹਾਂ ਮਾਰ ਕੇ ਅਤੇ ਅੰਜੂ ਕੇਰ ਕੇ ਅਥਰੂ ਅੱਖਾਂ ਵਿੱਚ ਸੁੱਟ ਕੇ ਪ੍ਰਭੂ ਯਿਸੂ ਮਸੀਹ ਨੇ ਰੋ ਕੇ ਉਸਦੇ ਅੱਗੇ ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ, ਉਸਦੇ ਅੱਗੇ ਮਤਲਬ ਜਿਹੜਾ ਉਸਨੂੰ ਮੌਤ ਤੋਂ ਬਚਾ ਸਕਦਾ ਸੀਗਾ। ਠੀਕ ਹੈ ਜੀ। ਬੇਨਤੀ ਮਤਲਬ ਪ੍ਰਾਰਥਨਾ। ਇਹਦਾ ਮਤਲਬ ਕੀ ਲਿਖਿਆਗਾ ਕਿ ਉਹਨੇ ਉਹਨਾਂ ਦਿਨਾਂ ਦੇ ਵਿੱਚ ਜਦ ਦੇਹ ਧਾਰੀ ਹੋਈ ਸੀਗੀ, ਦੇਹ ਧਾਰ ਕੇ ਪ੍ਰਭੂ ਯਿਸੂ ਮਸੀਹ ਕਦ ਆਏ ਸੀਗੇ? ਜਦ ਇਸ ਧਰਤੀ ਉੱਪਰ ਸੀਗੇ। ਫਿਰ ਦੇਹ ਧਾਰੀ ਹੋਈ ਸੀ, ਬਹੁਤ ਟਾਹਾਂ ਮਾਰ ਕੇ, ਮਤਲਬ ਕੂਕਾਂ ਮਾਰ ਕੇ, ਮਤਲਬ ਟਾਹਾਂ ਮਾਰ ਕੇ ਕੀ ਕੀਤਾ? ਹੰਝੂ ਕੇਰ ਕੇ ਉਸਦੇ ਅੱਗੇ ਜਿਹੜਾ ਉਸਨੂੰ ਮੌਤ ਤੋਂ ਬਚਾ ਸਕਦਾ ਸੀਗਾ, ਮਤਲਬ ਪਰਮੇਸ਼ਵਰ, ਮਤਲਬ ਪਿਤਾ ਉਸਨੂੰ ਕੀ ਕਰਦਾ? ਮੌਤ ਤੋਂ ਬਚਾ ਸਕਦਾ ਸੀਗਾ। ਕੀ ਕੀਤੀ? ਬੇਨਤੀਆਂ ਮਿੰਨਤਾਂ ਕੀਤੀਆਂ, ਮਤਲਬ ਪ੍ਰਾਰਥਨਾਵਾਂ ਕੀਤੀਆਂ। ਹੇ ਪਰਮੇਸ਼ਵਰ, ਹੇ ਪਿਤਾ, ਮੇਰੀ ਪ੍ਰਾਰਥਨਾ ਸੁਣੋ। ਫਿਰ ਕੀ ਲਿਖਿਆ ਗਿਆ? ਅਤੇ ਪਰਮੇਸ਼ਵਰ ਦਾ ਭੈ ਰੱਖਣ ਦੇ, ਮਤਲਬ ਪ੍ਰਾਰਥਨਾ ਵੀ ਸੀ ਔਰ ਪਰਮੇਸ਼ਵਰ ਦਾ ਡਰ ਵੀ ਸੀਗਾ। ਫਿਰ ਭੈ ਰੱਖਣ ਦੇ ਕਾਰਨ ਉਹਦੀ ਸੁਣੀ ਗਈ, ਮਤਲਬ ਪਰਮੇਸ਼ਵਰ ਕੇ ਪ੍ਰਾਰਥਨਾ ਵੀ ਕਰਦੇ ਸੀਗੇ। ਪਰਮੇਸ਼ਵਰ, ਜੋ ਦੁੱਖ ਮੇਰੇ ਉੱਪਰ ਆ ਰਿਹਾ ਗਾ, ਜੋ ਕਸ਼ਟ ਮੇਰੇ ਉੱਪਰ ਆ ਰਿਹਾ ਗਾ, ਮੈਂ ਉਸਦੇ ਵਿੱਚ ਬਣਿਆ ਰਵਾਂ, ਮੈਂ ਉਹਦੇ ਵਿੱਚ ਖੜਾ ਰਵਾਂ, ਮੇਰੇ ਪੈਰ ਨਾ ਡਗਮਗਾਉਣ। ਇਹਦੇ ਲਈ ਪ੍ਰਭੂ ਯਿਸੂ ਮਸੀਹ ਰੋ ਕੇ ਪ੍ਰਾਰਥਨਾ ਕਰਦੇ ਸੀਗੇ। ਪ੍ਰਭੂ ਯਿਸੂ ਮਸੀਹ ਟਾਹਾਂ ਮਾਰ ਕੇ ਪ੍ਰਾਰਥਨਾ ਕਰਦੇ ਸੀਗੇ ਔਰ ਪਰਮੇਸ਼ਵਰ ਦਾ ਡਰ ਰੱਖ ਕੇ ਪ੍ਰਾਰਥਨਾ ਕਰਦੇ ਸੀਗੇ। ਔਰ ਇੰਨਾ ਸਭ ਕੁਝ ਕਰਨ ਦੇ ਨਾਲ ਪ੍ਰਭੂ ਯਿਸੂ ਮਸੀਹ ਦੀ ਪ੍ਰਾਰਥਨਾ ਸੁਣੀ ਗਈ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਦੀ ਪ੍ਰਾਰਥਨਾ ਉਦੋਂ ਸੁਣੀ ਗਈ ਕਿ ਜਦ ਪ੍ਰਭੂ ਯਿਸੂ ਮਸੀਹ ਹੰਝੂ ਕੇਰ ਕੇ, ਰੋ ਕੇ, ਟਾਹਾਂ ਮਾਰ ਕੇ, ਪਰਮੇਸ਼ਵਰ ਦਾ ਭੈ ਰੱਖ ਕੇ ਪ੍ਰਾਰਥਨਾ ਕੀਤੀ, ਤਾਂ ਉਹਨਾਂ ਦੀ ਪ੍ਰਾਰਥਨਾ ਸੁਣੀ ਗਈ। ਫਿਰ ਅਤੇ ਉਹ ਭਾਵੇਂ ਪੁੱਤਰ ਸੀ, ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ। ਦੇਖੋ, ਚਾਹੇ ਉਹ ਪੁੱਤਰ ਬਣ ਕੇ ਆਏ, ਚਾਹੇ ਉਹ ਪੁੱਤਰ ਸੀ, ਲੇਕਿਨ ਜਿਹੜੇ ਦੁੱਖ ਭੋਗੇ ਉਹਨਾਂ ਦਾ ਕੀ ਸਿੱਖੀ? ਉਸਨੇ ਆਗਿਆਕਾਰੀ ਸਿੱਖੀ। ਹੁਣ ਦੇਖੋ, ਜਿੰਨਾ ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਦੇ ਅੰਦਰ ਸੀਗਾ, ਕਿ ਅੱਜ ਇਸ ਧਰਤੀ ਉੱਪਰ ਕਿਸੇ ਇਨਸਾਨ ਦੇ ਵਿੱਚ ਇੰਨਾ ਪਵਿੱਤਰ ਆਤਮਾ ਹੈ? ਇੰਨਾ ਪਵਿੱਤਰ ਆਤਮਾ ਤਾਂ ਕਿਸੇ ਦੇ ਵਿੱਚ ਵੀ ਨਹੀਂ ਹੈ। ਜਿੰਨੀ ਪਵਿੱਤਰਤਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੀ, ਕਿ ਕਿਸੇ ਇਨਸਾਨ ਦੇ ਵਿੱਚ ਇੰਨੀ ਪਵਿੱਤਰਤਾ ਹੀ ਹੈ? ਜਿੰਨੀ ਸਹਿਨਸ਼ੀਲਤਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੀ, ਕਿ ਅੱਜ ਕਿਸੇ ਇਨਸਾਨ ਦੇ ਵਿੱਚ ਇੰਨੀ ਸਹਿਨਸ਼ੀਲਤਾ ਹੈ? ਇਹਦਾ ਮਤਲਬ ਕਿ ਜਿੰਨਾ ਜ਼ਿਆਦਾ ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੀਗਾ, ਉਹ ਤਾਂ ਕਿਸੇ ਵੀ ਇਨਸਾਨ ਦੇ ਵਿੱਚ ਨਹੀਂ। ਲੇਕਿਨ ਇੰਨਾ ਪਵਿੱਤਰ ਆਤਮਾ ਹੋਣ ਦੇ ਬਾਅਦ ਵੀ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ? ਬੇਨਤੀਆਂ ਕੀਤੀਆਂ, ਪ੍ਰਾਰਥਨਾਵਾਂ ਕੀਤੀਆਂ, ਹੰਝੂ ਕੇਰ ਕੇ, ਭੁੱਬਾਂ ਮਾਰ ਕੇ, ਰੋ ਕੇ ਪ੍ਰਾਰਥਨਾ ਕੀਤੀ। ਹੇ ਪਿਤਾ, ਹੇ ਪਰਮੇਸ਼ਵਰ, ਮੇਰੇ ਉੱਪਰ ਡਾਢਾ ਦੁੱਖ ਆਉਣ ਵਾਲਾ ਗਾ। ਹੇ ਪਿਤਾ, ਜੋ ਮੇਰੇ ਉੱਪਰ ਕਸ਼ਟ ਆਉਣ ਵਾਲਾ ਗਾ, ਉਹ ਤਾਂ ਬਹੁਤ ਹੀ ਭਿਆਨਕ ਹੈ। ਮੈਂ ਉਹਨੂੰ ਕਿਵੇਂ ਸਹਿਣ ਕਰਾਂ? ਮੈਨੂੰ ਉਹਦੇ ਲਈ ਸ਼ਕਤੀ ਦਿਓ, ਮੈਨੂੰ ਉਹਦੇ ਲਈ ਸਾਮਰਥ ਦਿਓ, ਮੈਨੂੰ ਪਵਿੱਤਰ ਆਤਮਾ ਦੀ ਸਹਾਇਤਾ ਦਿਓ। ਮਤਲਬ ਇਹ ਸਾਰੀਆਂ ਪ੍ਰਾਰਥਨਾਵਾਂ ਪ੍ਰਭੂ ਯਿਸੂ ਮਸੀਹ ਕਰਦੇ ਰਹੇ।
और जब प्रार्थना करी ਤਾਂ ਬਾਈਬਲ ਦੇ ਵਿੱਚ ਕੀ ਲਿਖਿਆ ਹੈਗਾ ਕਿ ਪਰਮੇਸ਼ਵਰ ਦਾ ਭੈ ਕਰ ਰੱਖਣ ਦੇ ਕਾਰਨ, ਪ੍ਰਾਰਥਨਾਵਾਂ ਦੇ ਕਾਰਨ, ਹੰਝੂ ਕੇਰਨ ਦੇ ਕਾਰਨ, ਭੁੱਬਾਂ ਮਾਰਨ ਦੇ ਕਾਰਨ ਕੀ ਹੋਇਆ? ਪ੍ਰਭੂ ਯਿਸੂ ਮਸੀਹ ਦੀ ਸੁਣੀ ਗਈ, ਔਰ ਸੁਣੀ ਗਈ ਤਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਫਲ ਵੀ ਹੋ ਗਏ। ਇਹਦਾ ਮਤਲਬ ਇਹ ਸਾਰਾ ਕੰਮ ਪ੍ਰਭੂ ਯਿਸੂ ਮਸੀਹ ਨੇ ਕਦੋਂ ਕੀਤਾ ਸੀਗਾ? ਜਦ ਉਹਨਾਂ ਨੇ ਸੇਵਾ ਸ਼ੁਰੂ ਕੀਤੀ। ਸੇਵਾ ਸ਼ੁਰੂ ਕੀਤੀ ਮਤਲਬ 3.5 ਸਾਲ ਲਗਾਤਾਰ ਇਹੀ ਕੰਮ ਕਰਦੇ ਰਹੇ ਪ੍ਰਭੂ ਯਿਸੂ ਮਸੀਹ। ਪ੍ਰਭੂ ਯਿਸੂ ਮਸੀਹ 3.5 ਸਾਲ ਇਹੀ ਕੰਮ ਕਰਦੇ ਰਹੇ। ਦੇਖਿਆ ਜਾਵੇ ਪ੍ਰਭੂ ਯਿਸੂ ਮਸੀਹ ਨੇ ਕਦੇ ਵੀ ਕਿਤੇ ਸਮਾਂ ਖਰਾਬ ਨਹੀਂ ਕੀਤਾ, ਲੇਕਿਨ ਜਿੱਥੇ ਸਮਾਂ ਮਿਲਦਾ ਸੀਗਾ ਪਰਮੇਸ਼ਵਰ ਦੇ ਵਚਨ ਦੇ ਵਿੱਚ, ਪਰਮੇਸ਼ਵਰ ਦੇ ਕੰਮ ਦੇ ਵਿੱਚ। ਔਰ ਸਮਾਂ ਬਚਿਆ, ਚੇਲੇ ਸੌ ਜਾਂਦੇ ਸੀਗੇ, ਪ੍ਰਭੂ ਯਿਸੂ ਮਸੀਹ ਉਹਦਾ ਪ੍ਰਾਰਥਨਾ ਕਰਦੇ ਸੀਗੇ। ਕਿਹਦੇ ਲਈ? ਆਪਣੇ ਲਈ ਪ੍ਰਾਰਥਨਾ ਕਰਦੇ ਸੀਗੇ। ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ। ਹਾਲੇਲੂਇਆ, ਹਾਲੇਲੂਇਆ। ਆਪਣੇ ਲਈ ਪ੍ਰਾਰਥਨਾ ਕਰਦੇ ਸੀਗੇ। ਔਰ ਸਹੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਤੋਂ ਇਹੀ ਚਾਹੁੰਦੇ ਸੀਗੇ ਕਿ ਮੇਰੇ ਚੇਲੇ ਮੇਰੇ ਲਈ ਪ੍ਰਾਰਥਨਾ ਕਰਨ। ਹੁਣ ਸੋਚਣ ਵਾਲੀ ਗੱਲ ਹੈ, ਦੇਖਣ ਵਾਲੀ ਗੱਲ ਹੈ ਕਿ ਜਿਹੜੀ ਗੱਲ ਮਤਲਬ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਤੋਂ ਚਾਹੁੰਦੇ ਸੀਗੇ, ਔਰ ਜਿਹੜੀ ਗੱਲ ਚੇਲੇ ਵੀ ਦੇਖਦੇ ਸੀ ਪ੍ਰਭੂ ਯਿਸੂ ਮਸੀਹ ਸਾਡਾ ਸਾਰੀ ਰਾਤ ਸੁਣਦਾ ਹੀ ਨਹੀਂ, ਉਹਦਾ ਸਾਰੀ ਰਾਤ ਪ੍ਰਾਰਥਨਾ ਕਰਦਾ ਗਾ। ਉਹ ਸਾਰੀ ਰਾਤ ਪ੍ਰਾਰਥਨਾ ਕਰਦੇ ਨੇ, ਲੇਕਿਨ ਸਹੀ ਦੇ ਵਿੱਚ ਚੇਲਿਆਂ ਨੇ ਕਦੇ ਵੀ ਇਹ ਕੰਮ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਅਸੀਂ ਪ੍ਰਾਰਥਨਾ ਕਰੀਏ ਜਾਂ ਅਸੀਂ ਮਤਲਬ ਇਹ ਚੀਜ਼ ਦੇ ਵਿੱਚ ਹਿੱਸਾ ਰੱਖੀਏ। ਲੇਕਿਨ ਇਸ ਤਰ੍ਹਾਂ ਨਹੀਂ ਹੋਇਆ ਉਹਨਾਂ ਕੋਲੋਂ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਜਦ ਆਪਣੇ ਚੇਲਿਆਂ ਨੂੰ ਕਿਹਾ ਕਿ ਜਦ ਯੁੱਗ ਦਾ ਅੰਤ ਹੋਣਾਗਾ, ਉਸ ਤੋਂ ਪਹਿਲਾਂ ਇਹ ਸਾਰੀਆਂ ਗੱਲਾਂ ਹੋਣਗੀਆਂ, ਇਹ ਸਾਰੀਆਂ ਗੱਲਾਂ ਹੋਣਗੀਆਂ। ਇਸ ਤਰ੍ਹਾਂ ਹੋਵੇਗਾ ਕਿ ਲੋਕ ਤੁਹਾਡੇ ਨਾਲ ਵੈਰ ਰੱਖਣਗੇ, ਲੋਕ ਤੁਹਾਨੂੰ ਪਰੇਸ਼ਾਨ ਕਰਨਗੇ, ਜਗ੍ਹਾ ਜਗ੍ਹਾ ਮਤਲਬ ਭੁਚਾਲ ਆਏਗਾ, ਕਾਲ ਪੈ ਜਾਏਗਾ, ਲੜਾਈ ਹੋਊਗੀ, ਝਗੜੇ ਹੋਣਗੇ, ਮਤਲਬ ਕੌਮ ਉੱਪਰ ਚੜਾਈ ਕਰੇਗੀ, ਪਾਤਸ਼ਾਹੀ ਉੱਪਰ ਚੜਾਈ ਕਰੇਗੀ। ਮਤਲਬ ਇਹ ਕੀ ਹੈ? ਇਹ ਤਾਂ ਉਹ ਦਿਨਾਂ ਦੀ ਸ਼ੁਰੂਆਤ ਹੋ ਜਾਏਗੀ। ਲੇਕਿਨ ਜੋ ਅੱਜ ਦੇ ਲੋਕ ਨੇ, ਉਹ ਲੋਕ ਕੀ ਕਰ ਰਹੇ ਨੇ? ਉਹ ਤਾਂ ਬੇਖਬਰ ਬੈਠੇ ਨੇ। ਉਹ ਤਾਂ ਪ੍ਰਾਰਥਨਾ ਨਹੀਂ ਕਰ ਪਾ ਰਹੇ। ਉਹ ਤਾਂ ਵਰਤ ਨਹੀਂ ਕਰ ਪਾ ਰਹੇ। ਅੱਜ ਕਰੋਨਾ ਵਾਇਰਸ ਨੇ ਪੂਰੇ ਵਰਲਡ ਵਿੱਚ ਮਤਲਬ ਤਹਿਲਕਾ ਮਚਾਇਆ ਪਿਆ ਗਾ। ਹਰ ਇੱਕ ਇਨਸਾਨ ਡਰਿਆ ਹੋਇਆ ਗਾ। ਲੇਕਿਨ ਸਹੀ ਦੇ ਵਿੱਚ ਚਾਹੇ ਵਿਸ਼ਵਾਸੀ ਲੋਕ ਵੀ ਡਰੇ ਹੋਏ ਨੇ। ਇਹਦਾ ਮਤਲਬ ਕਿ ਉਹਨਾਂ ਨੂੰ ਕੀ ਚਾਹੀਦਾ ਗਾ? ਉਹਦਾ ਪ੍ਰਾਰਥਨਾ ਕਰਨ ਕਿ ਪਰਮੇਸ਼ਵਰ ਇਹ ਜੋ ਸਮੱਸਿਆ ਗਈ, ਵੈਸੇ ਦੇਖਿਆ ਜਾਵੇ ਸਮੱਸਿਆ ਕੁਛ ਨਹੀਂ ਹੈ ਕਰੋਨਾ ਵਾਇਰਸ, ਇਹ ਕਰੋਨਾ ਵਾਇਰਸ ਤਾਂ ਕੁਛ ਵੀ ਨਹੀਂ ਹੈ। ਲੇਕਿਨ ਇਨਸਾਨ ਜੋ ਡਰ ਰਿਹਾ ਗਾ, ਉਹਨੂੰ ਚੀਜ਼ ਬਾਰੇ ਸੋਚਣਾ ਚਾਹੀਦਾ ਗਾ ਕਿ ਮੇਰਾ ਜੋ ਰਿਸ਼ਤਾ ਹੈ ਪਰਮੇਸ਼ਵਰ ਦੇ ਨਾਲ ਉਹ ਸਹੀ ਨਹੀਂ ਹੈ। ਇਸ ਲਈ ਉਸ ਨੂੰ ਕੀ ਕਰਨਾ ਚਾਹੀਦਾ? ਉਹਨੂੰ ਪਹਿਲਾਂ ਹੀ ਮਜ਼ਬੂਤੀ ਕਰਨੀ ਚਾਹੀਦੀ ਹੈ। ਪ੍ਰਭੂ ਯਿਸੂ ਮਸੀਹ 3.5 ਸਾਲ ਤੱਕ ਲਗਾਤਾਰ ਉਸ ਕੰਮ ਦੀ ਤਿਆਰੀ ਕਰਦੇ ਰਹੇ। ਅਗਰ ਦੇਖੋ ਬੱਚੇ ਆਪਾਂ ਸਕੂਲ ਪੜ੍ਹਾਉਂਦੇ ਆ ਜਾਂ ਕਾਲਜ ਵਿੱਚ ਪੜ੍ਹਾਉਂਦੇ ਆ, ਤਾਂ ਬੱਚਿਆਂ ਨੂੰ ਜਦੋਂ ਪੜ੍ਹਾਉਂਦੇ ਨੇ ਟੀਚਰ, ਤਾਂ ਉਹ ਕੀ ਕਰਦੇ ਨੇ? ਉਹ ਬਾਰ-ਬਾਰ ਉਹਨਾਂ ਦੀ ਟੈਸਟ ਲੈਂਦੇ ਨੇ, ਬਾਰ-ਬਾਰ ਉਹਨਾਂ ਨੂੰ ਪੁੱਛਦੇ ਗਿੱਛਦੇ ਰਹਿੰਦੇ ਨੇ ਉਹਨਾਂ ਦੀ ਪੜ੍ਹਾਈ ਬਾਰੇ। ਮਾਂ ਪਿਓ ਜਾ ਕੇ ਪੁੱਛਦੇ ਨੇ ਬੱਚਾ ਕਿਵੇਂ ਪੜ੍ਹਦਾ ਗਾ, ਪੜ੍ਹਾਈ ਵਿੱਚ ਕਿੱਦਾਂ ਹੁਸ਼ਿਆਰ ਹੈ ਜਾਂ ਕਮਜ਼ੋਰ ਹੈ। ਮਤਲਬ ਕਿ ਉਹ ਤਰੀਕਾ ਦੇਖਦੇ ਨੇ। ਫਿਰ ਕਈ ਵਾਰ ਤਾਂ ਬੱਚੇ ਦੇ ਟਿਊਸ਼ਨ ਰਖਾ ਦਿੰਦੇ ਨੇ ਅਗਰ ਕਮਜ਼ੋਰ ਹੈ ਬੱਚਾ। ਕਿਉਂ? ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਾਲ ਬਾਅਦ ਜਦੋਂ ਇਹਨਾਂ ਦਾ ਇਮਤਿਹਾਨ ਹੋਣ ਵਾਲਾ ਗਾ, ਉਹਦੇ ਵਿੱਚ ਬੱਚੇ ਫੇਲ ਹੋ ਜਾਣ। ਮਤਲਬ ਕਿ ਜਦ ਇਨਸਾਨ ਵਿਸ਼ਵਾਸ ਦੇ ਵਿੱਚ ਹੈ, ਪ੍ਰਾਰਥਨਾ ਦੇ ਵਿੱਚ ਹੈ, ਬਾਈਬਲ ਪੜ੍ਹਨ ਦੇ ਵਿੱਚ ਹੈ, ਸੰਗਤੀ ਵਿੱਚ ਹੈ, ਤਾਂ ਉਸ ਨੂੰ ਤਾਂ ਚੁਕੰਨਾ ਹੋਣਾ ਚਾਹੀਦਾ ਗਾ। ਜਦ ਕਿ ਉਸਨੂੰ ਪਤਾ ਚੱਲ ਚੁੱਕਿਆ ਗਾ ਕਿ ਬਾਈਬਲ ਦਾ ਇੱਕ ਵੀ ਸ਼ਬਦ ਨਹੀਂ ਮਿਟਣ ਵਾਲਾ, ਔਰ ਇੱਕ ਵੀ ਐਸਾ ਸ਼ਬਦ ਨਹੀਂ ਹੈ ਕਿ ਜਿਹੜਾ ਪੂਰਾ ਨਾ ਹੋਵੇ। ਇਹਦਾ ਮਤਲਬ ਕਿ ਅਗਰ ਸਤਾਵਟ ਹੋਣੀ ਹੈ ਤਾਂ ਹੋਣੀ ਹੈ। ਅਗਰ ਯੁੱਗ ਦਾ ਅੰਤ ਤੋਂ ਪਹਿਲਾਂ ਇਹ ਗੱਲਾਂ ਹੋਣੀਆਂ ਤਾਂ ਉਹ ਤਾਂ ਹੋਣੀਆਂ ਹੀ ਹੋਣੀਆਂ ਨੇ। ਲੇਕਿਨ ਮਸੀਹ ਦਾ ਆਉਣਾ ਹਾਲੇ ਥੋੜ੍ਹੀ ਹੋਣ ਵਾਲਾ ਗਾ। ਉਹਦਾ ਪਹਿਲਾਂ ਬਹੁਤ ਕੁਛ ਹੋਣ ਵਾਲਾ ਗਾ, ਪਹਿਲਾਂ। ਹੁਣ ਦੇਖੋ ਇਹ ਸਾਰੀਆਂ ਗੱਲਾਂ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ ਦੱਸੀਆਂ, ਆਪਣੇ ਚੇਲਿਆਂ ਨੂੰ ਦੱਸੀਆਂ। ਲੇਕਿਨ ਦੇਖੋ ਅੱਜ ਵੀ ਮਸੀਹ ਨੂੰ ਮੰਨਣ ਵਾਲੇ ਲੋਕ ਜਾਣਦੇ ਨੇ, ਲੇਕਿਨ ਅੱਜ ਲੋਕਾਂ ਦੀ ਤਿਆਰੀ ਕਿੰਨੀ ਕੁ ਹੈ? ਜਦ ਕਿ ਪਵਿੱਤਰ ਆਤਮਾ ਪ੍ਰਭੂ ਯਿਸੂ ਮਸੀਹ ਜਿੰਨਾ ਤਾਂ ਹੈ ਨਹੀਂ ਸੀ ਕਿਸੇ ਵਿੱਚ ਵੀ। ਜਿੰਨੀ ਸਹਿਨਸ਼ੀਲਤਾ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੀ, ਜਿੰਨਾ ਪ੍ਰੇਮ ਪ੍ਰਭੂ ਯਿਸੂ ਮਸੀਹ ਦੇ ਵਿੱਚ ਸੀਗਾ, ਔਰ ਜਿੰਨੇ ਚਮਤਕਾਰ ਪ੍ਰਭੂ ਯਿਸੂ ਮਸੀਹ ਕਰ ਰਹੇ ਸੀਗੇ। ਮਤਲਬ ਇੱਕ ਵੀ ਇੱਦਾਂ ਦੀ ਗੱਲਬਾਤ ਨਹੀਂ ਕਹਿ ਸਕਦਾ ਇਨਸਾਨ ਕਿ ਜਿੰਨਾ ਸੰਪੂਰਨ ਪ੍ਰਭੂ ਯਿਸੂ ਮਸੀਹ ਸੀਗੇ, ਉਨਾ ਸੰਪੂਰਨ ਇਨਸਾਨ ਵੀ ਹੈ। ਲੇਕਿਨ ਫਿਰ ਵੀ ਦੇਖੋ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰਦੇ ਰਹੇ, ਪ੍ਰਭੂ ਯਿਸੂ ਮਸੀਹ ਰੋ ਕੇ ਪ੍ਰਾਰਥਨਾ ਕਰਦੇ ਰਹੇ, ਤਾਹਾਂ ਮਾਰ ਕੇ ਪ੍ਰਾਰਥਨਾ ਕਰਦੇ ਰਹੇ, ਹੰਝੂ ਕੇਰ ਕੇ ਪ੍ਰਾਰਥਨਾ ਕਰਦੇ ਰਹੇ। ਕਾਹਦੇ ਲਈ? ਕਿ ਪ੍ਰਭੂ ਮਤਲਬ ਪਿਤਾ ਪਰਮੇਸ਼ਵਰ, ਮੈਂ ਤੁਹਾਡਾ ਭੈ ਰੱਖ ਸਕਾਂ, ਔਰ ਜੋ ਮੇਰੇ ਉੱਪਰ ਕਸ਼ਟ ਪੈਣਾਗਾ, ਜੋ ਮੇਰੇ ਉੱਪਰ ਦੁੱਖ ਹੋਣਾਗਾ, ਜੋ ਮੈਂ ਜਾਣ ਦੇਣੀ ਆ, ਮੈਂ ਉਹਦੇ ਵਿੱਚ ਬਣਿਆ ਰਹਿ ਸਕਾਂ। ਹਾਲੇਲੂਇਆ, ਉਹਦੇ ਵਿੱਚ ਮੈਂ ਬਣਿਆ ਰਹਿ ਸਕਾਂ। ਲੇਕਿਨ ਸਹੀ ਦੇ ਵਿੱਚ ਅੱਜ ਦਾ ਜੋ ਇਨਸਾਨ ਹੈ ਉਹ ਪ੍ਰਾਰਥਨਾ ਪੁੱਛੋ ਕਿੰਨੀ ਕੁ ਹੈ? ਹੁਣ ਲੱਗਦਾ ਵੀ ਮੈਂ ਅੱਧਾ ਘੰਟਾ ਪ੍ਰਾਰਥਨਾ ਕਰ ਲਈ, ਘੰਟਾ ਪ੍ਰਾਰਥਨਾ ਕਰ ਲਈ, ਹੁਣ ਪਰਮੇਸ਼ਵਰ ਖੁਸ਼ ਹੈ।
ਜੋ ਅੱਜ ਦਾ ਇਨਸਾਨ ਉਹਦੀ ਪ੍ਰਾਰਥਨਾ ਵੀ ਦੇਖੋ ਕੈਸੀ ਹੈ, ਔਰ ਉਹਦੀ ਖੁਦ ਲਈ ਪ੍ਰਾਰਥਨਾ ਕਿੰਨੀ ਕੁ ਹੈ, ਆਪਣੇ ਲਈ ਪ੍ਰਾਰਥਨਾ ਕਿੰਨੀ ਕਰ ਰਿਹਾ ਗਾ, ਦੂਜੇ ਲੋਕਾਂ ਲਈ ਕਿੰਨੀ ਪ੍ਰਾਰਥਨਾ ਕਰ ਰਿਹਾ ਗਾ। ਆਪਣੇ ਲਈ ਵੀ ਕਿੰਨੀ ਪ੍ਰਾਰਥਨਾ ਗੀ, ਦੂਜੇ ਲੋਕਾਂ ਲਈ ਵੀ ਕਿੰਨੀ ਪ੍ਰਾਰਥਨਾ ਗੀ। ਜਦ ਕਿ ਪ੍ਰਭੂ ਯਿਸੂ ਮਸੀਹ ਦਿਨੇ ਦੇਖੋ, ਦਿਨੇ ਤਾਂ ਲੋਕਾਂ ਨੂੰ ਚਮਤਕਾਰ ਕਰਦੇ ਸੀਗੇ, ਲੋਕਾਂ ਨੂੰ ਉਪਦੇਸ਼ ਸੁਣਾਉਂਦੇ ਸੀਗੇ, ਬਿਮਾਰ ਚੰਗੇ ਕਰਦੇ ਸੀਗੇ, 5-5 ਹਜ਼ਾਰ ਲੋਕਾਂ ਨੂੰ ਖਾਣਾ ਖਵਾਉਂਦੇ ਸੀਗੇ, 4-4 ਹਜ਼ਾਰ ਲੋਕਾਂ ਨੂੰ ਖਾਣਾ ਖਵਾਉਂਦੇ ਸੀਗੇ, ਲੋਕਾਂ ਦੇ ਵਿੱਚ ਚਮਤਕਾਰ ਕਰਦੇ ਸੀ। ਲੇਕਿਨ ਰਾਤ ਨੂੰ ਖੁਦ ਦੇ ਲਈ ਪ੍ਰਾਰਥਨਾ ਕਿਉਂ? ਕਿਉਂਕਿ ਆਉਣ ਵਾਲਾ ਸਮਾਂ ਕੀ ਹੈ, ਉਹ ਤਾਂ ਬਹੁਤ ਭੈਦਾਇਕ ਹੈ, ਉਹ ਤਾਂ ਬਹੁਤ ਭਿਆਨਕ ਹੈ, ਉਹ ਤਾਂ ਬਹੁਤ ਖਤਰਨਾਕ ਹੈ। ਹੁਣ ਯਿਸੂ ਮਸੀਹ ਦੇ ਚੇਲੇ ਨਾਲ ਰਹਿੰਦੇ ਸੀਗੇ, ਲੇਕਿਨ ਯਿਸੂ ਮਸੀਹ ਦੇ ਚੇਲਿਆਂ ਨੇ ਕਦੇ ਇਦਾਂ ਦੀ ਗੱਲਬਾਤ ਨਹੀਂ ਦੇਖਣ ਨੂੰ ਮਿਲਦੀ। ਇੱਕ ਵਾਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਾਗੋ, ਪ੍ਰਾਰਥਨਾ ਕਰੋ, ਲੇਕਿਨ ਚੇਲੇ ਤਾਂ ਪੂਰੀ ਤਰ੍ਹਾਂ ਨੀਂਦ ਕੱਢ ਰਹੇ ਨੇ, ਸੌਂ ਰਹੇ ਨੇ। ਯਿਸੂ ਮਸੀਹ ਆਪਣੇ ਚੇਲਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਸੀਗੇ। ਲੇਕਿਨ ਅੱਜ ਦੇ ਵਿਸ਼ਵਾਸੀ ਲੋਕਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਗਾ ਕਿ ਇਸ ਧਰਤੀ ਉੱਪਰ ਹੁਣ ਕੀ ਹੋਣ ਵਾਲਾ ਗਾ, ਇਸ ਧਰਤੀ ਉੱਪਰ ਕੀ ਹੋ ਰਿਹਾ ਗਾ ਔਰ ਕੀ ਹੋਣ ਵਾਲਾ ਗਾ। ਲੇਕਿਨ ਅੱਜ ਦੇ ਲੋਕਾਂ ਦੀ ਜੋ ਤਿਆਰੀ ਹੈ, ਉਹ ਤਿਆਰੀ ਸਹੀ ਤਰ੍ਹਾਂ ਨਹੀਂ ਹੈ। ਕਿਉਂ? ਅੱਜ ਵੀ ਲੋਕ ਪ੍ਰਾਰਥਨਾ ਕਰਦੇ ਨੇ। ਪ੍ਰਾਰਥਨਾ ਕਿਹਦੇ ਲਈ ਕਰਦੇ ਨੇ? ਆਪਣੇ ਲਈ। ਕਿਹੜੀ ਪ੍ਰਾਰਥਨਾ? ਹੇ ਪਰਮੇਸ਼ਵਰ ਚੰਗਾ ਘਰ ਦੇ ਦੇ, ਹੇ ਪਰਮੇਸ਼ਵਰ ਚੰਗੀ ਨੌਕਰੀ ਦੇ ਦੇ, ਹੇ ਪਰਮੇਸ਼ਵਰ ਚੰਗੀ ਬਹੂ ਦੇ ਦੇ, ਹੇ ਪਰਮੇਸ਼ਵਰ ਹੁਣ ਪੋਤਾ ਵੀ ਦੇ ਦੇ, ਹੇ ਪਰਮੇਸ਼ਵਰ ਹੁਣ ਚੰਗੀ ਗੱਡੀ ਵੀ ਦੇ ਦੇ, ਹੇ ਪਰਮੇਸ਼ਵਰ ਚੰਗਾ ਰੁਪਇਆ ਪੈਸਾ ਵੀ ਦੇ ਦੇ, ਚੰਗੇ ਕੱਪੜੇ ਦੇ ਦੇ, ਚੰਗਾ ਖਾਣ ਪੀਣ ਨੂੰ ਦੇ ਦੇ। ਅੱਜ ਦੇ ਲੋਕਾਂ ਦੀ ਇਹ ਪ੍ਰਾਰਥਨਾ ਸੀ। ਅੱਜ ਜੋ ਪ੍ਰਾਰਥਨਾ ਹੋਈ, ਅੱਜ ਪ੍ਰਾਰਥਨਾ ਤੇ ਹੋ ਰਹੀ ਹੈ। ਲੇਕਿਨ ਪ੍ਰਭੂ ਯਿਸੂ ਮਸੀਹ ਜੋ ਪ੍ਰਾਰਥਨਾ ਕਰਦੇ ਸੀਗੇ, ਉਹ ਕੈਸੀ ਪ੍ਰਾਰਥਨਾ ਕਰਦੇ ਸੀਗੇ? ਉਹ ਤਾਂ ਆਪਣੇ ਲਈ ਪ੍ਰਾਰਥਨਾ ਕਰਦੇ ਸੀਗੇ। ਕਿਹੜੀ? ਕਿਉਂਕਿ ਦਿਨ ਬਹੁਤ ਬੁਰੇ ਨੇ, ਦਿਨ ਬਹੁਤ ਬੁਰੇ ਨੇ, ਦਿਨ ਬਹੁਤ ਭਿਆਨਕ ਨੇ। ਲੇਕਿਨ ਅੱਜ ਦੇ ਲੋਕਾਂ ਨੂੰ ਨਹੀਂ ਪਤਾ। ਅੱਜ ਦੇ ਲੋਕਾਂ ਨੂੰ ਵੀ ਪਤਾ ਕਿ ਦਿਨ ਕਿੰਨੇ ਭਿਆਨਕ ਆ ਰਹੇ ਨੇ, ਦਿਨ ਕਿੰਨੇ ਬੁਰੇ ਆ ਰਹੇ ਨੇ। ਲੇਕਿਨ ਅੱਜ ਦੇ ਲੋਕਾਂ ਦੀ ਪ੍ਰਾਰਥਨਾ ਕਰਨ ਕਿਵੇਂ? ਪ੍ਰਾਰਥਨਾ ਕਿਵੇਂ ਕਰਨਾ? ਕਿਉਂਕਿ ਜਦ ਪ੍ਰਭੂ ਯਿਸੂ ਮਸੀਹ ਆਪਣੇ ਚੇਲਿਆਂ ਦੇ ਨਾਲ ਸੀਗੇ, ਇੱਕ ਜਗ੍ਹਾ ਪ੍ਰਭੂ ਯਿਸੂ ਮਸੀਹ ਚਲੇ ਗਏ, ਔਰ ਉੱਥੇ ਕੀ ਹੋਇਆ ਕਿ ਉਹ ਪਿੰਡ ਦੇ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਪਿੰਡ ਦੇ ਵਿੱਚ ਨਹੀਂ ਆਉਣ ਦਿੱਤਾ। ਚੇਲਿਆਂ ਨੂੰ ਗੁੱਸਾ ਆ ਗਿਆ। ਆਪਾਂ ਪੜਾਂਗੇ ਬਾਈਬਲ ਦੇ ਵਿੱਚ ਲੂਕਾ ਉਹਦਾ 9 ਅਧਿਆਇ, ਪੜੋ ਉਸੇ ਦਾ, ਚਲੋ 52 ਤੋਂ ਪੜੋ। ਔਰ ਆਪਣੇ ਅੱਗੇ ਹਲਕਾਰੀ ਭੇਜੀ ਅਤੇ ਉਹ ਤੁਰ ਕੇ ਸਾਂਭਿਆ ਦੇ ਇੱਕ ਪਿੰਡ ਵਿੱਚ ਜਾ ਵੜੇ। ਭਾਈ ਉਹਦੇ ਲਈ ਤਿਆਰੀ ਕਰਨ, ਪਰ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ। ਦੇਖੋ, ਇੱਕ ਜਗ੍ਹਾ ਤੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲੇ ਭੇਜੇ, ਮਤਲਬ ਆਪਣੇ ਕੁਝ ਬੰਦੇ ਭੇਜੇ ਵੀ ਜਾਓ ਤੁਸੀਂ ਉੱਥੇ ਜਾ ਕੇ ਕੁਝ ਤਿਆਰੀ ਕਰੋ। ਲੇਕਿਨ ਉਹਨਾਂ ਲੋਕਾਂ ਨੇ ਪਿੰਡ ਦੇ ਵਿੱਚ ਨੇ ਉਹਨਾਂ ਨੂੰ ਆਉਣ ਤੋਂ ਮਨਾ ਕਰਤਾ, ਮਤਲਬ ਕਬੂਲ ਨਹੀਂ ਕੀਤਾ। ਫਿਰ ਇਸ ਲਈ ਜੋ ਉਹ ਯਰੂਸ਼ਲਮ ਦੀ ਵੱਲ ਜਾਣ ਨੂੰ ਸੀ, ਅਤੇ ਉਹਦੇ ਚੇਲੇ ਯਾਕੂਬ ਅਤੇ यूहन्ना ਨੇ ਇਹ ਵੇਖ ਕੇ ਕਿਹਾ, ਪ੍ਰਭੂ ਜੀ ਕਿ ਤੇਰੀ ਮਰਜ਼ੀ ਹੈ ਜੋ ਅਸੀਂ ਹੁਕਮ ਕਰੀਏ ਵੀ ਆਕਾਸ਼ੋਂ ਅੱਗ ਵਰਸੇ ਤੇ ਇਹਨਾਂ ਦਾ ਨਾਸ਼ ਕਰੇ। ਦੇਖੋ, ਹੁਣ ਇਹ ਚੇਲੇ ਵੀ ਕਹਿੰਦੇ ਨੇ, ਪ੍ਰਭੂ ਜੀ ਤੁਹਾਡੀ ਮਰਜ਼ੀ ਹੈ ਤਾਂ ਅਸੀਂ ਇਹ ਕੰਮ ਕਰੀਏ। ਅਸੀਂ ਵੀ ਪ੍ਰਾਰਥਨਾ ਕਰਦੇ ਹਾਂ, ਅਸੀਂ ਵੀ ਐਸਾ ਹੁਕਮ ਕਰਦੇ ਹਾਂ ਕਿ ਹੇ ਪਿਤਾ, ਹੇ ਪ੍ਰਭੂ ਆਕਾਸ਼ੋਂ ਅੱਗ ਭੇਜ ਔਰ ਇਹਨਾਂ ਦਾ ਨਾਸ਼ ਕਰ ਦੇਵੇ। ਹੁਣ ਦੇਖੋ, ਇਹ ਵੀ ਤਾਂ ਪ੍ਰਾਰਥਨਾ ਕਰਨ ਦੇ ਲਈ ਤਿਆਰ ਹੋ ਚੁੱਕੇ ਸੀਗੇ। ਇਹ ਵੀ ਤਾਂ ਪ੍ਰਾਰਥਨਾ ਕਰਨ ਦੇ ਲਈ ਤਿਆਰ ਨੇ। ਇਹ ਵੀ ਤਾਂ ਮਤਲਬ ਐਸੀ ਆਗਿਆ ਦੇਣ ਦੇ ਲਈ ਤਿਆਰ ਨੇ। ਕਾਹਦੇ ਲਈ? ਕਿ ਅਸੀਂ ਆਕਾਸ਼ ਤੋਂ ਅੱਗ ਵਰਸਾਉਂਦੇ ਹਾਂ, ਇਹ ਪਿੰਡ ਦਾ ਨਾਸ਼ ਕਰ ਦਿੰਦੇ ਹਾਂ, ਇਸ ਜਗ੍ਹਾ ਦਾ ਨਾਸ਼ ਕਰ ਦਿੰਦੇ ਹਾਂ, ਇਹਨਾਂ ਲੋਕਾਂ ਦਾ ਨਾਸ਼ ਕਰ ਦਿੰਦੇ ਹਾਂ। ਹੁਣ ਦੇਖੋ, ਐਸੀ ਪ੍ਰਾਰਥਨਾ ਇਹਨਾਂ ਦੀ। ਲੇਕਿਨ ਸਹੀ ਦੇ ਵਿੱਚ ਇਹਦਾ ਕਾਰਨ ਕੀ ਸੀਗਾ? ਕਿ ਚੇਲਿਆਂ ਦੇ ਕੋਲ ਪਵਿੱਤਰ ਆਤਮਾ ਨਹੀਂ ਸੀਗਾ, ਜਿਸ ਕਰਕੇ ਉਹ ਐਸੀ ਗੱਲ ਕਰਦੇ ਸੀਗੇ। ਔਰ ਬਾਈਬਲ ਦੇ ਵਿੱਚ ਲਿਖਿਆ ਗਾ, ਰਸੂਲਾਂ ਦੇ ਕਰਤੱਵ ਉਹਦਾ 4 ਅਧਿਆਇ, ਪਰ ਇੱਥੇ ਕੀ ਹੋਇਆ ਕਿ ਇੱਕ ਵਾਰ यूहन्ना ਔਰ ਪਤਰਸ ਇਹ ਪਰਮੇਸ਼ਰ ਦੇ ਨਾਮ ਦੇ ਵਿੱਚ ਕਾਫੀ ਇਸਤੇਮਾਲ ਹੋਏ ਇੱਥੇ, ਔਰ ਕਾਫੀ ਜਗ੍ਹਾ ਇਸਤੇਮਾਲ ਹੋਏ, ਔਰ ਲੋਕਾਂ ਨੇ ਇਹਨਾਂ ਨੂੰ ਘੇਰ ਲਿਆ ਤੇ ਉਹਨਾਂ ਲੋਕਾਂ ਨੇ ਕਿਹਾ ਵੀ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਚਰਚਾ ਨਹੀਂ ਕਰਨਾ, ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਪ੍ਰਚਾਰ ਨਹੀਂ ਕਰਨਾ। ਲੇਕਿਨ ਤੁਸੀਂ ਲੋਕ ਰੁਕੇ ਨਹੀਂ, ਮਤਲਬ ਤੁਸੀਂ ਫਿਰ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰ ਰਹੇ ਹੋ। ਮਤਲਬ ਉਹਨਾਂ ਲੋਕਾਂ ਨੇ ਕੀ ਕੀਤਾ? ਉਹਨਾਂ ਨੂੰ ਇਹੀ ਗੱਲ ਕਹੀ ਕਿ ਤੁਸੀਂ ਹੁਣ ਇਹ ਕੰਮ ਨਾ ਕਰਿਓ, ਲੇਕਿਨ ਨਹੀਂ ਤਾਂ ਤੁਹਾਡਾ ਅਸੀਂ ਬੁਰਾ ਹਾਲ ਕਰਾਂਗੇ। ਜੋ ਵੀ ਮਤਲਬ ਉਹਨਾਂ ਨੂੰ ਕਿਹਾ। ਉਸ ਤੋਂ ਬਾਅਦ ਕੀ ਹੋਇਆ ਤਾਂ ਉਹਨਾਂ ਨੂੰ ਮਤਲਬ ਧਮਕਾਇਆ, ਉਹਨਾਂ ਨੂੰ ਧਮਕੀ ਦਿੱਤੀ, ਉਹਨਾਂ ਨੂੰ ਡਰਾ ਕੇ ਉਹਨਾਂ ਨੇ ਉਸ ਨੂੰ ਛੱਡਿਆ।
ਔਰ ਛੱਡਿਆ ਜਦ ਯਹੂਨਾ ਔਰ ਪਤਰਸ ਦੂਜੇ ਸਾਥੀਆਂ ਕੋਲ ਆਏ ਤਾਂ ਉਹਨਾਂ ਨੂੰ ਦੱਸੀ ਗੱਲ ਕਿ ਦੇਖੋ ਇਸ ਤਰ੍ਹਾਂ ਹੋਇਆ ਸਾਡੇ ਨਾਲ, ਸਾਨੂੰ ਘੇਰ ਲਿਆ, ਸਾਨੂੰ ਉਹਨਾਂ ਨੇ ਧਮਕਾਇਆ, ਸਾਨੂੰ ਪਹਿਲਾਂ ਵੀ ਘੇਰਿਆ ਸੀਗਾ, ਸਾਨੂੰ ਪਹਿਲਾਂ ਮਾਰਿਆ ਕੁੱਟਿਆ ਉਹਨਾਂ ਨੇ, ਲੇਕਿਨ ਹੁਣ ਸਾਨੂੰ ਧਮਕੀ ਦੇ ਕੇ ਛੱਡਤਾ ਉਹਨਾਂ ਨੇ। ਕਿਹੜੀ ਧਮਕੀ ਦੇ ਕੇ ਛੱਡਤਾ ਕਿ ਜੇ ਹੁਣ ਕੰਮ ਕਰਿਆ ਤੁਸੀਂ ਯਿਸੂ ਮਸੀਹ ਦੇ ਨਾਮ ਦਾ, ਹੁਣ ਯਿਸੂ ਮਸੀਹ ਦਾ ਪ੍ਰਚਾਰ ਕੀਤਾ ਤਾਂ ਅਸੀਂ ਹੁਣ ਕੀ ਕਰਾਂਗੇ, ਹੁਣ ਥੋੜਾ ਅਸੀਂ ਬੁਰਾ ਹਾਲ ਕਰਾਂਗੇ। ਔਰ ਜਦ ਇਹ ਗੱਲ ਦੂਜੇ ਚੇਲਿਆਂ ਨੇ ਸੁਣੀ ਤਾਂ ਫਿਰ ਉਹਨਾਂ ਨੇ ਕੀ ਗੱਲ ਕਰੀ, ਉਹਨਾਂ ਨੇ ਕੀ ਪ੍ਰਾਰਥਨਾ ਕਰੀ, ਆਪਾਂ ਪੜਾਂਗੇ ਰਸੂਲਾਂ ਦੇ ਕਰਤੱਵ ਉਹਦਾ 4 ਅਧਿਆਇ ਉਹਦਾ 29 ਵਚਨ। ਅਤੇ ਹੁਣ ਹੇ ਪ੍ਰਭੂ ਉਹਨਾਂ ਦੀਆਂ ਧਮਕੀਆਂ ਨੂੰ ਵੇਖ ਔਰ ਆਪਣੇ ਦਾਸਾਂ ਨੂੰ ਇਹ ਬਖਸ਼ ਕਿ ਅਤ ਦਲੇਰੀ ਨਾਲ ਤੇਰਾ ਵਚਨ ਸੁਣਾਓ। ਹੁਣ ਦੇਖੋ ਇਹਨਾਂ ਦੀ ਪ੍ਰਾਰਥਨਾ ਦੇਖੋ, ਹੇ ਪ੍ਰਭੂ ਜਿਹੜੇ ਲੋਕ ਸਾਨੂੰ ਧਮਕੀ ਦਿੰਦੇ ਨੇ ਹੁਣ ਉਹ ਧਮਕੀ ਦੇਣਗੇ, ਲੇਕਿਨ ਸਾਨੂੰ ਇਹ ਬਖਸ਼ੋ, ਸਾਨੂੰ ਇਹ ਬਖਸ਼ ਕਿ ਅਸੀਂ ਤੁਹਾਡਾ ਜੋ ਵਚਨ ਹੈ ਉਹ ਕੀ ਕਰੀਏ, ਅਤ ਦਲੇਰੀ ਮਤਲਬ ਅੱਤ ਦਲੇਰੀ ਮਤਲਬ ਵੱਡੀ ਦਲੇਰੀ ਨਾਲ ਤੁਹਾਡਾ ਵਚਨ ਸੁਣਾ ਸਕੀਏ। ਮਤਲਬ ਉਹ ਲੋਕ ਸਾਨੂੰ ਮਤਲਬ ਡਰਾਉਂਦੇ ਨੇ, ਉਹ ਲੋਕ ਸਾਨੂੰ ਧਮਕਾਉਂਦੇ ਨੇ, ਉਹ ਲੋਕ ਸਾਨੂੰ ਮਾਰ ਦੇਣ ਦੀ ਕੀ ਦਿੰਦੇ ਨੇ, ਧਮਕੀਆਂ ਦਿੰਦੇ ਨੇ, ਲੇਕਿਨ ਅਸੀਂ ਡਰੀਏ ਨਾ, ਅਸੀਂ ਡਰੀਏ ਨਾ। ਲੇਕਿਨ ਹੁਣ ਕੀ ਕਰੀਏ, ਅਸੀਂ ਮਤਲਬ ਵੱਡੀ ਦਲੇਰੀ ਨਾਲ ਕੀ ਕਰੀਏ, ਤੁਹਾਡਾ ਵਚਨ ਲੋਕਾਂ ਨੂੰ ਸੁਣਾ ਸਕੀਏ। ਫਿਰ ਅੱਗੇ ਪੜੋ ਕੀ ਲਿਖਿਆਗਾ, ਜਦੋਂ ਤੂੰ ਆਪਣਾ ਹੱਥ ਚੰਗਾ ਕਰਨ ਨੂੰ ਲੰਬਾ ਕਰੇ ਅਤੇ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਮ ਤੋਂ ਨਿਸ਼ਾਨ ਅਤੇ ਚੰਬੇ ਪ੍ਰਗਟ ਹੋਣ। ਮਤਲਬ ਜਦ ਤੁਸੀਂ ਆਪਣਾ ਹੱਥ ਲੰਮਾ ਕਰੋ, ਮਤਲਬ ਜਦ ਤੁਸੀਂ ਚੰਗਾ ਕਰਨ ਲਈ, ਮਤਲਬ ਆਪਣੇ ਦਾਸ ਲੋਕਾਂ ਦਾ ਇਸਤੇਮਾਲ ਕਰਨ ਲਈ, ਹਾਂ ਤੁਸੀਂ ਆਪਣਾ ਹੱਥ ਲੰਬਾ ਕਰੋ, ਮਤਲਬ ਯਿਸੂ ਮਸੀਹ ਦੇ ਨਾਮ ਦੇ ਜੋ ਕੰਮ ਹੋਣ ਵਾਲੇ ਨੇ ਉਹਨਾਂ ਨੂੰ ਤੁਸੀਂ ਪ੍ਰਗਟ ਕਰੋ। ਫਿਰ ਜਦ ਉਹ ਬੇਨਤੀ ਕਰ ਹਟੇ, ਦੇਖੋ ਹੁਣ ਜਦੋਂ ਪ੍ਰਾਰਥਨਾ ਕਰ ਹਟੇ ਤਾਂ ਕੀ ਹੋਇਆ ਕਿ ਪੂਰਾ ਜੋ ਮਤਲਬ ਘਰ ਸੀਗਾ ਜਿੱਥੇ ਉਹ ਲੋਕ ਖੜੇ ਸੀਗੇ ਉਹ ਪੂਰੀ ਤਰ੍ਹਾਂ ਹਿੱਲ ਗਿਆ ਔਰ ਸਾਰੇ ਲੋਕ ਪਵਿੱਤਰ ਆਤਮਾ ਨਾਲ ਭਰ ਗਏ। ਮਤਲਬ ਦੇਖੋ ਜਦ ਇਹਨਾਂ ਨੇ ਪ੍ਰਾਰਥਨਾ ਕਰੀ ਕਿ ਉਹ ਲੋਕ ਸਾਡਾ ਮਾੜਾ ਚਾਹੁੰਦੇ ਨੇ, ਉਹ ਲੋਕ ਸਾਨੂੰ ਮਾਰਨਾ ਚਾਹੁੰਦੇ ਨੇ, ਉਹ ਲੋਕ ਸਾਨੂੰ ਧਮਕੀਆਂ ਦਿੰਦੇ ਨੇ, ਲੇਕਿਨ ਪਿਤਾ ਹੇ ਪ੍ਰਭੂ ਹੇ ਪਰਮੇਸ਼ਵਰ ਹੁਣ ਅਸੀਂ ਕੀ ਕਰੀਏ, ਪੂਰੀ ਦਲੇਰੀ ਨਾਲ ਕੀ ਕਰੀਏ, ਤੁਹਾਡੇ ਵਚਨਾਂ ਨੂੰ ਪ੍ਰਗਟ ਕਰ ਸਕੀਏ, ਤੁਹਾਡੇ ਸੰਦੇਸ਼ ਲੋਕਾਂ ਵਿੱਚ ਵੰਡ ਸਕੀਏ। ਮਤਲਬ ਹੁਣ ਪ੍ਰਾਰਥਨਾ ਨਹੀਂ ਕਰ ਰਹੇ ਕਿ ਅਸੀਂ ਇਹਨਾਂ ਦਾ ਨਾਸ਼ ਕਰ ਦਿੰਦੇ ਆ, ਕਿਉਂ, ਕਿਉਂਕਿ ਹੁਣ ਉਹਨਾਂ ਨੂੰ ਪ੍ਰਾਰਥਨਾ ਕਰਨੀ ਆ ਗਈ ਸੀ ਕਿ ਹੁਣ ਕਿਵੇਂ ਪ੍ਰਾਰਥਨਾ ਕਰਨੀ ਹੈ। ਮਤਲਬ ਕਿ ਜਿੰਨਾ ਚਿਰ ਇਨਸਾਨ ਦੇ ਕੋਲ ਪ੍ਰਾਰਥਨਾ ਕਰਨ ਦਾ ਫਾਰਮੂਲਾ ਨਹੀਂ ਹੈ ਉਹਨਾਂ ਚਿਰ ਇਨਸਾਨ ਪ੍ਰਾਰਥਨਾ ਨਹੀਂ ਕਰ ਸਕਦਾ। ਅੱਜ ਵੀ ਦੇਖੋ ਲੋਕ ਪ੍ਰਾਰਥਨਾ ਕਰਦੇ ਨੇ, ਅੱਜ ਵੀ ਲੋਕ ਕਈ ਕਹਿੰਦੇ ਨੇ ਕਿ ਮੇਰੀ 2 ਘੰਟੇ ਦੀ ਪ੍ਰਾਰਥਨਾ ਗਈ, ਕਈ ਲੋਕ ਕਹਿੰਦੇ ਮੇਰੀ 2.5 ਘੰਟੇ ਦੀ ਪ੍ਰਾਰਥਨਾ ਗਈ, ਕਈ ਲੋਕ ਕਹਿੰਦੇ ਮੇਰੀ 3 ਘੰਟੇ ਦੀ ਪ੍ਰਾਰਥਨਾ ਗਈ, ਲੇਕਿਨ ਪ੍ਰਾਰਥਨਾ 'ਚ ਮੰਗਦੇ ਕੀ ਨੇ, ਪਰਮੇਸ਼ਵਰ ਮੈਨੂੰ ਇਹ ਵੀ ਦੇ ਦੇ, ਘਰ ਦੇ ਕੱਪੜੇ ਦੇ ਦੇ, ਮੈਨੂੰ ਗੱਡੀ ਦੇ ਦੇ, ਮੈਨੂੰ ਨੌਕਰੀ ਦੇ ਦੇ, ਬੱਚੇ ਦੇ ਦੇ, ਇਹ ਕਰਦੇ, ਐਸੀ ਪ੍ਰਾਰਥਨਾ ਕਰਦੇ ਨੇ। ਅੱਜ ਲੋਕ ਐਸੀ ਪ੍ਰਾਰਥਨਾ ਕਰਦੇ ਨੇ, ਲੇਕਿਨ ਬਾਈਬਲ ਦੇ ਵਿੱਚ ਆਪਾਂ ਜੋ ਵਚਨ ਪੜ੍ਹਿਆਗਾ ਰੋਮੀਆਂ ਉਹਦਾ 8 ਅਧਿਆਇ ਉਹਦਾ 26 ਤੋਂ ਲੈ ਕੇ 30 ਤੱਕ। ਹੁਣ ਧਿਆਨ ਨਾਲ ਵਚਨ ਨੂੰ ਸੁਣਿਓ ਔਰ ਪੜ੍ਹਿਓ, ਪੜ੍ਹੋ 8:26। ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਵਿੱਚ ਸਹਾਇਤਾ ਕਰਦਾ ਹੈ। ਹੁਣ ਦੇਖੋ ਕੀ ਲਿਖਿਆ ਬਾਈਬਲ ਦੇ ਵਿੱਚ, ਆਤਮਾ ਵੀ ਕੀ ਕਰਦਾ ਕਿ ਸਾਡੀ ਦੁਰਬਲਤਾਈ ਦੇ ਵਿੱਚ, ਮਤਲਬ ਪਵਿੱਤਰ ਆਤਮਾ ਦੀ ਗੱਲ ਕਰਦੇ ਨੇ, ਕਿਉਂਕਿ ਜਦ ਪ੍ਰਭੂ ਯਿਸੂ ਮਸੀਹ ਇਸ ਧਰਤੀ ਉੱਪਰ ਸੀਗੇ ਤਾਂ ਬਾਈਬਲ ਦੇ ਵਿੱਚ ਲਿਖਿਆ ਪਵਿੱਤਰ ਆਤਮਾ ਕਿਸੇ ਨੂੰ ਦਿੱਤਾ ਨਹੀਂ ਗਿਆ ਸੀਗਾ। ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ ਕਿ ਮੈਂ ਜਾਵਾਂਗਾ ਪਿਤਾ ਕੋਲ ਔਰ ਮੈਂ ਕੀ ਕਰਾਂਗਾ, ਤੁਹਾਡੇ ਲਈ ਸਿਫਾਰਿਸ਼ ਕਰਾਂਗਾ, ਤੁਹਾਡੇ ਲਈ ਬੇਨਤੀ ਕਰਾਂਗਾ ਕਿ ਪਿਤਾ ਮੇਰੇ ਨਾਮ ਦੇ ਕਰਕੇ ਪਵਿੱਤਰ ਆਤਮਾ ਨੂੰ ਭੇਜ ਦੇਵੇ। ਤਾਂ ਇਹ ਤਾਂ ਚੇਲੇ ਲੋਕ ਪ੍ਰਾਰਥਨਾ ਨਹੀਂ ਕਰਦੇ ਸੀਗੇ। ਅਗਰ ਪ੍ਰਾਰਥਨਾ ਕਰਦੇ ਸੀ, ਕੈਸੀ ਪ੍ਰਾਰਥਨਾ ਕਰਦੇ ਸੀਗੇ ਕਿ ਪਿਤਾ ਅਸੀਂ ਕੀ ਕਰੀਏ, ਹੇ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ, ਆਕਾਸ਼ ਦੇ ਉੱਪਰੋਂ ਅੱਗ ਮੰਗਾ ਲੈਂਦੇ ਹਾਂ, ਇਹ ਲੋਕਾਂ ਦਾ, ਇਹ ਪਿੰਡ ਦਾ, ਇਹ ਜਗ੍ਹਾ ਦਾ ਨਾਸ਼ ਕਰ ਦਿੰਦੇ ਹਾਂ। ਹੁਣ ਇਹ ਪ੍ਰਾਰਥਨਾ ਸੁਣਨ ਦੀ ਉਹਦਾ ਕਾਰਨ ਕੀ ਸੀਗਾ ਕਿ ਉਹਨਾਂ ਨੂੰ ਪ੍ਰਾਰਥਨਾ ਨਹੀਂ ਕਰਨੀ ਆਉਂਦੀ ਸੀ ਕਿ ਕਿਵੇਂ ਪ੍ਰਾਰਥਨਾ ਕਰਨੀ ਹੈ, ਕਿਹਦੇ ਲਈ ਪ੍ਰਾਰਥਨਾ ਕਰਨੀ ਹੈ ਔਰ ਕਿੰਨੀ ਪ੍ਰਾਰਥਨਾ ਕਰਨੀ ਹੈ, ਉਹਨਾਂ ਨੂੰ ਨਹੀਂ ਪਤਾ ਸੀਗਾ। ਲੇਕਿਨ ਹੋਇਆ ਕਿ ਜਦ ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੀ ਜਾਣ ਤੋਂ ਬਾਅਦ ਉਹਦੇ ਚੇਲਿਆਂ ਨੂੰ ਪਰੇਸ਼ਾਨ ਕੀਤਾ, ਫਿਰ ਉਹਨਾਂ ਨੇ ਪ੍ਰਾਰਥਨਾ ਕੀਤੀ ਕਿ ਪ੍ਰਭੂ ਇਹ ਲੋਕ ਧਮਕੀਆਂ ਦਿੰਦੇ ਨੇ, ਇਹਨਾਂ ਨੂੰ ਉਹਨਾਂ ਦਾ ਕੰਮ ਕਰਨ ਦਿਓ, ਲੇਕਿਨ ਸਾਨੂੰ ਇੰਨੀ ਸਾਮਰਥ ਦਿਓ ਕਿ ਅਸੀਂ ਤੁਹਾਡਾ ਵਚਨ ਪੂਰੀ ਦਲੇਰੀ ਨਾਲ ਸੁਣਾ ਸਕੀਏ। ਔਰ ਫਿਰ ਕੀ ਆਪਾਂ ਜੋ ਵਚਨ ਪੜ੍ਹਿਆਗਾ ਰੋਮੀਆਂ 8:26 ਦੇ ਵਿੱਚ ਕੀ ਲਿਖਿਆ ਕਿ ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾਈ ਦੇ ਵਿੱਚ ਕੀ ਕਰਦਾਗਾ, ਸਹਾਇਤਾ ਕਰਦਾਗਾ। ਇਹਦਾ ਮਤਲਬ ਕਿ ਜੋ ਪਵਿੱਤਰ ਆਤਮਾ ਗਾ ਉਹ ਕੀ ਕਰਦਾ, ਇਨਸਾਨ ਦੀ ਸਹਾਇਤਾ ਕਰਦਾਗਾ। ਕਦੋਂ ਕਰਦਾ ਸਹਾਇਤਾ, ਕਿ ਜਦ ਇਨਸਾਨ ਕਮਜ਼ੋਰ ਹੈ, ਕਿ ਜਦ ਇਨਸਾਨ ਨਿਰਬਲ ਹੈ, ਦੁਰਬਲਤਾਈ ਦੇ ਵਿੱਚ। ਹੁਣ ਦੇਖੋ ਇਨਸਾਨ ਦੁਰਬਲ ਕਦੋਂ ਹੁੰਦਾਗਾ, ਨਿਰਬਲ ਕਦੋਂ ਹੁੰਦਾਗਾ, ਜਦੋਂ ਇਨਸਾਨ ਬੰਦਗੀ ਵਿੱਚ ਬੈਠਦਾਗਾ, ਜਦੋਂ ਇਨਸਾਨ ਬਾਈਬਲ ਪੜ੍ਹਨ ਨੂੰ ਬੈਠਦਾਗਾ, ਜਦ ਇਨਸਾਨ ਪ੍ਰਾਰਥਨਾ ਕਰਨ ਨੂੰ ਬੈਠਦਾਗਾ, ਤਾਂ ਫਿਰ ਕੀ ਹੈ, ਇਨਸਾਨ ਦਾ ਜੋ ਸਰੀਰ ਹੈ ਉਹ ਕੀ ਹੋ ਜਾਂਦਾਗਾ, ਕਮਜ਼ੋਰ ਹੋ ਜਾਂਦਾਗਾ। ਚਾਹੇ ਰਾਤ ਨੂੰ 12 ਵਜੇ ਤੱਕ ਬੈਠੋ, 1 ਵਜੇ ਤੱਕ ਬੈਠੋ, 2 ਵਜੇ ਤੱਕ ਬੈਠੋ, ਇਨਸਾਨ ਨੂੰ ਕੋਈ ਵੀ ਸਰੀਰ ਨੂੰ ਪਰੇਸ਼ਾਨੀ ਨਹੀਂ। ਲੇਕਿਨ ਜਦ ਬੰਦਗੀ ਵਿੱਚ ਬੈਠੋ, ਜਦੇ ਭਾਂਤੀਆਂ ਆਉਣੀਆਂ ਸ਼ੁਰੂ, ਜਦੇ ਨੀਂਦ ਆਉਣੀ ਸ਼ੁਰੂ, ਜਦੇ ਥਕਾਵਟ ਸ਼ੁਰੂ। ਲੇਕਿਨ ਬਾਈਬਲ ਦੇ ਵਿੱਚ ਕੀ ਲਿਖਿਆ ਕਿ ਇੱਕ ਵਾਰ ਫਿਰ ਪੜ੍ਹੋ
8:26 ਇਸ ਤਰ੍ਹਾਂ ਆਤਮਾ ਵੀ ਸਾਡੀ ਦੁਰਬਲਤਾ ਵਿੱਚ ਸਹਾਇਤਾ ਕਰਦਾ ਹੈ, ਹੂੰ। ਕਿਉਂ ਜੋ ਕਿਸ ਵਾਸਤੇ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੁਣ ਹੈ। ਦੇਖੋ ਆਤਮਾ ਵੀ ਕੀ ਕਰਦਾ ਸਾਡੀ ਦੁਰਬਲਤਾ ਦੇ ਵਿੱਚ। ਇਹਦਾ ਮਤਲਬ ਬਾਈਬਲ ਦੇ ਵਿੱਚ ਇਹ ਲਿਖਿਆ ਗਾ ਕਿ ਆਤਮਾ ਸਰੀਰ ਦੇ ਵਿਰੁੱਧ ਵਿੱਚ ਹੈ ਤੇ ਸਰੀਰ ਆਤਮਾ ਦੇ ਵਿਰੁੱਧ। ਹੁਣ ਜਦ ਇਨਸਾਨ ਬੰਦਗੀ ਵਿੱਚ ਬੈਠੂਗਾ ਥੱਕਦਾ ਕੌਣ ਹੈ? ਸਰੀਰ। ਨੀਂਦ ਕਿਹਨੂੰ ਆਉਂਦੀ ਹੈ? ਸਰੀਰ ਨੂੰ। ਮਤਲਬ ਸੌਣਾ ਕੌਣ ਚਾਹੁੰਦਾ ਗਾ? ਸਰੀਰ। ਚਾਹੇ ਪ੍ਰਾਰਥਨਾ ਵਿੱਚ ਬੈਠੇ, ਚਾਹੇ ਬੰਦਗੀ ਵਿੱਚ ਬੈਠੇ, ਚਾਹੇ ਬਾਈਬਲ ਪੜ੍ਹਨ ਨੂੰ ਬੈਠੇ, ਫਿਰ ਸਰੀਰ ਇਹ ਕੰਮ ਕਰਦਾ ਗਾ। ਜਿਹੜੀ ਉਹਦੇ ਅੰਦਰ ਇੱਕ ਆਤਮਾ ਗਈ ਉਹ ਕੀ ਹੈ? ਉਹ ਤਾਂ ਕਮਜ਼ੋਰ ਹੋ ਜਾਂਦੀ ਹੈ। ਅਰ ਪਵਿੱਤਰ ਆਤਮਾ ਉਹਦੀ ਸਹਾਇਤਾ ਕਰਦਾ ਗਾ ਵੀ ਜਿਹੜਾ ਨਿਰਬਲ ਹੈ, ਮਤਲਬ ਜਿਹੜਾ ਆਤਮਾ ਕੀ ਹੈ? ਕਮਜ਼ੋਰ ਹੈ ਇਨਸਾਨ ਦਾ। ਹਾਂ, ਉਹਦੀ ਸਹਾਇਤਾ ਕਦੋਂ ਕਰਦਾ? ਜਦੋਂ ਕਮਜ਼ੋਰ ਪੈ ਜਾਂਦਾ ਗਾ। ਔਰ ਬਾਈਬਲ ਦੇ ਵਿੱਚ ਲਿਖਿਆ ਵੀ ਫਿਰ ਜੋ ਇਹ ਆਤਮਾ ਕੀ ਕਰਦਾ ਗਾ? ਇਨਸਾਨ ਦੀ ਸਹਾਇਤਾ ਕਰਦਾ ਕਦੋਂ? ਕਿ ਜਦ ਉਹ ਨਿਰਬਲ ਹੁੰਦਾ ਗਾ, ਜਦ ਉਹ ਕਮਜ਼ੋਰ ਹੁੰਦਾ ਗਾ। ਫਿਰ ਕੀ ਲਿਖਿਆ ਗਾ? ਕਿਸ ਵਾਸਤੇ ਲਈ? ਕਿਸ ਵਾਸਤੇ ਲਈ ਪ੍ਰਾਰਥਨਾ ਕਰਨੀ ਹੈ? ਫਿਰ ਪੜ੍ਹ ਦੁਬਾਰਾ ਇੱਕ ਵਾਰ। ਕਿਉਂ ਜੋ ਕਿਸ ਵਾਸਤੇ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਅਸੀਂ ਨਹੀਂ ਜਾਣਦੇ, ਪਰ ਆਤਮਾ ਆਪ ਇਕੱਠ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ। ਦੇਖੋ ਕਿਹੜੀ ਵਸਤੂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਕਿਹੜੀ ਚੀਜ਼ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਉਹ ਅਸੀਂ ਨਹੀਂ ਜਾਣਦੇ। ਲੇਕਿਨ ਜਾਣਦਾ ਕੌਣ ਹੈ? ਉਹ ਤਾਂ ਆਤਮਾ ਜਾਣਦਾ ਗਾ। ਆਤਮਾ ਮਤਲਬ ਪਵਿੱਤਰ ਆਤਮਾ ਜਾਣਦਾ ਗਾ। ਇਸ ਲਈ ਜਦ ਪਵਿੱਤਰ ਆਤਮਾ ਪ੍ਰਾਰਥਨਾ ਕਰਦੇ ਨੇ, ਉਹ ਕਿਵੇਂ ਕਰਦੇ ਨੇ ਪ੍ਰਾਰਥਨਾ? ਹੌਂਕੇ ਭਰ ਕੇ। ਹੌਂਕਾ ਕਿਵੇਂ ਭਰਿਆ ਜਾਂਦਾ ਗਾ? ਜਿਵੇਂ ਮਤਲਬ ਕੋਈ ਰੋਂਦਾ ਹੁੰਦਾ ਵਾ, ਫਿਰ ਉਸਨੂੰ ਜੇ ਬੱਚੇ ਰੋਂਦੇ ਹੁੰਦੇ ਨੇ, ਹਾਂ ਬੱਚੇ ਰੋਂਦੇ ਨੇ, ਫਿਰ ਉਹ ਕਿਸ ਤਰ੍ਹਾਂ ਹੌਂਕੇ ਲੈ ਕੇ ਰੋਂਦੇ ਨੇ। ਮਤਲਬ ਪਵਿੱਤਰ ਆਤਮਾ ਐਵੇਂ ਪ੍ਰਾਰਥਨਾ ਕਰਦਾ ਗਾ। ਔਰ ਕਿਹੜੀ ਚੀਜ਼ ਲਈ? ਕਿਹੜੀ ਚੀਜ਼ ਲਈ? ਦੁਰਬਲਤਾ। ਇਕੱਠ ਹੋ ਕੇ ਭਰ ਕੇ ਸਾਡੇ ਲਈ ਸਿਫਾਰਿਸ਼ ਕਰਦਾ ਹੈ ਅਤੇ ਹਿਰਦਿਆਂ ਦਾ ਜਾਚਣ ਵਾਲਾ। ਸੁਣੋ, ਮਤਲਬ ਜਿਹੜੀ ਚੀਜ਼ ਅਸੀਂ ਨਹੀਂ ਜਾਣਦੇ, ਆਤਮਾ ਜਾਣਦਾ ਗਾ। ਆਤਮਾ ਜਾਣਦਾ ਗਾ। ਆਤਮਾ ਨੂੰ ਪਤਾ ਗਾ ਕਿ ਕਿਹੜੀ ਚੀਜ਼ ਦੀ ਪ੍ਰਾਰਥਨਾ ਕਰਨੀ ਹੈ। ਉਹਦੇ ਲਈ ਆਤਮਾ ਕੀ ਕਰਦਾ ਗਾ? ਹੌਂਕੇ ਭਰਦਾ ਗਾ। ਉਹਦੇ ਲਈ ਆਤਮਾ ਕੀ ਕਰਦਾ? ਪ੍ਰਾਰਥਨਾ ਕਰਾਉਂਦਾ ਗਾ। ਉਹਦੇ ਲਈ ਆਤਮਾ ਕੀ ਕਰਦਾ ਗਾ? ਹੌਂਕੇ ਭਰ ਭਰ ਕੇ ਪ੍ਰਾਰਥਨਾ ਕਰਦਾ ਗਾ। ਇਕੱਠ ਹੋ ਕੇ ਭਰ ਭਰ ਕੇ ਪ੍ਰਾਰਥਨਾ ਕਰਦਾ ਗਾ। ਔਰ ਫਿਰ ਸਾਡੇ ਲਈ ਸਿਫਾਰਿਸ਼ ਕਰਦਾ ਗਾ। ਦੇਖੋ ਕਿੱਡੀ ਵੱਡੀ ਗੱਲ ਹੈ। ਕੀ ਸਿਫਾਰਿਸ਼ ਕਰਦਾ ਗਾ? ਹੁਣ ਪ੍ਰਭੂ ਯਿਸੂ ਮਸੀਹ ਦਾ ਪ੍ਰਾਰਥਨਾ ਕਰਦੇ ਸੀਗੇ। ਇਹਦਾ ਮਤਲਬ ਪ੍ਰਭੂ ਯਿਸੂ ਮਸੀਹ ਤੋਂ ਪ੍ਰਾਰਥਨਾ ਕੌਣ ਕਰਾਉਣ ਵਾਲਾ ਸੀਗਾ? ਉਹ ਤਾਂ ਪਵਿੱਤਰ ਆਤਮਾ ਸੀਗਾ। ਕਿਉਂਕਿ ਲਿਖਿਆ ਬਾਈਬਲ ਦੇ ਵਿੱਚ ਕਿ ਜਦ ਪ੍ਰਭੂ ਯਿਸੂ ਮਸੀਹ ਸਰੀਰ ਦੇ ਵਿੱਚ ਸੀਗੇ, ਦੇਹ ਧਾਰੀ ਹੋਈ ਸੀ, ਤਾਂ ਪ੍ਰਭੂ ਯਿਸੂ ਮਸੀਹ ਨੇ ਕੀ ਕੀਤਾ ਸੀਗਾ? ਹੰਝੂ ਕੇਰ ਕੇ, ਤਾਹਾਂ ਮਾਰ ਮਾਰ ਕੇ, ਮਤਲਬ ਇਸ ਤਰ੍ਹਾਂ ਹੀ ਪ੍ਰਾਰਥਨਾ ਕਰਦੇ ਸੀਗੇ। ਇਹਦਾ ਮਤਲਬ ਪ੍ਰਾਰਥਨਾ ਕੌਣ ਕਰਾਉਂਦਾ ਸੀਗਾ? ਪ੍ਰਾਰਥਨਾ ਦਾ ਪਵਿੱਤਰ ਆਤਮਾ ਕਰਵਾਉਂਦੇ ਸੀਗੇ। ਅੱਜ ਅਗਰ ਇਨਸਾਨ ਪ੍ਰਾਰਥਨਾ ਕਰਦਾ ਗਾ ਐਸੇ ਮਾਹੌਲ ਦੇ ਵਿੱਚ, ਮੇਰੇ ਚੰਗੀ ਗੱਡੀ ਹੋਵੇ, ਚੰਗਾ ਘਰ ਹੋਵੇ, ਰੁਪਇਆ ਹੋਵੇ, ਪੈਸਾ ਹੋਵੇ, ਕਾਰੋਬਾਰ ਵਧੀਆ ਹੋਵੇ, ਘਰ ਬੜੇ ਵਧੀਆ ਹੋਣ, ਇਹ ਪ੍ਰਾਰਥਨਾ ਕੌਣ ਕਰਾਉਂਦਾ ਗਾ? ਇਹ ਤਾਂ ਇਨਸਾਨ ਦਾ ਜੋ ਆਤਮਾ ਗਾ ਉਹ ਕਰਾਉਂਦਾ ਗਾ। ਔਰ ਕਿਵੇਂ ਕਰਾਉਂਦਾ ਗਾ? ਉਹਦਾ ਸਰੀਰ ਦੇ ਲਈ ਕਰਦਾ ਹੈਗਾ, ਸਰੀਰ ਚ ਆਉਂਦਾ ਗਾ। ਅਗਰ ਪਵਿੱਤਰ ਆਤਮਾ ਦੁਆਰਾ ਇਨਸਾਨ ਪ੍ਰਾਰਥਨਾ ਕਰੇ ਤਾਂ ਪਵਿੱਤਰ ਆਤਮਾ ਕੀ ਕਹੇਗਾ? ਦੇਖ ਦੁਨੀਆ ਖਤਮ ਹੋਣ ਵਾਲੀ ਹੋਈ ਪਈ ਹੈ। ਜਿਹੜੀਆਂ ਗੱਲਾਂ ਪ੍ਰਭੂ ਯਿਸੂ ਮਸੀਹ ਅੱਜ ਤੋਂ 2000 ਤਕਰੀਬਨ ਸਾਲ ਪਹਿਲਾਂ ਦੱਸ ਕੇ ਗਏ ਨੇ, ਉਹ ਗੱਲਾਂ ਤਾਂ ਸ਼ੁਰੂਆਤ ਹੋ ਚੁੱਕੀ ਹੈ। ਉਹ ਤਾਂ ਗੱਲਾਂ ਖਤਮ ਹੋਣ ਵਾਲੀਆਂ ਨੇ। ਉਹ ਤਾਂ ਵਚਨ ਪੂਰੇ ਹੋ ਚੁੱਕੇ ਨੇ ਔਰ ਵਚਨ ਪੂਰੇ ਹੋ ਰਹੇ ਨੇ। ਤੂੰ ਕਿਹੜੀਆਂ ਗੱਲਾਂ ਦੀ ਪ੍ਰਾਰਥਨਾ ਕਰ ਦਿਆਂਗਾ? ਮਤਲਬ ਕਿ ਪਵਿੱਤਰ ਆਤਮਾ ਇਨਸਾਨ ਤੋਂ ਕੀ ਕਰਾਉਂਦਾ ਗਾ? ਪ੍ਰਾਰਥਨਾ ਕਰਾਉਂਦਾ ਗਾ। ਪਵਿੱਤਰ ਆਤਮਾ ਇਨਸਾਨ ਤੋਂ ਪ੍ਰਾਰਥਨਾ ਕਰਾਉਂਦਾ ਗਾ। ਲੇਕਿਨ ਜਿਹਦੇ ਕੋਲ ਪਵਿੱਤਰ ਆਤਮਾ ਹੀ ਨਹੀਂ ਹੈ, ਹਾਲੇਲੂਇਆ, ਹਾਲੇਲੂਇਆ, ਜਾਗੋ ਸਾਰੇ, ਜਿਹਦੇ ਕੋਲ ਪਵਿੱਤਰ ਆਤਮਾ ਹੀ ਨਹੀਂ ਹੈ ਤਾਂ ਕੀ ਉਹ ਪ੍ਰਾਰਥਨਾ ਕਰ ਸਕਦਾ ਗਾ? ਨਹੀਂ। ਉਹ ਪ੍ਰਾਰਥਨਾ ਕਰੇਗਾ ਕਿਵੇਂ ਕਰੇਗਾ? 15 ਮਿੰਟ, 20 ਮਿੰਟ, ਅੱਧਾ ਘੰਟਾ। ਔਰ ਕਾਹਦੇ ਲਈ? ਕਿਉਂਕਿ ਬਸ ਕਹਿਣ ਜੋਗਾ ਹੋ ਜਾ ਕਿ ਮੈਂ ਪ੍ਰਾਰਥਨਾ ਕਰ ਦਾਂਗਾ, ਕਹਿਣ ਜੋਗਾ ਹੋ ਜਾ ਕਿ ਮੈਂ ਪ੍ਰਾਰਥਨਾ ਕਰ ਦਾਂਗਾ। ਲੇਕਿਨ ਬਾਈਬਲ ਵਿੱਚ ਕੀ ਲਿਖਿਆ ਗਾ ਕਿ ਆਤਮਾ ਕੀ ਕਰਦਾ ਗਾ? ਇਨਸਾਨ ਦੀ ਦੁਰਬਲਤਾਈ ਦੇ ਵਿੱਚ, ਜਦ ਇਨਸਾਨ ਦਾ ਆਤਮਾ ਕਮਜ਼ੋਰ ਪੈ ਜਾਂਦਾ ਗਾ, ਜਦ ਸਰੀਰ ਉਹਦੇ ਉੱਪਰ ਹਾਵੀ ਹੋ ਜਾਂਦਾ ਗਾ, ਜਦ ਸਰੀਰ ਉਸ ਨੂੰ ਮਤਲਬ ਦਬਾਉਣ ਲੱਗ ਜਾਂਦਾ ਗਾ, ਜਦ ਆਤਮਾ ਕਮਜ਼ੋਰ ਹੈ ਤਾਂ ਫਿਰ ਆਤਮਾ ਨਾਲ ਪਵਿੱਤਰ ਆਤਮਾ ਮਿਲ ਕੇ ਪ੍ਰਾਰਥਨਾ ਕਰਾਉਂਦਾ ਗਾ। ਕਾਹਦੇ ਲਈ? ਕਿ ਹੁਣ ਤੂੰ ਪ੍ਰਾਰਥਨਾ ਕਰ, ਮੈਂ ਤੇਰੀ ਸਹਾਇਤਾ ਕਰ ਦਾਂਗਾ। ਫਿਰ ਖੁਦ ਆਤਮਾ ਹੌਂਕੇ ਭਰਦਾ ਗਾ। ਔਰ ਜਿਹੜੀ ਚੀਜ਼ ਲਈ ਪ੍ਰਾਰਥਨਾ ਕਰਨੀ ਹੈ ਫਿਰ ਖੁਦ ਪਵਿੱਤਰ ਆਤਮਾ ਸਿਖਾਉਂਦਾ ਇਨਸਾਨ ਨੂੰ ਇਸ ਤਰ੍ਹਾਂ ਪ੍ਰਾਰਥਨਾ ਕਰ। ਔਰ ਫਿਰ ਸਾਡੇ ਲਈ ਸਿਫਾਰਿਸ਼ ਕਰਦਾ ਗਾ, ਹੇ ਪਿਤਾ ਆਉਣ ਵਾਲਾ ਸਮਾਂ ਕੈਸਾ ਗਾ? ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੇ ਉੱਪਰ ਕਸ਼ਟ ਪੈਣ ਵਾਲਾ ਗਾ। ਇਹ ਲੋਕਾਂ ਦੀ ਸਤਾਵਟ ਹੋਏਗੀ, ਮਤਲਬ ਪ੍ਰਭੂ ਯਿਸੂ ਮਸੀਹ ਦੇ ਨਾਮ ਕਰਕੇ। ਮਤਲਬ ਸਾਰੀਆਂ ਗੱਲਾਂ ਪਵਿੱਤਰ ਆਤਮਾ ਹੌਂਕੇ ਭਰ ਭਰ ਕੇ ਪ੍ਰਾਰਥਨਾ ਕਰਾਉਂਦਾ ਗਾ, ਸਿਫਾਰਿਸ਼ ਵੀ ਕਰਦਾ ਗਾ ਸਾਡੇ ਲਈ। ਮਤਲਬ ਜੇ ਪਵਿੱਤਰ ਆਤਮਾ ਨਹੀਂ ਹੈ ਤਾਂ ਇਨਸਾਨ ਦੀ ਪ੍ਰਾਰਥਨਾ ਵੀ ਨਹੀਂ ਹੈ। ਅਗਰ ਪਵਿੱਤਰ ਆਤਮਾ ਨਹੀਂ ਹੈ ਤਾਂ ਇਨਸਾਨ ਦਾ ਮਨ ਵੀ ਨਹੀਂ ਲੱਗਦਾ ਪ੍ਰਾਰਥਨਾ ਦੇ ਵਿੱਚ। ਅਗਰ ਉਹ ਪ੍ਰਾਰਥਨਾ ਕਰੇਗਾ ਵੀ ਤਾਂ ਇੱਧਰਲੀਆਂ ਉੱਧਰਲੀਆਂ ਗੱਲਾਂ ਕਰੇਗਾ
ਔਰ ਉਸ ਤੋਂ ਬਾਅਦ ਪ੍ਰਾਰਥਨਾ ਵਿੱਚ ਸਰੀਰ ਇੱਥੇ ਬੈਠਾ ਗਾ ਤੇ ਆਪ ਕਿਤੇ ਬਾਜ਼ਾਰ ਘੁੰਮਦਾ ਪਿਆ ਜਾਂ ਕਿਤੇ ਹੋਰ ਪਾਸੇ ਘੁੰਮਦਾ ਗਿਆ ਜਾਂ ਕਿਸੇ ਵਿਆਹ ਸ਼ਾਦੀ ਵਿੱਚ ਘੁੰਮ ਰਿਹਾ ਗਾ। ਕਾਰਨ ਕੀ? ਕਿਉਂਕਿ ਆਤਮਾ ਨਾਲ ਪ੍ਰਾਰਥਨਾ ਨਹੀਂ ਕਰ ਰਿਹਾ। ਫਿਰ ਪੜ੍ਹੋ ਅੱਗੇ ਕੀ ਲਿਖਿਆ 27 ਦੇ ਵਿੱਚ। ਅਤੇ ਹਿਰਦੇ ਦਾ ਜਾਚਣ ਵਾਲਾ ਜਾਣਦਾ ਹੈ ਭਾਈ ਆਤਮਾ ਦੀ ਕੀ ਮਨਸ਼ਾ ਹਾਂ, ਮਤਲਬ ਜੋ ਉਹ ਹਿਰਦਿਆਂ ਨੂੰ ਜਾਣਦਾ ਗਾ, ਜੋ ਮਨ ਦੀਆਂ ਗੱਲਾਂ ਨੂੰ ਜਾਣਦਾ ਗਾ, ਉਹ ਚੰਗੀ ਤਰ੍ਹਾਂ ਜਾਣਦਾ ਗਾ ਕਿ ਜੋ ਆਤਮਾ ਦੀ ਮਨਸਾ ਕੀ ਹੈ, ਆਤਮਾ ਦੀ ਇੱਛਾ ਕੀ ਹੈ। ਫਿਰ ਕਿਉਂ ਜੋ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੰਤਾਂ ਦੇ ਲਈ ਸਿਫਾਰਿਸ਼ ਕਰਦਾ ਹੈ। ਕਿਉਂਕਿ ਉਹ ਪਰਮੇਸ਼ਵਰ ਦੀ ਮਰਜ਼ੀ, ਜੋ ਮਤਲਬ ਪਰਮੇਸ਼ਵਰ ਦੀ ਮਰਜ਼ੀ ਹੈ, ਜੋ ਪਿਤਾ ਦੀ ਮਰਜ਼ੀ ਹੈ, ਉਹਦੇ ਅਨੁਸਾਰ ਕੀ ਹੈ, ਸੰਤਾਂ ਦੇ ਲਈ ਸਿਫਾਰਿਸ਼ ਕਰਦਾ ਗਾ। ਮਤਲਬ ਪਵਿੱਤਰ ਜਨ ਲੋਕਾਂ ਦੇ ਲਈ, ਉਹ ਐਸੇ ਲੋਕਾਂ ਦੇ ਲਈ ਕੀ ਕਰਦਾ ਗਾ? ਸਿਫਾਰਿਸ਼ ਕਰਦਾ ਗਾ। ਕੌਣ ਕਰਦਾ ਗਾ ਸਿਫਾਰਿਸ਼? ਉਹ ਤਾਂ ਪਵਿੱਤਰ ਆਤਮਾ ਕਰਦਾ ਗਾ। ਇਸੇ ਲਈ ਪਵਿੱਤਰ ਆਤਮਾ ਕੀ ਕਰਦਾ ਗਾ? ਇਕੱਠ ਹੋ ਕੇ ਭਰ ਕੇ ਕੀ ਕਰਦਾ ਗਾ? ਉਹ ਪ੍ਰਾਰਥਨਾ ਕਰਦਾ ਗਾ ਪਵਿੱਤਰ ਲੋਕਾਂ ਦੇ ਲਈ, ਸੰਤ ਲੋਕਾਂ ਦੇ ਲਈ ਉਹ ਪ੍ਰਾਰਥਨਾ ਕਰਦਾ ਗਾ। ਔਰ ਪਰਮੇਸ਼ਵਰ ਮਤਲਬ ਜੋ ਹਿਰਦਿਆਂ ਨੂੰ ਜਾਂਚਦੇ ਨੇ, ਜੋ ਮਨਾਂ ਨੂੰ ਜਾਣਦੇ ਨੇ, ਇਨਸਾਨ ਦੇ ਮਨ ਦੇ ਵਿੱਚ ਕੀ ਹੈ, ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਆਤਮਾ ਦੀ ਮਨਸਾ ਕੀ ਹੈ। ਮਨਸਾ ਮਤਲਬ ਆਤਮਾ ਦੀ ਇੱਛਾ ਕੀ ਹੈ, ਆਤਮਾ ਕੀ ਚਾਹੁੰਦਾ ਗਾ, ਔਰ ਉਸੇ ਅਨੁਸਾਰ ਕੀ ਹੈ, ਉਹ ਪਰਮੇਸ਼ਵਰ ਕਰਦੇ ਨੇ। ਅਗਰ ਪਰਮੇਸ਼ਵਰ ਦੇ ਅਨੁਸਾਰ ਕੰਮ ਕਰੋਗੇ, ਅਗਰ ਪਰਮੇਸ਼ਵਰ ਦੇ ਅਨੁਸਾਰ ਪ੍ਰਾਰਥਨਾ ਕਰੋਗੇ ਤਾਂ ਪਰਮੇਸ਼ਵਰ ਕੀ ਕਰੇਗਾ? ਉਹ ਸਾਡੀ ਸਹਾਇਤਾ ਕਰੇਗਾ। ਮਤਲਬ ਅਗਰ ਪਵਿੱਤਰ ਆਤਮਾ ਦੀ ਮਤਲਬ ਸਹਾਇਤਾ ਨਾਲ ਪ੍ਰਾਰਥਨਾ ਕਰਦੇ ਹਾਂ ਤਾਂ ਕੀ ਹੁੰਦਾ ਗਾ? ਤਾਂ ਪਵਿੱਤਰ ਆਤਮਾ ਇਨਸਾਨ ਦੀ ਸਹਾਇਤਾ ਲਈ ਹੌਕੇ ਭਰਦੇ ਨੇ। ਪਵਿੱਤਰ ਆਤਮਾ ਇਨਸਾਨ ਦੀ ਸਹਾਇਤਾ ਲਈ ਕੀ ਕਰਦੇ ਨੇ? ਸਿਫਾਰਿਸ਼ ਕਰਦੇ ਨੇ। ਔਰ ਪੜ੍ਹੋ ਅੱਗੇ ਕੀ ਲਿਖਿਆ ਗਾ 28 ਦੇ ਵਿੱਚ। ਅਸੀਂ ਜਾਣਦੇ ਹਾਂ ਭਾਈ ਜਿਹੜੇ ਪਰਮੇਸ਼ਵਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਉਹਨਾਂ ਦਾ ਭਲਾ ਕਰਦੀਆਂ ਹਨ। ਦੇਖੋ, ਜਿੰਨੇ ਲੋਕ ਪਰਮੇਸ਼ਵਰ ਨਾਲ ਮਤਲਬ ਪਿਆਰ ਕਰਦੇ ਨੇ, ਜਿੰਨੇ ਲੋਕ ਪਰਮੇਸ਼ਵਰ ਨਾਲ ਪ੍ਰੇਮ ਕਰਦੇ ਨੇ, ਸਾਰੀਆਂ ਵਸਤਾਂ ਮਤਲਬ ਜਿੰਨੀਆਂ ਵੀ ਵਸਤਾਂ ਨੇ ਉਹ ਸਾਰੀਆਂ ਕੀ ਨੇ? ਮਿਲ ਕੇ ਕੀ ਕਰਦੀਆਂ ਨੇ? ਭਲਾਈ ਹੀ ਉਤਪੰਨ ਕਰਦੀਆਂ ਨੇ। ਕੀ ਕਰਦੇ ਨੇ? ਭਲਾਈ ਉਤਪੰਨ ਕਰਦੀਆਂ ਨੇ। ਫਿਰ ਅਰਥਾਤ ਉਹਨਾਂ ਦਾ ਜਿਹੜੇ ਪਰਮੇਸ਼ਵਰ ਦੀ ਮਨਸਾ ਦੇ ਅਨੁਸਾਰ ਸੱਦੇ ਹੋਏ ਹਨ। ਮਤਲਬ ਜਿਹੜੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੱਦੇ ਗਏ ਨੇ, ਉਹਨਾਂ ਲਈ ਕੀ ਹੁੰਦੀ ਹੈ? ਭਲਾਈ ਉਤਪੰਨ ਹੁੰਦੀ ਹੈ। ਇਹਦਾ ਮਤਲਬ ਅਗਰ ਪ੍ਰਾਰਥਨਾ ਕਰਨੀ ਹੈ, ਅਗਰ ਚਾਹੁੰਦੇ ਹੋ ਕਿ ਅਸੀਂ ਪ੍ਰਾਰਥਨਾ ਕਰੀਏ, ਅਗਰ ਚਾਹੁੰਦੇ ਹੋ ਕਿ ਆਉਣ ਵਾਲਾ ਜੋ ਸਮਾਂ ਬਹੁਤ ਹੀ ਭਿਆਨਕ ਹੈ, ਅਗਰ ਚਾਹੁੰਦੇ ਹੋ ਕਿ ਆਉਣ ਵਾਲਾ ਸਮਾਂ ਗਾ ਜੋ ਉਹਦੇ ਵਿੱਚ ਅਸੀਂ ਖੜੇ ਰਹਿ ਸਕੀਏ, ਕਿੰਨੇ ਟਾਈਮ ਤੱਕ? ਅੰਤ ਤੋੜੀ ਤੱਕ। ਤਾਂ ਉਹਦੇ ਲਈ ਕੀ ਜ਼ਰੂਰਤ ਹੈ? ਪ੍ਰਾਰਥਨਾ ਦੀ ਜ਼ਰੂਰਤ ਹੈ। ਹੁਣ ਦੇਖੋ, ਸੋਚੋ, ਜੋ 5-5 ਮਿੰਟ, 10-10 ਮਿੰਟ, ਅੱਧਾ ਘੰਟਾ ਖਰਾਬ ਕਰ ਰਹੇ ਹੋ, ਚਾਹੇ ਤਾਂ ਮੋਬਾਈਲ ਦੇ ਉੱਪਰ, ਚਾਹੇ ਤਾਂ ਫਾਲਤੂ ਦੀਆਂ ਗੱਲਾਂ ਦੇ ਉੱਪਰ, ਜਾਂ ਇੱਧਰ ਉੱਧਰ ਬੈਠ ਕੇ, ਮਤਲਬ ਇੰਨਾ ਸੋਚ ਕੇ ਦੇਖੋ ਕਿ ਤੁਹਾਡੇ ਉਹ 5 ਮਿੰਟ ਕਿੰਨੇ ਕੀਮਤੀ ਨੇ। ਉਹ 5 ਮਿੰਟ ਕਿੰਨੇ ਕੀਮਤੀ ਨੇ ਜੋ ਤੁਹਾਡੇ 5 ਮਿੰਟ ਇਸ ਤਰ੍ਹਾਂ ਜਾ ਰਹੇ ਨੇ। ਉਹ ਤੁਹਾਡੇ 10 ਮਿੰਟ ਉਹ ਕਿੰਨੇ ਕੀਮਤੀ ਨੇ ਜੋ ਇਸ ਤਰ੍ਹਾਂ ਜਾ ਰਹੇ ਨੇ। ਇਹਦਾ ਮਤਲਬ ਕਿ ਅਗਰ ਤੁਸੀਂ ਆਪਣਾ ਮੋਬਾਈਲ ਦੇ ਉੱਪਰ ਵੀ ਕਿਸੇ ਐਸੇ ਰਿਸ਼ਤੇਦਾਰ ਨਾਲ ਕਿ ਜੋ ਬਿਨਾਂ ਮਤਲਬ ਦੀਆਂ ਗੱਲਾਂ ਕਰ ਰਿਹਾ ਗਾ, ਚਾਹੇ ਕੋਈ ਵੀ ਹੈ, ਕੋਈ ਵੀ ਐਸਾ ਇਨਸਾਨ ਹੈ, ਚਾਹੇ ਰਿਸ਼ਤੇਦਾਰ ਹੈ, ਚਾਹੇ ਭੈਣ ਹੈ, ਚਾਹੇ ਭਾਈ ਹੈ, ਚਾਹੇ ਕੋਈ ਵੀ ਹੈ, ਅਗਰ ਤੁਹਾਡਾ ਬਿਨਾਂ ਮਤਲਬ ਨਾਲ ਤੁਹਾਡਾ ਮਤਲਬ ਗੱਲਾਂ ਕਰ ਰਿਹਾ ਗਾ, ਬਿਨਾਂ ਮਤਲਬ ਦੀ ਗੱਲ ਕਰ ਰਿਹਾ ਗਾ, ਤਾਂ ਕੀ ਹੋ ਰਿਹਾ ਗਾ? ਉਹ ਸਮਾਂ ਬਰਬਾਦ ਹੋ ਰਿਹਾ ਗਾ। ਔਰ ਉਹ ਸਮਾਂ ਕੌਣ ਖਾ ਰਿਹਾ ਤੁਹਾਡਾ? ਉਹ ਤਾਂ ਸ਼ੈਤਾਨ ਖਾ ਰਿਹਾ ਗਾ। ਲੇਕਿਨ ਤੁਹਾਨੂੰ ਲੱਗਦਾ ਨਹੀਂ। ਕਿਉਂ ਨਹੀਂ ਲੱਗਦਾ? ਲੱਗਦਾ ਕਿ ਮੇਰੀ ਮੰਮੀ ਹੈ, ਲੱਗਦਾ ਕਿ ਮੇਰੀ ਭੈਣ ਹੈ, ਲੱਗਦਾ ਮੇਰਾ ਜੀਜਾ ਗਾ, ਲੱਗਦਾ ਮੇਰੀ ਭਾਈ ਆ, ਹੋ ਸਕਦਾ ਕੋਈ ਵੀ ਤੁਹਾਡਾ ਰਿਸ਼ਤੇਦਾਰ ਹੋ ਸਕਦਾ ਗਾ। ਲੇਕਿਨ ਉਹ ਜੋ 15 ਮਿੰਟ 10 ਮਿੰਟ ਖਾ ਰਿਹਾ ਗਾ, ਉਹ ਕੌਣ ਖਾ ਰਿਹਾ ਗਾ? ਉਹ ਤਾਂ ਸ਼ੈਤਾਨ ਖਾ ਰਿਹਾ ਗਾ। ਇਹਦਾ ਮਤਲਬ ਕੀ ਹੈ ਕਿ ਜੋ ਸਮਾਂ ਬਰਬਾਦ ਕਰ ਰਹੇ ਹੋ, ਜੋ ਟਾਈਮ ਖਰਾਬ ਕਰ ਰਹੇ ਹੋ, ਰਾਤ ਨੂੰ 11 ਵਜੇ ਤੱਕ, 12 ਵਜੇ ਤੱਕ, 1 ਵਜੇ ਤੱਕ, 10 ਵਜੇ ਤੱਕ ਜੋ ਵੀ ਮੋਬਾਈਲ ਦੇ ਉੱਪਰ ਟਾਈਮ ਖਰਾਬ ਕਰ ਰਹੇ ਹੋ, ਉਹ ਕੀ ਕਰ ਰਹੇ ਹੋ? ਉਹ ਤੁਹਾਡਾ ਟਾਈਮ ਸ਼ੈਤਾਨ ਖਾ ਰਿਹਾ ਗਾ। ਜਦੋਂ ਇੰਨਾ ਟਾਈਮ ਖਰਾਬ ਕਰ ਰਹੇ ਹੋ, ਫਾਲਤੂ ਟਾਈਮ ਖਰਾਬ ਕਰ ਰਹੇ ਹੋ, ਤਾਂ ਸਹੀ ਦੇ ਵਿੱਚ ਪ੍ਰਾਰਥਨਾ ਦੇ ਵਿੱਚ ਫਿਰ ਕਿਵੇਂ ਮਨ ਲੱਗੂਗਾ? ਮਤਲਬ 5 ਮਿੰਟ ਵੀ ਨਾ ਛੱਡੋ। ਅਗਰ 5 ਮਿੰਟ ਦੀ ਵੇਲ ਹੈ ਤਾਂ ਪ੍ਰਾਰਥਨਾ ਬੈਠੋ। ਉਹ ਸਮੇਂ ਦੇ ਲਈ ਪ੍ਰਾਰਥਨਾ ਕਰੋ, ਪ੍ਰਭੂ ਮੈਂ ਸਵਰਗ ਵਿੱਚ ਜਾਵਾਂਗਾ, ਪ੍ਰਭੂ ਮੈਂ ਸਵਰਗ ਦੇ ਵਿੱਚ ਜਾਵਾਂਗਾ। ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ, ਆਉਣ ਵਾਲਾ ਸਮਾਂ ਬਹੁਤ ਹੀ ਖਤਰਨਾਕ ਹੈ, ਲੇਕਿਨ ਪ੍ਰਭੂ ਯਿਸੂ ਮਸੀਹ ਮੈਨੂੰ ਬਚਾ ਲਓ, ਮੈਨੂੰ ਪਵਿੱਤਰ ਆਤਮਾ ਦੇ ਦਿਓ, ਮੈਨੂੰ ਪਵਿੱਤਰ ਆਤਮਾ ਦਾ ਸਾਮਰਥ ਦਿਓ, ਤਾਂ ਕਿ ਮੈਂ ਉਹਨਾਂ ਦਿਨਾਂ ਵਿੱਚ ਖੜਾ ਰਹਿ ਸਕਾਂ। ਇਹਦਾ ਮਤਲਬ ਕਿ ਅਗਰ ਅੱਜ ਵੀ ਟਾਈਮ ਦੀ ਕਦਰ ਨਹੀਂ ਕਰ ਰਹੇ, ਅੱਜ ਵੀ ਟਾਈਮ ਨੂੰ ਬਰਬਾਦ ਕਰ ਰਹੇ ਹੋ, ਉਹ ਚਾਹੇ ਕੋਈ ਵੀ ਹੋ ਸਕਦਾ ਗਾ, ਤੁਹਾਡਾ ਆਂਢੀ ਗੁਆਂਢੀ ਹੋ ਸਕਦਾ, ਤੁਹਾਡਾ ਰਿਸ਼ਤੇਦਾਰ ਹੋ ਸਕਦਾ ਗਾ, ਚਾਹੇ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਹੋ ਸਕਦਾ ਗਾ, ਕੋਈ ਵੀ ਅਗਰ ਐਸਾ ਇਨਸਾਨ ਅਗਰ ਤੁਹਾਡਾ ਟਾਈਮ ਖਰਾਬ ਕਰ ਰਿਹਾ ਗਾ, ਤਾਂ ਸਮਝ ਲਓ ਉਹਦੇ ਦੁਆਰਾ ਸ਼ੈਤਾਨ ਤੁਹਾਡਾ ਟਾਈਮ ਖਾ ਰਿਹਾ ਗਾ। ਇਸ ਕਰਕੇ ਕੀ ਹੈ ਕਿ ਉਸ ਟਾਈਮ ਦੀ ਕਦਰ ਕਰੋ। ਜ਼ਿਆਦਾ ਸੌਂ ਰਹੇ ਹੋ
ਤਾਂ ਉਹਨੂੰ ਘਟਾ ਕੇ ਦੇਖੋ। ਰਾਤ ਨੂੰ ਜਾਓ ਪ੍ਰਾਰਥਨਾ ਵਿੱਚ ਬੈਠੋ, ਦਿਨੇ ਪ੍ਰਾਰਥਨਾ ਵਿੱਚ ਬੈਠੋ, ਆਪਣੀ ਸਪੈਸ਼ਲ ਪ੍ਰਾਰਥਨਾ ਕਰੋ, ਅਲੱਗ ਪ੍ਰਾਰਥਨਾ ਕਰੋ। ਪਰਮੇਸ਼ਵਰ ਦੇ ਕੋਲੋਂ ਕਿੰਨੇ ਸਮਾਂ ਮਤਲਬ ਬੈਠ ਕੇ ਪ੍ਰਾਰਥਨਾ ਕਰਦੇ ਹੋ ਚੀਜ਼ਾਂ ਲਈ ਕਿ ਪਰਮੇਸ਼ਵਰ ਜੋ ਸਮਾਂ ਗਾ ਬਹੁਤ ਭਿਆਨਕ ਹੈ। ਇਹਦਾ ਮਤਲਬ ਕਿ ਨਹੀਂ ਕਰ ਰਹੇ ਤਾਂ ਕੀ ਹੋ, ਬੇਖਬਰ ਹੋ। ਪ੍ਰਭੂ ਯਿਸੂ ਮਸੀਹ ਦਾ ਰਾਤ ਨੂੰ ਪ੍ਰਾਰਥਨਾ ਕਰਦੇ ਸੀਗੇ, ਰੋ ਰੋ ਕੇ, ਹੰਝੂ ਕੇਰ ਕੇਰ ਕੇ, ਟਾਹਾਂ ਮਾਰ ਮਾਰ ਕੇ, ਜਿਹਨੂੰ ਕਹਿੰਦੇ ਨੇ ਕੂਕਾਂ ਮਾਰ ਮਾਰ ਕੇ ਪ੍ਰਭੂ ਯਿਸੂ ਮਸੀਹ ਪ੍ਰਾਰਥਨਾ ਕਰ। ਪਹਾੜ ਦੇ ਉੱਪਰ ਜਾਂਦੇ ਸੀ ਇਕੱਲੇ ਹੀ, ਉੱਥੇ ਕੋਈ ਵੀ ਨਹੀਂ ਹੁੰਦਾ ਸੀ ਉਹਦੇ ਕੋਲ, ਉਹ ਜਿਵੇਂ ਮਰਜ਼ੀ ਪ੍ਰਾਰਥਨਾ ਕਰਦੇ ਹੋਣਗੇ ਉੱਥੇ ਸਹੀ ਦੇ ਵਿੱਚ। ਲੇਕਿਨ ਆਪਾਂ ਪੱਖੇ ਥੱਲੇ ਬੈਠ ਕੇ ਪ੍ਰਾਰਥਨਾ ਕਰ ਸਕਦੇ ਹਾਂ। ਲੇਕਿਨ ਸਹੀ ਦੇ ਵਿੱਚ ਜੇ ਮੋਬਾਈਲ ਤੋਂ ਟਾਈਮ ਮਿਲੇ ਤਦ ਹੀ ਹੈ ਨਾ, ਮੋਬਾਈਲ ਨੂੰ ਛੱਡੀਏ ਤਦ ਹੀ ਹੈ ਨਾ। ਮੋਬਾਈਲ ਦੇ ਵਿੱਚ ਹੁਣ ਤਾਂ ਗਰੁੱਪ ਵੀ ਇੰਨੇ ਬਣ ਚੁੱਕੇ ਨੇ, ਹੁਣ ਤਾਂ ਕੁਛ ਐਸੇ ਲੋਕ ਨੇ ਕਿ ਕੈਸੇ ਕੈਸੇ ਫੋਟੋ ਭੇਜਦੇ ਨੇ, ਕੈਸੇ ਕੈਸੇ ਵੀਡੀਓ ਭੇਜਦੇ ਨੇ ਹਾਸੇ ਮਜ਼ਾਕ ਵਾਲੀ, ਜਾਂ ਆਪਣੀ ਫੋਟੋ ਜਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਫੋਟੋ, ਤਾਂ ਇਨਸਾਨ ਦੇਖਣ ਦੇ ਵਿੱਚ ਬੜਾ ਬਿਜ਼ੀ ਹੋ ਜਾਂਦਾ ਹੈਗਾ, ਫਿਰ ਪ੍ਰਾਰਥਨਾ ਬਾਅਦ ਚ ਕਰ ਲਾਂਗੇ। ਇਹਦਾ ਮਤਲਬ ਕਿ ਉਹ ਸਾਰਾ ਹੀ ਟਾਈਮ ਕੌਣ ਖਾ ਰਿਹਾ ਹੈਗਾ? ਉਹ ਸਾਰਾ ਟਾਈਮ ਤਾਂ ਤੁਹਾਡਾ ਸ਼ੈਤਾਨ ਖਾ ਰਿਹਾ ਹੈਗਾ। ਔਰ ਉਸਨੂੰ ਟਾਈਮ ਕੌਣ ਦੇ ਰਿਹਾ ਹੈਗਾ? ਉਹ ਤਾਂ ਖੁਦ ਇਨਸਾਨ ਦੇ ਰਿਹਾ ਹੈਗਾ। ਇਹਦਾ ਮਤਲਬ ਜਦ ਤੁਹਾਡਾ ਟਾਈਮ ਸ਼ੈਤਾਨ ਹੀ ਖਾ ਰਿਹਾ ਹੈਗਾ ਤਾਂ ਫਿਰ ਉਸ ਟਾਈਮ ਦੀ ਤਿਆਰੀ ਕਿਵੇਂ ਕਰੋਗੇ ਜਿਹੜਾ ਟਾਈਮ ਆਉਣਾ ਹੈਗਾ? ਹੁਣ ਦੇਖੋ, ਜਦੋਂ 4 ਸਾਲ ਬਾਅਦ ਜਾਂ 5 ਸਾਲ ਬਾਅਦ ਵਰਲਡ ਕੱਪ ਹੁੰਦਾ ਹੈਗਾ ਕ੍ਰਿਕਟ ਦੇ ਵਿੱਚ, ਉਹਦੇ ਵਿੱਚ ਕਿੰਨੇ ਦੇਸ਼ ਦੀਆਂ ਟੀਮਾਂ ਆਉਂਦੀਆਂ ਨੇ? 8 ਹੁੰਦੀਆਂ ਨੇ। ਲੇਕਿਨ ਸਾਰਿਆਂ ਦੀ ਮਿਹਨਤ ਕਿੰਨੀ ਹੁੰਦੀ ਹੈ, ਕਿੰਨੀ ਪ੍ਰੈਕਟਿਸ ਹੁੰਦੀ ਹੈ, ਲਗਾਤਾਰ 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 ਜ਼ਿਆਦਾ ਸਮਾਂ ਖੇਡਦੇ ਨੇ ਲੋਕ। ਕਿਉਂ? ਪ੍ਰੈਕਟਿਸ ਕਰਦੇ ਨੇ, ਉਹਦੇ ਲਈ ਤਿਆਰੀ ਕਰਦੇ ਨੇ। ਲੇਕਿਨ ਇੱਕ ਮਸੀਹ ਦੇ ਵਿੱਚ ਚੱਲਣ ਵਾਲੇ ਲੋਕਾਂ ਦੀ ਤਿਆਰੀ, ਉਹਦੀ ਤਿਆਰੀ ਕਿੰਨੀ ਕਰ ਰਿਹਾ ਇਨਸਾਨ? ਜਦ ਕਿ ਸਹੀ ਦੇ ਵਿੱਚ ਉਸ ਨੂੰ ਤਿਆਰੀ ਕਰਨੀ ਚਾਹੀਦੀ ਹੈ। ਪ੍ਰਭੂ ਯਿਸੂ ਮਸੀਹ ਜਾਣਦੇ ਸੀਗੇ ਕਿ ਮੇਰੇ ਉੱਪਰ ਕਸ਼ਟ ਬਹੁਤ ਹੈ। ਪ੍ਰਭੂ ਯਿਸੂ ਮਸੀਹ ਨੇ 3.5 ਸਾਲ ਤੱਕ ਤਿਆਰੀ ਕੀਤੀ ਉਹਦੀ, 3.5 ਸਾਲ ਤੱਕ। ਤੇ ਸਾਡੀ ਤਿਆਰੀ ਕਿੰਨੀ ਕੁ ਹੈ? ਅਸੀਂ ਤਾਂ ਪ੍ਰਭੂ ਯਿਸੂ ਮਸੀਹ ਜਿੰਨੇ ਪਵਿੱਤਰ ਵੀ ਨਹੀਂ, ਅਸੀਂ ਤਾਂ ਯਿਸੂ ਮਸੀਹ ਦੇ ਜਿੰਨਾ ਸੰਪੂਰਨ ਵੀ ਨਹੀਂ, ਇੰਨਾ ਪਵਿੱਤਰ ਆਤਮਾ ਤਾਂ ਸਾਡੇ ਅੰਦਰ ਵੀ ਨਹੀਂ। ਪਰ ਜਿੰਨੇ ਕੰਮ ਪ੍ਰਭੂ ਯਿਸੂ ਮਸੀਹ ਨੇ ਕੀਤੇ ਨੇ, ਜਿੰਨੇ ਚਮਤਕਾਰ ਪ੍ਰਭੂ ਯਿਸੂ ਮਸੀਹ ਨੇ ਕੀਤੇ ਨੇ, ਇੰਨੇ ਚਮਤਕਾਰ ਅਸੀਂ ਵੀ ਨਹੀਂ ਕੀਤੇ। ਲੇਕਿਨ ਫਿਰ ਵੀ ਦੇਖੋ, ਪ੍ਰਭੂ ਯਿਸੂ ਮਸੀਹ ਨੇ ਤਕਰੀਬਨ 3.5 ਸਾਲ ਤੱਕ ਲਗਾਤਾਰ ਕੰਮ ਕੀਤਾ। ਅਸੀਂ ਜਾਂ ਕੋਈ ਵੀ ਇਨਸਾਨ ਘੰਟਾ 2 ਘੰਟਾ ਪ੍ਰਾਰਥਨਾ ਕਰ ਲਵੇ ਤਾਂ ਫਿਰ ਪੂਰਾ ਦਿਨ ਏਦਾਂ ਛਾਤੀ ਚੌੜੀ ਕਰਕੇ ਤੁਰਦਾ ਹੈਗਾ ਕਿ ਮੈਂ ਅੱਜ ਇੰਨੀ ਪ੍ਰਾਰਥਨਾ ਕਰ ਲਈ, ਮੈਂ ਇੰਨੀ ਪ੍ਰਾਰਥਨਾ ਕਰ ਲਈ। ਅਗਰ ਇੱਕ ਟਾਈਮ ਤੁਸੀਂ ਇੱਕ ਦਿਨ ਦੇ ਵਿੱਚ ਤੁਸੀਂ 2.5 ਘੰਟੇ ਕੱਢਦੇ ਤਾਂ ਫਿਰ ਕੀ ਹੋ ਗਿਆ? ਪਿਛਲੇ ਦਿਨਾਂ ਵਿੱਚ ਕਿੰਨਾ ਘੱਟ ਖਾਧਾ ਤੁਸੀਂ ਨੇ, ਕਿੰਨਾ ਲੁੱਟਿਆ ਪਰਮੇਸ਼ਵਰ ਨੂੰ। ਇਹਦਾ ਮਤਲਬ ਕਿ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਜਿਹੜਾ ਲਾਕਡਾਊਨ ਮਿਲਿਆ ਹੋਇਆ ਅੱਜ ਹਰ ਇੱਕ ਇਨਸਾਨ ਨੂੰ, ਲਾਕਡਾਊਨ ਮਤਲਬ ਕਿ ਇਨਸਾਨ ਘਰੋਂ ਬਾਹਰ ਨਾ ਜਾਵੇ, ਉਹ ਜੋ ਮਿਲਿਆਗਾ ਉਹਦਾ ਫਾਇਦਾ ਲਓ ਨਾ। ਪੂਰਾ ਦਿਨ ਕਰੋ, ਬਾਈਬਲ ਪੜ੍ਹੋ। ਕੋਈ ਵੀ ਇਨਸਾਨ ਆ ਰਿਹਾ ਫੋਨ ਨੂੰ ਬੰਦ ਹੀ ਕਰ ਲਓ। ਅਗਰ ਕੋਈ ਮਿਲ ਲਓ, ਕਿਉਂਕਿ ਭਾਈ ਅੱਜ ਨਾ ਹੀ ਫਿਰ ਬਸ ਅੱਜ ਨਾ ਹੀ, ਚਾਹੇ ਜਿੰਨਾ ਮਰਜ਼ੀ ਕੋਈ ਵਧੀਆ ਬੰਦਾ ਚਾਹੇ ਜੈਸਾ ਵੀ ਆਉਣਗਾ, ਭਾਈ ਨਹੀਂ ਹਲੇ ਨਹੀਂ, ਮੈਨੂੰ ਵੀ ਸਮੇਂ ਦਾ ਪੂਰਾ ਫਾਇਦਾ ਲੈਣ ਦਿਓ। ਹਾਂ, ਅਗਰ ਸਿੱਖਣਾਗਾ ਬਾਈਬਲ ਵਿੱਚੋਂ ਕੁਛ, ਫਿਰ ਠੀਕ ਹੈ। ਅਗਰ ਉਹ ਕੁਛ ਕਰ ਰਹੇ ਆਪਾਂ, ਹੁਣ ਮੈਂ ਸ਼ਾਮ ਨੂੰ ਬੈਠਣਾ ਸੀ ਪ੍ਰਾਰਥਨਾ ਵਿੱਚ, ਮੈਨੂੰ ਕਿਸੇ ਦਾ ਫੋਨ ਆਇਆ, ਮੈਂ ਕਿਸੇ ਨੂੰ ਫੋਨ ਕਰਿਆ, ਕਹਿੰਦਾ ਤੈਨੂੰ ਮਿਲਣ ਵਾਸਤੇ। ਮੈਂ ਅੱਜ ਨਾ ਆਈ। ਕਹਿੰਦਾ ਕਿਉਂ? ਮੈਂ ਕੱਲ ਨੂੰ ਆਈ। ਕਹਿੰਦਾ ਕਾਰਨ? ਮੈਂ ਕਾਰਨ ਕੱਲ ਨੂੰ ਆਈ। ਕਹਿੰਦਾ ਬੋਲੋ ਸੀ। ਮੈਂ ਪ੍ਰਾਰਥਨਾ ਵਿੱਚ ਬੈਠਣ ਲੱਗਿਆ। ਮੈਂ ਮਨਾ ਕਰਤਾ ਉਹਨਾਂ ਨੂੰ। ਮੈਨੂੰ ਪਤਾ ਜੋ ਆ ਕੇ ਮੇਰਾ ਘੰਟਾ ਬਾਹਰ ਹੈ, ਕਹਿਣ ਦਾ ਮਤਲਬ ਕਿ ਮੈਨੂੰ ਮਨਾ ਕਰਤਾ ਵੀ ਕੱਲ ਨੂੰ ਆਈ। ਚਲੋ ਕੱਲ ਨੂੰ ਜੋ ਵੀ ਹੋਊਗਾ ਦੇਖੀ ਜਾਊਗਾ। ਲੇਕਿਨ ਸਹੀ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਵੀ ਅਗਰ ਕੋਈ ਵੀ ਟਾਈਮ ਖਰਾਬ ਕਰ ਰਿਹਾ ਹੈਗਾ ਤਾਂ ਮਨਾ ਕਰ ਦਿਓ। ਸਮਾਂ ਦੇਖੋ ਕੈਸਾ ਚੱਲ ਰਿਹਾ ਹੈਗਾ। ਮੋਬਾਈਲ 2 ਘੰਟੇ ਖਰਾਬ ਕਰਦੇ ਹੋ, ਮੋਬਾਈਲ ਦਾ ਘੰਟਾ ਮਤਲਬ 2 ਘੰਟੇ ਬੰਦ ਕਰ ਦਿਓ। 2-4 ਮਿੰਟ ਲੱਗਦਾ 5 ਮਿੰਟ ਦੇਖਣ ਦਾ, ਉਹ ਵੀ ਕਦੇ ਜਾਂ ਚਾਹ ਪਾਣੀ ਪੀਣਾ ਗਾ ਦੇਖੋ, ਨਹੀਂ ਤਾਂ ਬੰਦ ਰੱਖੋ ਉਹਨੂੰ। ਲੇਕਿਨ ਹੁੰਦਾ ਕੀ ਹੈ, ਇਨਸਾਨ ਦਾ ਧਿਆਨ ਮੋਬਾਈਲ 'ਚ ਹੁੰਦਾ, ਲੱਗਿਆ ਹੋਇਆ ਪ੍ਰਾਰਥਨਾ ਕਰਨਾ ਹੁੰਦਾ ਗਾ। ਇਨਸਾਨ ਦਾ ਧਿਆਨ ਬਾਈਬਲ ਦੇ ਵਿੱਚ ਹੁੰਦਾ ਗਾ ਤੇ ਬਾਕੀ ਧਿਆਨ ਮੋਬਾਈਲ ਵੱਲ ਹੁੰਦਾ ਗਾ ਕਿ ਕੋਈ ਫੋਨ ਆ ਜਾਊਗਾ, ਕੋਈ ਮੈਸੇਜ ਆ ਜਾਊਗਾ। ਮਤਲਬ ਕਿ ਜਿਸ ਤਰ੍ਹਾਂ ਉਸਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਉਸਨੂੰ ਬਾਈਬਲ ਪੜ੍ਹਨਾ ਚਾਹੀਦਾ, ਇਨਸਾਨ ਉਸ ਤਰ੍ਹਾਂ ਕਰ ਨਹੀਂ ਪਾ ਰਿਹਾ। ਕਿਉਂ? ਕਿਉਂਕਿ ਸਹਾਇਤਾ ਕਰਨ ਵਾਲਾ ਨਹੀਂ ਹੈ। ਪਰ ਬਾਈਬਲ ਦੇ ਵਿੱਚ ਕੀ ਲਿਖਿਆ ਗਾ? ਮੈਂ ਤੁਹਾਨੂੰ ਸਹਾਇਕ ਰੱਖਾਂ। ਜੋ ਵਚਨ ਪੜ੍ਹਿਆ ਆਪਾਂ ਨੇ ਕਿ ਆਤਮਾ ਸਾਡੀ ਕੀ ਕਰਦਾ ਗਾ? ਦੁਰਬਲਤਾ ਦੇ ਵਿੱਚ ਸਹਾਇਤਾ ਕਰਦਾ ਗਾ। ਇਹਦਾ ਮਤਲਬ ਜੇ ਆਤਮਾ ਹੋਊਗਾ ਤਦ ਸਹਾਇਤਾ ਕਰੇਗਾ। ਜੇ ਆਤਮਾ ਹੀ ਨਹੀਂ ਹੈ ਫਿਰ ਸਹਾਇਤਾ ਕਿਵੇਂ ਕਰੇਗਾ? ਜੇ ਆਤਮਾ ਨਹੀਂ ਹੈ ਤਾਂ ਫਿਰ ਦੂਜੇ ਬੰਦੇ ਨੂੰ ਮਨਾ ਕਿਵੇਂ ਕਰ ਸਕਦੇ ਹਾਂ ਅਸੀਂ? ਫਿਰ ਰਿਸ਼ਤੇਦਾਰ ਨੂੰ ਕਿਵੇਂ ਕਹਿ ਸਕਦੇ ਅੱਜ ਫੋਨ ਨਾ ਕਰੀ, 2-4 ਦਿਨਾਂ ਬਾਅਦ ਫੋਨ ਕਰੀ? ਜੇ ਆਤਮਾ ਮਜ਼ਬੂਤ ਨਹੀਂ ਹੈ, ਜੇ ਆਤਮਾ ਕਮਜ਼ੋਰ ਹੈ, ਆਤਮਾ ਹੀ ਕਮਜ਼ੋਰ, ਫਿਰ ਕੀ ਹੈ? ਫਿਰ ਜਿੰਨੇ ਮਰਜ਼ੀ ਫੋਨ ਆ ਜਾਓ, ਫਿਰ ਤਾਂ ਐਕਸਟਰਾ ਗੱਲਾਂ ਕਰੋ, ਵਾਧੂ ਗੱਲਾਂ ਕਰੋ। ਹੁਣ ਤਾਂ ਇੱਕ ਤਾਂ ਕੰਪਨੀ ਨੇ ਕੰਮ ਵੀ ਇੱਦਾਂ ਕਰਤਾ ਕਿ ਫ੍ਰੀ ਕਰਤੇ ਮੋਬਾਈਲ ਵੀ, ਮੋਬਾਈਲ ਲੋਕਾਂ ਨੂੰ ਫ੍ਰੀ ਕਰਤੇ।
ਇਨਸਾਨ ਨੇ ਸਵੇਰੇ ਕੰਮ ਖਤਮ ਕਰੇ, ਹੋ ਗਏ ਵਿਹਲੇ, ਹੁਣ ਦੇਖਦੇ ਵਿਹਲਾ ਕਰਾ ਇਨਸਾਨ, ਉਹਨੂੰ ਫੋਨ ਲਾ ਲੈਣਗੇ। ਕਹਿਣ ਦਾ ਮਤਲਬ ਕਿ ਅਗਰ ਕੋਈ ਐਸੀ ਗੱਲਬਾਤ ਹੈ ਜੋ ਪਰਮੇਸ਼ਵਰ ਤੋਂ ਤੁਹਾਨੂੰ ਦੂਰ ਕਰ ਰਹੀ ਆ, ਤਾਂ ਕੀ ਕਰੋ, ਉਸ ਨੂੰ ਹੀ ਦੂਰ ਕਰ ਦਿਓ, ਤੁਸੀਂ ਪਰਮੇਸ਼ਵਰ ਤੋਂ ਦੂਰ ਨਾ ਹੋਵੋ। ਲੇਕਿਨ ਅੱਜ ਕੀ ਹੈ, ਇਨਸਾਨ ਨੂੰ ਲੱਗਦਾ ਅਸੀਂ ਵਿਸ਼ਵਾਸ 'ਚ ਆ ਗਏ, ਪ੍ਰਾਰਥਨਾ ਕਰਦੇ ਹਾਂ, ਪਰਮੇਸ਼ਵਰ ਇਸਤੇਮਾਲ ਕਰਦੇ ਨੇ, ਹੁਣ ਠੀਕ ਹੈ। ਲੇਕਿਨ ਜੋ ਸਮਾਂ ਗਾ, ਉਹ ਸਮੇਂ ਵੱਲ ਧਿਆਨ ਨਹੀਂ ਜਾ ਰਿਹਾ ਕਿ ਉਹ ਕੈਸਾ ਸਮਾਂ ਗਾ। ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਕੀ ਕਿਹਾ ਸੀਗਾ ਕਿ ਦੂਜਾ ਸਹਾਇਕ ਆਏਗਾ। ਹਾਲੇਲੂਇਆ। ਦੂਜਾ ਸਹਾਇਕ ਮਤਲਬ ਪਵਿੱਤਰ ਆਤਮਾ। ਉਹ ਕੀ ਕਰੇਗਾ, ਤੁਹਾਨੂੰ ਸਿਖਾਏਗਾ, ਹਾਂ ਤੁਹਾਨੂੰ ਸਿਖਾਏਗਾ, ਤੁਹਾਨੂੰ ਚਲਾਏਗਾ। ਮਤਲਬ ਕਿ ਦੂਜਾ ਸਹਾਇਕ ਲਓ, ਪਵਿੱਤਰ ਆਤਮਾ ਨੂੰ ਲਓ, ਔਰ ਉਹਦੀ ਅਗਵਾਈ ਵਿੱਚ ਰਹੋ ਕਿ ਪਵਿੱਤਰ ਆਤਮਾ ਕੀ ਸਿਖਾਉਂਦੇ ਨੇ। ਔਰ ਪਵਿੱਤਰ ਆਤਮਾ ਨੇ ਸਾਡੇ ਲਈ ਕੰਮ ਸਾਰਾ ਸੌਖਾ ਕਰਿਆ ਹੋਇਆਗਾ। ਦੇਖੋ ਪ੍ਰਭੂ ਯਿਸੂ ਮਸੀਹ ਨੇ ਇੰਨਾ ਦੁੱਖ ਸਹਿਨ ਕੀਤਾ, ਪ੍ਰਭੂ ਯਿਸੂ ਮਸੀਹ ਨੇ ਇੰਨੀ ਮਾਰ ਸਹਿਨ ਕੀਤੀ, ਉਹਦਾ ਕਾਰਨ ਕੀ ਸੀਗਾ ਕਿ ਪਵਿੱਤਰ ਆਤਮਾ ਉਸਨੂੰ ਸਪੋਰਟ ਕਰ ਰਹੇ ਸੀਗੇ। ਪਵਿੱਤਰ ਆਤਮਾ ਨੇ ਇੰਨਾ ਕਸ਼ਟ ਸਹਿਣ ਤੋਂ ਬਾਅਦ ਵੀ, ਇੰਨਾ ਦੁੱਖ ਸਹਿਣ ਤੋਂ ਬਾਅਦ ਵੀ ਪ੍ਰਭੂ ਯਿਸੂ ਮਸੀਹ ਦੇ ਮੂੰਹ ਦੇ ਵਿੱਚੋਂ ਕੀ ਨਿਕਲਿਆ, ਹੇ ਪਿਤਾ ਇਹਨਾਂ ਨੂੰ ਮਾਫ ਕਰ, ਹੇ ਪਿਤਾ ਇਹਨਾਂ ਨੂੰ ਮਾਫ ਕਰ। ਨਹੀਂ ਤੇ ਕਿਹੜਾ ਇਨਸਾਨ ਐਸਾ ਇੰਨਾ ਕੁਝ ਸਹਿਣ ਤੋਂ ਬਾਅਦ ਵੀ ਬੋਲ ਲਵੇ। ਇਨਸਾਨ ਤਾਂ ਕੁਝ ਵੀ ਨਹੀਂ ਕਰ ਸਕਦਾ, ਲੇਕਿਨ ਜੋ ਕੁਝ ਕੀਤਾ ਕਿਹਨੇ ਕੀਤਾ, ਉਹ ਤਾਂ ਪਵਿੱਤਰ ਆਤਮਾ ਨੇ ਕੀਤਾ। ਹੁਣ ਜਿਹੜੇ ਚੇਲੇ ਕਹਿੰਦੇ ਸੀਗੇ ਕਿ ਅਸੀਂ ਆਕਾਸ਼ ਦੇ ਉੱਪਰੋਂ ਅੱਗ ਬਰਸਾ ਦਿੰਦੇ ਆ, ਇਹ ਪਿੰਡ ਦਾ, ਇਹ ਸ਼ਹਿਰ ਦਾ, ਲੋਕਾਂ ਦਾ ਨਾਸ਼ ਕਰ ਦਿੰਦੇ ਆ, ਉਹੀ ਚੇਲੇ ਬਾਅਦ ਵਿੱਚ ਕੀ ਕਹਿੰਦੇ ਨੇ ਕਿ ਪਿਤਾ ਸਾਨੂੰ ਸਾਮਰਥ ਦੇ, ਸਾਨੂੰ ਬਲ ਦੇ ਕਿ ਅਸੀਂ ਕੀ ਕਰੀਏ, ਪੂਰੀ ਦਲੇਰੀ ਨਾਲ ਤੁਹਾਡੇ ਵਚਨ ਸਿਖਾ ਸਕੀਏ, ਪੂਰੀ ਦਲੇਰੀ ਨਾਲ ਲੋਕਾਂ ਵਿੱਚ ਬੋਲ ਸਕੀਏ। ਹੁਣ ਕੀ ਹੋਗਾ, ਹੁਣ ਉਹਨਾਂ ਦੀ ਪ੍ਰਾਰਥਨਾ ਹੀ ਬਦਲ ਗਈ। ਕਿਉਂ ਬਦਲ ਗਈ? ਕਿਉਂਕਿ ਹੁਣ ਪਵਿੱਤਰ ਆਤਮਾ ਆ ਗਏ। ਇਹਦਾ ਮਤਲਬ ਕੀ ਕਿ ਸਾਨੂੰ ਵੀ ਜ਼ਰੂਰਤ ਹੈ, ਤੁਹਾਨੂੰ ਸਾਰਿਆਂ ਨੂੰ ਜ਼ਰੂਰਤ ਹੈ, ਆਪਾਂ ਸਾਰਿਆਂ ਨੂੰ ਜ਼ਰੂਰਤ ਹੈ। ਕਾਹਦੀ? ਕਿ ਪਵਿੱਤਰ ਆਤਮਾ ਸਾਡੀ ਸਹਾਇਤਾ ਕਰੇ। ਹਾਲੇਲੂਇਆ, ਹਾਲੇਲੂਇਆ। ਪਵਿੱਤਰ ਆਤਮਾ ਕੀ ਕਰੇ, ਸਾਡੀ ਸਹਾਇਤਾ ਕਰੇ ਦੁਰਬਲਤਾਈ ਦੇ ਵਿੱਚ। ਕਿ ਜਦ ਸਰੀਰ ਕਮਜ਼ੋਰ ਪੈਂਦਾਗਾ, ਸਰੀਰ ਕਹਿੰਦਾਗਾ ਇਹ ਵੀ ਕੰਮ ਕਰ ਲੈ, ਸਰੀਰ ਕਹਿੰਦਾ ਉਹ ਵੀ ਕੰਮ ਕਰ ਲੈ, ਫਲਾਣੇ ਨਾਲ ਵੀ ਗੱਲਾਂ ਕਰ ਲੈ, ਫਲਾਣੇ ਨਾਲ ਵੀ ਬਹਿ ਜਾ, ਮੋਬਾਈਲ ਤੇ ਬਹਿ ਜਾ, ਟੀਵੀ ਤੇ ਬਹਿ ਜਾ, ਏਦਾਂ ਕਰ, ਉਦੋਂ ਆਤਮਾ ਕਮਜ਼ੋਰ ਪੈ ਜਾਂਦਾਗਾ, ਉਦੋਂ ਆਤਮਾ ਕਮਜ਼ੋਰ ਪੈ ਜਾਂਦਾ। ਹੁਣ ਉਸੇ ਆਤਮਾ ਦੇ ਲਈ ਪ੍ਰਭੂ ਯਿਸੂ ਮਸੀਹ ਆਪਣਾ ਪਵਿੱਤਰ ਆਤਮਾ ਦਿੰਦੇ ਨੇ, ਕਿਉਂਕਿ ਸਾਡੇ ਆਤਮਾ ਨਾਲ ਪਵਿੱਤਰ ਆਤਮਾ ਮਿਲ ਕੇ ਕੀ ਕਰੇ, ਸੁਣੋ, ਸਾਡੇ ਆਤਮਾ ਨਾਲ ਪਵਿੱਤਰ ਆਤਮਾ ਮਿਲ ਕੇ ਕੀ ਕਰੇ, ਪ੍ਰਾਰਥਨਾ ਕਰੇ, ਪ੍ਰਾਰਥਨਾ ਕਰੇ। ਮਤਲਬ ਕਿ ਪਵਿੱਤਰ ਆਤਮਾ ਕਾਹਦੇ ਲਈ ਹੈ? ਉਹਦਾ ਪ੍ਰਾਰਥਨਾ ਕਰਨ ਦੇ ਲਈ ਹੈ। ਪਵਿੱਤਰ ਆਤਮਾ ਕਾਹਦੇ ਲਈ ਹੈ? ਉਹਦਾ ਮਾਫ ਕਰਨ ਦੇ ਲਈ ਹੈ। ਪਵਿੱਤਰ ਆਤਮਾ ਕਾਹਦੇ ਲਈ ਹੈ? ਉਹ ਤਾਂ ਆਗਿਆਕਾਰੀ ਕਰਨ ਦੇ ਲਈ ਹੈ। ਮਤਲਬ ਸਭ ਕੁਝ ਤਾਂ ਕਿਹਨੇ ਕਰਨਾਗਾ? ਉਹ ਤਾਂ ਪਵਿੱਤਰ ਆਤਮਾ ਨਹੀਂ ਕਰਨਾਗਾ। ਪ੍ਰਭੂ ਯਿਸੂ ਮਸੀਹ ਨੇ, ਬੇਸ਼ੱਕ ਪ੍ਰਭੂ ਯਿਸੂ ਮਸੀਹ ਦਾ ਸਰੀਰ ਸੀਗਾ, ਸਰੀਰ ਦੇ ਵਿੱਚ ਆਤਮਾ ਸੀਗਾ, ਲੇਕਿਨ ਸਾਰਾ ਕੰਮ ਕੀ ਨਹੀਂ ਕਰਿਆ? ਉਹ ਤਾਂ ਪਵਿੱਤਰ ਆਤਮਾ ਨੇ ਕਰਿਆ। ਇਹਦਾ ਮਤਲਬ ਬੇਸ਼ੱਕ ਕਿਸੇ ਵੀ ਇਨਸਾਨ ਦਾ ਸਰੀਰ ਹੈ, ਉਹਦੇ ਵਿੱਚ ਆਤਮਾ ਗਾ, ਆਤਮਾ ਨਾਲ ਅਗਰ ਪਵਿੱਤਰ ਆਤਮਾ ਮਿਲ ਜਾਂਦਾਗਾ ਤਾਂ ਫਿਰ ਸਭ ਕੁਝ ਸਹਿਨ ਕਰਨ ਵਾਲਾ ਕੌਣ ਹੈ? ਉਹ ਤਾਂ ਪਵਿੱਤਰ ਆਤਮਾ ਗਾ। ਪ੍ਰੇਮ ਕਰਨ ਵਾਲਾ ਕੌਣ ਹੈ? ਉਹ ਤਾਂ ਪਵਿੱਤਰ ਆਤਮਾ ਗਾ। ਸ਼ਾਂਤੀ ਦੇਣ ਵਾਲਾ ਕੌਣ ਹੈ? ਉਹ ਤਾਂ ਪਵਿੱਤਰ ਆਤਮਾ ਹੈ। ਆਨੰਦ ਦੇਣ ਵਾਲਾ ਕੌਣ ਹੈ? ਉਹ ਤਾਂ ਪਵਿੱਤਰ ਆਤਮਾ ਗਾ। ਮਾਫ ਕਰਨ ਵਾਲਾ ਕੌਣ ਹੈ? ਉਹ ਤਾਂ ਪਵਿੱਤਰ ਆਤਮਾ ਗਾ। ਦਿਆਲਗੀ ਉਹ ਪਵਿੱਤਰ ਆਤਮਾ ਗਾ। ਭਲਾਈ ਪਵਿੱਤਰ ਆਤਮਾ ਗਾ। ਨਰਮਾਈ ਪਵਿੱਤਰ ਆਤਮਾ ਗਾ। ਸੰਯਮ, ਸਹਿਨਸ਼ੀਲਤਾ, ਇਹ ਸਾਰੇ ਫਲ ਕਿਹਦੇ ਨੇ? ਪਵਿੱਤਰ ਆਤਮਾ। ਇਹਦਾ ਮਤਲਬ ਇਨਸਾਨ ਨੇ ਤਾਂ ਕੁਝ ਕਰਨਾ ਹੀ ਨਹੀਂ, ਜੋ ਕੁਝ ਕਰਨਾਗਾ ਉਹ ਤਾਂ ਕਿਹਨੇ ਕਰਨਾਗਾ? ਉਹ ਤਾਂ ਪਵਿੱਤਰ ਆਤਮਾ ਨੇ। ਪ੍ਰਾਰਥਨਾ ਕਿਹਨੇ ਕਰਾਉਣੀ ਹੈ? ਉਹ ਵੀ ਤਾਂ ਪਵਿੱਤਰ ਆਤਮਾ ਨੇ ਕਰਾਉਣੀ ਹੈ। ਅਗਰ ਅੱਜ ਵੀ ਪ੍ਰਾਰਥਨਾ ਦੇ ਵਿੱਚ ਕੁਝ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਇਹਦਾ ਮਤਲਬ ਕਿਹਦੀ ਜ਼ਰੂਰਤ ਹੈ? ਪਵਿੱਤਰ ਆਤਮਾ ਦੀ ਜ਼ਰੂਰਤ ਹੈ। ਪਵਿੱਤਰ ਆਤਮਾ ਖੁਦ ਇਕੱਠ ਹੋ ਕੇ ਭਰਦਾਗਾ ਕਿ ਕਿਹੜੀ ਚੀਜ਼ ਲਈ ਪ੍ਰਾਰਥਨਾ ਕਰਨੀ ਹੈ। ਇਸ ਲਈ ਪਵਿੱਤਰ ਆਤਮਾ ਨੂੰ ਆਪਣੇ ਅੰਦਰ ਆਉਣ ਦਿਓ, ਪਵਿੱਤਰ ਆਤਮਾ ਨੂੰ ਆਪਣੇ ਅੰਦਰ ਜਗ੍ਹਾ ਦਿਓ ਤਾਂ ਕਿ ਪਵਿੱਤਰ ਆਤਮਾ ਸਾਡੇ ਹਿਰਦਿਆਂ ਵਿੱਚ ਆ ਜਾਏ, ਸਾਡੇ ਦਿਲਾਂ ਦੇ ਵਿੱਚ ਆ ਜਾਏ। ਔਰ ਉਸ ਤੋਂ ਬਾਅਦ ਪਵਿੱਤਰ ਆਤਮਾ ਜੋ ਕਹਿੰਦੇ ਨੇ ਔਰ ਜਿੰਨਾ ਕਹਿੰਦੇ ਨੇ ਓਨਾ ਕਰੋ। ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਰਹੋ, ਕਿਉਂਕਿ ਚਾਹੇ ਸਮਾਂ ਜੈਸਾ ਮਰਜ਼ੀ ਹੈ, ਅਗਰ ਪਵਿੱਤਰ ਆਤਮਾ ਗਾ ਤਾਂ ਪਵਿੱਤਰ ਆਤਮਾ ਹੀ ਸਾਨੂੰ ਬਚਾਏਗਾ, ਪਵਿੱਤਰ ਆਤਮਾ ਹੀ ਸਾਨੂੰ ਚਲਾਏਗਾ। ਬਿਨਾਂ ਪਵਿੱਤਰ ਆਤਮਾ ਤੋਂ ਅਸੀਂ ਕੁਝ ਵੀ ਨਹੀਂ ਕਰ ਸਕਦੇ। ਇੱਥੋਂ ਤੱਕ ਕਿ ਬਿਨਾਂ ਪਵਿੱਤਰ ਆਤਮਾ ਤੋਂ ਇਨਸਾਨ ਪ੍ਰਾਰਥਨਾ ਵੀ ਨਹੀਂ ਕਰ ਸਕਦਾ। ਸਾਰੇ ਬੋਲੋ ਹਾਲੇਲੂਇਆ, ਹਾਲੇਲੂਇਆ। ਔਰ ਪਵਿੱਤਰ ਆਤਮਾ ਕੀ ਕਰਦਾ ਹੈ? ਇਨਸਾਨ ਦੀ ਦੁਰਬਲਤਾ ਦੇ ਵਿੱਚ ਸਹਾਇਤਾ ਕਰਦਾ ਹੈ। ਉਸੇ ਪਵਿੱਤਰ ਆਤਮਾ ਨੂੰ ਆਪਣੇ ਹਿਰਦਿਆਂ ਦੇ ਵਿੱਚ ਆਉਣ ਦਿਓ, ਉਸੇ ਪਵਿੱਤਰ ਆਤਮਾ ਦੇ ਅਨੁਸਾਰ ਆਪਣੇ ਆਪ ਨੂੰ ਤਿਆਰ ਕਰੋ। ਆਓ ਆਪਾਂ ਸਾਰੇ ਆਪਣੀਆਂ ਅੱਖਾਂ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ, ਕਿਉਂਕਿ ਸਾਡੇ ਪਰਮੇਸ਼ਵਰ ਉਹ ਸਾਡੇ ਵਿਚਕਾਰ ਨੇ। ਔਰ ਉਹ ਪਰਮੇਸ਼ਵਰ ਜੋ ਹੁਣ ਵੀ ਸਾਡੇ ਨਾਲ ਗੱਲਬਾਤ ਕਰ ਰਹੇ ਨੇ, ਉਹ ਪ੍ਰਭੂ ਯਿਸੂ ਮਸੀਹ ਕਹਿੰਦੇ ਨੇ ਕਿ ਮੈਂ ਆਪਣਾ ਪਵਿੱਤਰ ਆਤਮਾ ਅੰਤ ਦੇ ਦਿਨਾਂ ਵਿੱਚ
ਸਾਰੇ ਸਰੀਰਾਂ ਦੇ ਉੱਪਰ ਉੰਡੇਲ ਦਿਆਂਗਾ। ਸੱਚਮੁੱਚ ਇਹ ਵਚਨ ਅੱਜ ਤੋਂ 2000 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਜਦ ਮੁਰਦਿਆਂ ਵਿੱਚੋਂ ਜੀ ਉੱਠੇ, ਉਸ ਤੋਂ 50ਵੇਂ ਦਿਨ ਇਹ ਵਚਨ ਪੂਰਾ ਕਰ ਦਿੱਤਾ ਪ੍ਰਭੂ ਯਿਸੂ ਮਸੀਹ ਨੇ। ਉਹਨਾਂ ਨੂੰ ਪਵਿੱਤਰ ਆਤਮਾ ਭੇਜਿਆ ਹੋਇਆ। ਅੱਜ ਉਹ ਪਵਿੱਤਰ ਆਤਮਾ ਇਸ ਧਰਤੀ ਉੱਪਰ ਵੀ ਹੈ। ਅੱਜ ਉਹ ਪਵਿੱਤਰ ਆਤਮਾ ਸਾਡੇ ਵਿਚਕਾਰ ਹੈ। ਆਪਾਂ ਜਿੰਨੇ ਵੀ ਸੁਣ ਰਹੇ ਹਾਂ, ਉਹ ਪਵਿੱਤਰ ਆਤਮਾ ਸਾਡੇ ਸਾਰਿਆਂ ਦੇ ਕੋਲ ਹੈ। ਉਹ ਪਵਿੱਤਰ ਆਤਮਾ ਅੱਜ ਤੁਹਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਆਉਣਾ ਚਾਹੁੰਦਾ ਗਾ। ਉਹ ਪਵਿੱਤਰ ਆਤਮਾ ਅੱਜ ਸਾਡੇ ਸਾਰਿਆਂ ਦੇ ਅੰਦਰ ਆਉਣਾ ਚਾਹੁੰਦਾ ਗਾ। ਕੀ ਉਸ ਨੂੰ ਜਗ੍ਹਾ ਦੇ ਰਹੇ ਹੋ? ਪਵਿੱਤਰ ਆਤਮਾ ਚਾਹੁੰਦੇ ਨੇ ਕਿ ਮੈਨੂੰ ਆਪਣੇ ਹਿਰਦੇ ਵਿੱਚ ਜਗ੍ਹਾ ਦਿਓ, ਤਾਂ ਕਿ ਮੈਂ ਤੁਹਾਨੂੰ ਸਿਖਾਵਾਂ ਕਿ ਪ੍ਰਾਰਥਨਾ ਕਿਵੇਂ ਕਰਨੀ ਹੈ। ਮੈਂ ਤੁਹਾਨੂੰ ਸਿਖਾਵਾਂ ਕਿ ਆਗਿਆਕਾਰੀ ਕਿਵੇਂ ਕਰਨੀ ਹੈ, ਕਿਉਂਕਿ ਮੈਂ ਜਾਣਦਾ ਗਾ ਕਿ ਕਿਹੜੀ ਅਵਸਥਾ ਲਈ ਪ੍ਰਾਰਥਨਾਵਾਂ ਕਰਨੀਆਂ ਨੇ। ਉਹ ਸਾਰਾ ਕੰਮ ਪਵਿੱਤਰ ਆਤਮਾ ਦਾ, ਉਹ ਸਾਰਾ ਹੀ ਕੰਮ ਪਵਿੱਤਰ ਆਤਮਾ ਦਾ। ਕਿ ਮੈਂ ਪਵਿੱਤਰ ਆਤਮਾ ਦੀ ਅਗਵਾਈ ਵਿੱਚ ਪ੍ਰਾਰਥਨਾ ਕਰਦਾ ਹਾਂ? ਕਿ ਮੈਂ ਪਵਿੱਤਰ ਆਤਮਾ ਦੇ ਚਲਾਏ ਚੱਲਦਾ ਹਾਂ? ਕਿ ਪਵਿੱਤਰ ਆਤਮਾ ਮੇਰੀ ਸਹਾਇਤਾ ਕਰਦਾ ਗਾ? ਆਪਣੇ ਆਪ ਨੂੰ ਸਵਾਲ ਕਰੋ, ਆਪਣੇ ਆਪ ਨੂੰ ਪੁੱਛੋ ਕਿ ਮੈਂ ਜ਼ਿਆਦਾ ਸਮਾਂ ਨਹੀਂ ਬਰਬਾਦ ਕਰ ਰਿਹਾ ਟੀਵੀ ਦੇ ਉੱਪਰ, ਫਿਲਮਾਂ ਦੇ ਉੱਪਰ, ਗੰਦੇ ਗੀਤਾਂ ਦੇ ਉੱਪਰ, ਮੋਬਾਈਲ ਦੇ ਉੱਪਰ, ਯਾਰ ਦੋਸਤਾਂ ਵਿੱਚ ਬੈਠ ਕੇ, ਆਂਢ ਗੁਆਂਢ ਦੇ ਵਿੱਚ ਬੈਠ ਕੇ, ਕਿਤੇ ਵੀ ਰਿਸ਼ਤੇਦਾਰੀ ਦੇ ਵਿੱਚ ਕਿਤੇ ਮੈਂ ਜ਼ਿਆਦਾ ਸਮਾਂ ਨਹੀਂ ਬਰਬਾਦ ਕਰ ਰਿਹਾ? ਅਗਰ ਸਮਾਂ ਬਰਬਾਦ ਕਰ ਰਹੇ ਹੋ, ਮੇਰੇ ਅਜ਼ੀਜ਼ੋ, ਜ਼ਰੂਰਤ ਹੈ ਕਿ ਉਹ ਪਵਿੱਤਰ ਆਤਮਾ ਨੂੰ ਆਪਣੇ ਅੰਦਰ ਜਗ੍ਹਾ ਦਿਓ, ਤਾਂ ਕਿ ਉਸ ਪਵਿੱਤਰ ਆਤਮਾ ਦੇ ਦੁਆਰਾ ਅਸੀਂ ਸਾਰੇ ਪ੍ਰਾਰਥਨਾ ਕਰ ਸਕੀਏ। ਉਸ ਪਵਿੱਤਰ ਆਤਮਾ ਦੀ ਅਗਵਾਈ ਦੇ ਦੁਆਰਾ ਅਸੀਂ ਸਾਰੇ ਪਰਮੇਸ਼ਵਰ ਦੇ ਰਾਜ ਵਿੱਚ ਜਾ ਸਕੀਏ। ਇਸ ਵਚਨ ਨੂੰ ਸਮਝ ਸਕੋ, ਇਸ ਵਚਨ ਨੂੰ ਕਬੂਲ ਕਰ ਸਕੋ। ਇਸ ਵਚਨ ਦੇ ਦੁਆਰਾ ਪਰਮੇਸ਼ਵਰ ਸਾਨੂੰ ਸਭ ਨੂੰ ਆਪਣੀ ਆਸ਼ੀਸ਼ ਨਾਲ ਭਰ ਦੇਣਾ।